ਅਨੋਖਾ ਟਾਪੂ ਦਾ ਕੋਰਲ ਆਈਲੈਂਡ ਪ੍ਰਸ਼ਾਂਤ ਮਹਾਸਾਗਰ ਦੀ ਕਹਾਣੀ ਨੂੰ ਨਾਵਲ ਦੇ ਰੂਪ ਵਿੱਚ ਸਕਾਟਲੈਂਡ ਦੇ ਰਹਿਣ ਵਾਲੇ ਨਾਵਲਕਾਰ ਆਰ.ਐਮ. ਬੈਲੇਂਟਾਈਨ ਦੁਆਰਾ ਲਿਖਿਆ ਗਿਆ ਹੈ। ਇਸ ਨੂੰ ਖਾਸ ਤੌਰ 'ਤੇ ਅੱਲੜ ਨੌਜਵਾਨਾਂ ਨਾਇਕਾਂ ਨੂੰ ਲੈ ਕੇ ਲਿਖਿਆ ਗਿਆ ਹੈ, ਜਿਹੜਾ ਸਭ ਤੋਂ ਪਹਿਲਾਂ 1857 ਈਸਵੀ ਵਿੱਚ ਛਾਪਿਆ ਗਿਆ। ਅਨੋਖਾ ਟਾਪੂ 3 ਲੜਕੀਆਂ ਦੀ ਸਾਹਸਪੂਰਨ ਕਹਾਣੀ ਹੈ ਜੋ ਸ਼ਿਪਰੈਕ ਵਿੱਚੋਂ ਇਕੱਲਾ ਜ਼ਿੰਦਾ ਨਿਕਲੇ। ਇਹ ਨਾਵਲ ਡੇਨੀਅਲ ਡਿਫੋ ਦੇ ਰੋਬਿਨਸਨ ਕਰੂਸੋ ਤੋਂ ਪ੍ਰੇਰਿਤ ਹੋ ਕੇ ਲਿਖਿਆ ਗਿਆ ਹੈ। ਇਸ ਨੂੰ 20ਵੀਂ ਸਦੀ ਵਿੱਚ ਪ੍ਰਾਇਮਰੀ ਅਤੇ ਹਾਈ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਰਿਹਾ ਹੈ ਅਤੇ ਇਸ ਦੇ 4 ਹਿੱਸਿਆਂ ਦਾ ਨਾਟਕ ਵੀ TV 'ਤੇ ਪ੍ਰਸਾਰਿਤ ਹੋਇਆ ਹੈ। ਆਓ ਥੋੜ੍ਹਾ ਜਿਹਾ ਲੇਖਕ ਬਾਰੇ ਵੀ ਜਾਣ ਲਈਏ। ਵੈਲੇਂਟਾਈਨ 1825 ਦੇ ਲਾਗੇ ਐਡਿਨਬਰਗ ਵਿੱਚ ਪੈਦਾ ਹੋਇਆ ਅਤੇ ਆਪਣੇ ਮਾਤਾ ਪਿਤਾ ਦੀ 9ਵੀਂ ਸੰਤਾਨ ਸੀ। ਇਸ ਨੇ 16 ਸਾਲ ਦੀ ਉਮਰ ਵਿੱਚ ਕੈਨੇਡਾ ਆ ਕੇ ਕੰਮ ਵੀ ਕੀਤਾ। ਵਿਹਲੇ ਸਮੇਂ ਉਹ ਆਪਣੀ ਮਾਤਾ ਨੂੰ ਲੰਮੀਆਂ ਚਿੱਠੀਆਂ ਲਿਖਦਾ ਸੀ ਅਤੇ ਆਪਣੇ ਕੈਨੇਡਾ ਦੇ ਤਜਰਬਿਆਂ ਦੇ ਆਧਾਰ 'ਤੇ ਪਹਿਲਾ ਨਾਵਲ ਦਾ ਯੰਗ ਫਰ ਟ੍ਰੇਡਰਸ ਲਿਖਣ ਦਾ ਫੈਸਲਾ ਕੀਤਾ। ਇਸ ਤਰ੍ਹਾਂ ਉਸਨੇ ਅੱਲੜ ਨੌਜਵਾਨ ਮੁੰਡਿਆਂ ਵਾਸਤੇ ਸਾਹਸਪੂਰਨ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਅਨੋਖਾ ਟਾਪੂ ਉਸਨੇ ਕਦੇ ਨਹੀਂ ਦੇਖਿਆ ਸੀ, ਸਗੋਂ ਇਸ ਨੂੰ ਦੂਸਰਿਆਂ ਕੋਲੋਂ ਕਹੀਆਂ ਸੁਣੀਆਂ ਗੱਲਾਂ ਨੂੰ ਘਰ ਬੈਠ ਕੇ ਤਰਤੀਬ ਦੇ ਕੇ ਸੰਸਾਰ ਪ੍ਰਸਿੱਧ ਨਾਵਲ ਲਿਖ ਮਾਰਿਆ। ਲੇਖਕ ਹੋਣ ਦੇ ਨਾਲ ਹੀ ਉਹ ਇੱਕ ਵਧੀਆ ਕਲਾਕਾਰ ਵੀ ਸੀ। ਪਾਣੀ ਦੇ ਰੰਗਾਂ ਨਾਲ ਤਿਆਰ ਉਸ ਦੀਆਂ ਕਲਾਕਿਰਤਾਂ ਰਾਇਲ ਸਕਾਟਿਸ਼ ਅਕੈਡਮੀ ਵਿੱਚ ਦੇਖੀਆਂ ਜਾ ਸਕਦੀਆਂ ਹਨ। ਆਓ ਕਹਾਣੀ ਅਨੋਖਾ ਟਾਪੂ ਦਾ ਪੰਜਾਬੀ ਅਨੁਵਾਦ ਦਾ ਆਨੰਦ ਮਾਣਦੇ ਹਾਂ। ਇਸ ਕਹਾਣੀ ਦਾ ਪਲਾਟ ਫੁਕੇਟ ਦੀ ਦੱਖਣੀ ਤੱਟ ਦਾ ਹੈ, ਜਿਹੜਾ ਮੂੰਗੇ ਦੀਆਂ ਚਟਾਨਾਂ ਕਰਕੇ ਮਸ਼ਹੂਰ ਹੈ ਅਤੇ ਇਸ ਨੂੰ ਕੋਰਲ ਆਈਲੈਂਡ ਵੀ ਕਿਹਾ ਜਾਂਦਾ ਹੈ। ਇਸੇ ਦਾ ਦ੍ਰਿਸ਼ ਬੜਾ ਸੁਹਾਵਣਾ ਹੈ ਅਤੇ ਇਸ ਟਾਪੂ ਦੇ ਉੱਤਰ ਪੱਛਮੀ ਪਾਸੇ ਬਹੁਤ ਹੀ ਸ਼ਾਨਦਾਰ ਬੀਚ ਹਨ। ਇਸ ਤੋਂ ਇਲਾਵਾ ਸੰਸਾਰ ਪ੍ਰਸਿੱਧ ਕੋਰਲ ਆਈਲੈਂਡ ਵਿੱਚ ਨਦਰਨ ਫਲੋਰੀਡਾ ਕੀਜ਼, ਦਾ ਬਹਾਮਸ, ਬਰਮੂਡਾ, ਐਲਡੇਬਰਾ ਆਪਣੀਆਂ ਉੱਚੀਆਂ ਤਿੱਖੀਆਂ ਚੋਟੀਆਂ ਅਤੇ ਸਿੰਕ ਹੋਲਸ ਕਰਕੇ। ਅਨੋਖਾ ਟਾਪੂ ਸਫ਼ਰ। ਮੈਨੂੰ ਸੈਰ ਸਪਾਟੇ ਦਾ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਹੈ। ਐਸੇ ਸ਼ੌਂਕ ਦੇ ਕਾਰਨ ਹੀ ਮੈਂ ਤਕਰੀਬਨ ਸਾਰੀ ਦੁਨੀਆ ਹੀ ਫਿਰ ਕੇ ਵੇਖ ਲਈ ਹੈ। ਮੇਰੇ ਪਿਤਾ ਜੀ ਇੱਕ ਸਮੁੰਦਰੀ ਜਹਾਜ਼ ਦੇ ਕਪਤਾਨ ਸਨ। ਮੈਂ 12 ਸਾਲਾਂ ਦਾ ਹੀ ਸਾਂ ਜਦ ਮੈਂ ਪਹਿਲੀ ਵਾਰੀ ਉਹਨਾਂ ਨਾਲ ਸਮੁੰਦਰੀ ਸਫ਼ਰ 'ਤੇ ਗਿਆ। ਇਹ ਸਫ਼ਰ ਇੰਗਲੈਂਡ ਦੇ ਕੰਢੇ ਦੇ ਨਾਲ ਹੀ ਸੀ। ਇਸ ਸਫ਼ਰ ਵਿੱਚ ਮੈਨੂੰ ਕਈ ਮਲਾਹਾਂ ਨਾਲ, ਜਿਨ੍ਹਾਂ ਨੇ ਦੁਨੀਆ ਵਿੱਚ ਦੂਰ ਤੱਕ ਸਫ਼ਰ ਕੀਤਾ ਹੋਇਆ ਸੀ, ਮਿਲਣ ਦਾ ਮੌਕਾ ਮਿਲਿਆ। ਉਹਨਾਂ ਦੀਆਂ ਦੱਸੀਆਂ ਥਾਵਾਂ ਵਿੱਚੋਂ ਮੈਨੂੰ ਦੱਖਣੀ ਸ਼ਾਂਤ ਮਹਾਸਾਗਰ ਦੇ ਮੂੰਗੇ ਦੇ ਟਾਪੂ ਸਭ ਤੋਂ ਦਿਲਚਸਪ ਲੱਗੇ। ਉਹਨਾਂ ਦੱਸਿਆ ਕਿ ਇਹ ਟਾਪੂ ਮੂੰਗੇ ਨਾਮੀ ਬਹੁਤ ਨਿੱਕੇ ਜਿਹੇ ਸਮੁੰਦਰੀ ਕੀੜਿਆਂ ਦੇ ਬਣੇ ਹੁੰਦੇ ਹਨ। ਇੱਥੇ ਸਾਰਾ ਸਾਲ ਮੌਸਮ ਸੁਹਾਵਣਾ ਰਹਿੰਦਾ ਹੈ, ਪਰ ਇੱਥੇ ਰਹਿਣ ਵਾਲੇ ਲੋਕ ਬੜੇ ਖੂੰਖਾਰ, ਜ਼ਾਲਮ ਅਤੇ ਜੰਗਲੀ ਹੁੰਦੇ ਹਨ। ਇਹਨਾਂ ਗੱਲਾਂ ਦਾ ਮੇਰੇ ਮਨ 'ਤੇ ਇਤਨਾ ਡੂੰਘਾ ਅਸਰ ਹੋਇਆ ਕਿ ਜਦ ਮੈਂ 15 ਸਾਲਾਂ ਦਾ ਹੋਇਆ ਤਾਂ ਮੈਂ ਇਹਨਾਂ ਟਾਪੂਆਂ ਨੂੰ ਵੇਖਣ ਦਾ ਪੱਕਾ ਮਨ ਬਣਾ ਲਿਆ। ਸਫ਼ਰ ਲਈ ਮੈਨੂੰ ਆਪਣੇ ਮਾਤਾ ਪਿਤਾ ਦੀ ਆਗਿਆ ਲੈਣ ਵਿੱਚ ਥੋੜ੍ਹੀ ਜਿਹੀ ਔਕੜ ਪੇਸ਼ ਆਈ, ਪਰ ਅਖੀਰ ਵਿੱਚ ਉਹ ਮੰਨ ਹੀ ਗਏ। ਮੇਰੇ ਪਿਤਾ ਦਾ ਇੱਕ ਮਿੱਤਰ ਸੀ ਜੋ ਆਪਣਾ ਐਰੋ ਨਾਮੀ ਜਹਾਜ਼ ਦੱਖਣੀ ਸ਼ਾਂਤ ਮਹਾਸਾਗਰ ਵੱਲ ਲੈ ਜਾ ਰਿਹਾ ਸੀ। ਮੇਰੇ ਪਿਤਾ ਨੇ ਮੇਰੀ ਉੱਧਰ ਜਾਣ ਦੀ ਤੀਬਰ ਇੱਛਾ ਵੇਖ ਕੇ ਮੈਨੂੰ ਉਹਦੇ ਸਪੁਰਦ ਕਰ ਦਿੱਤਾ। ਉਹ ਦਿਨ ਜਦ ਅਸੀਂ ਸਫ਼ਰ 'ਤੇ ਤੁਰੇ ਬੜਾ ਸੁਹਾਵਣਾ ਅਤੇ ਨਿੱਘਾ ਸੀ। ਉਸ ਜਹਾਜ਼ ਵਿੱਚ ਕੁਝ ਮੇਰੀ ਉਮਰ ਦੇ ਮੁੰਡੇ ਵੀ ਸਨ, ਜੋ ਉਹਨਾਂ ਵਿੱਚ ਜੈਕ ਮਾਰਟਿਨ ਅਤੇ ਪੀਟਰ ਕਨ ਮੇਰੇ ਪੱਕੇ ਦੋਸਤ ਬਣ ਗਏ। ਜੈਕ ਦੀ ਉਮਰ 18 ਸਾਲ ਸੀ। ਉਹ ਕੱਦ-ਕਾਠ ਦਾ ਬੜਾ ਪ੍ਰਭਾਵਕ ਸੀ। ਵੈਸੇ ਵੀ ਉਹ ਸੋਹਣਾ, ਸਜੀਲਾ, ਨਿਡਰ ਅਤੇ ਦਿਲ ਦਾ ਦਲੇਰ ਅਤੇ ਨੇਕ ਸੀ। ਭਾਵੇਂ ਉਹਨੂੰ ਸਾਰੇ ਪਸੰਦ ਕਰਦੇ ਸਨ, ਪਰ ਉਹਦਾ ਮੇਰੇ ਨਾਲ ਖਾਸ ਸਨੇਹ ਸੀ। ਪੀਟਰ ਕਿਨ ਗਿੱਠਾ, ਤੁਰਤ-ਫੁਰਤ ਅਤੇ ਮਖੌਲੀਆ ਸੀ। ਉਹਦੀ ਉਮਰ ਉਸ ਵੇਲੇ ਲਗਭਗ 14 ਸਾਲ ਸੀ। ਪਹਿਲੀ ਮੁਲਾਕਾਤ ਸਮੇਂ ਜੈਕ ਮੇਰੇ ਮੋਢੇ 'ਤੇ ਹੱਥ ਰੱਖ ਕੇ ਕਹਿਣ ਲੱਗਾ, ਮੈਨੂੰ ਤੇਰਾ ਸੁਭਾਅ ਕੁਝ ਚੰਗਾ ਲੱਗਾ ਏ। ਚੰਗਾ ਹੋਇਆ ਸਾਨੂੰ ਦੋਹਾਂ ਨੂੰ ਇਕੱਠਿਆਂ ਰਹਿਣ ਲਈ ਇੱਕੋ ਥਾਂ ਮਿਲੀ ਏ। ਆ ਮੇਰੇ ਨਾਲ, ਮੈਂ ਤੈਨੂੰ ਆਪਣੀ ਥਾਂ ਦੱਸ ਦੇਵਾਂ। ਮੇਰਾ ਖਿਆਲ ਏ ਸਾਡਾ ਆਪਸ ਵਿੱਚ ਮੇਲ-ਗੇਲ ਬਣਿਆ ਰਹੇਗਾ। ਜੈਕ ਨੇ ਠੀਕ ਹੀ ਕਿਹਾ ਸੀ। ਮੈਂ ਤੇ ਉਹ ਜਲਦੀ ਹੀ ਬੜੇ ਪੱਕੇ ਮਿੱਤਰ ਬਣ ਗਏ। ਅਸੀਂ ਕਈ ਹਫ਼ਤੇ ਸਫ਼ਰ ਦੀਆਂ ਮੁਸੀਬਤਾਂ ਝੱਲਦੇ, ਤੂਫਾਨਾਂ ਦਾ ਟਾਕਰਾ ਕਰਦੇ, ਬੜੀਆਂ ਨਵੀਆਂ ਥਾਵਾਂ ਵੇਖਦੇ ਆਖਰ ਸ਼ਾਂਤ ਮਹਾਸਾਗਰ ਵਿੱਚ ਮੂੰਗੇ ਦੇ ਟਾਪੂਆਂ ਲਾਗੇ ਜਾ ਪਹੁੰਚੇ। ਦੂਰੋਂ ਇਹਨਾਂ ਟਾਪੂਆਂ ਦੇ ਚਿੱਟੇ ਦੁੱਧ ਕੰਢੇ ਅਤੇ ਖਜੂਰਾਂ ਦੇ ਹਰੇ ਭਰੇ ਰੁੱਖ ਵੇਖ ਕੇ ਮੇਰਾ ਚਿੱਤ ਖਿੜ ਗਿਆ। ਅਸੀਂ ਤਿੰਨਾਂ ਨੇ ਸੋਚਿਆ ਕਿ ਜੇ ਅਸੀਂ ਉਹਨਾਂ ਟਾਪੂਆਂ ਵਿੱਚੋਂ ਕਿਸੇ ਇੱਕ ਥਾਂ 'ਤੇ ਜਾ ਕੇ ਰਹਿਣ ਲੱਗ ਪਈਏ ਤਾਂ ਕਿੰਨਾ ਆਨੰਦ ਆਏ। ਸਾਡੀ ਇਹ ਇੱਛਾ ਜਲਦੀ ਹੀ ਪੂਰੀ ਹੋ ਗਈ। ਤੂਫਾਨ। ਇੱਕ ਰਾਤ ਸਮੁੰਦਰ ਵਿੱਚ ਬੜਾ ਭਾਰੀ ਤੂਫਾਨ ਆਇਆ। ਇਹ ਇਤਨਾ ਜ਼ਬਰਦਸਤ ਸੀ
ਕਿ ਰੁਕਣ ਦਾ ਨਾਂ ਤੱਕ ਨਹੀਂ ਸੀ ਲੈਂਦਾ। ਇਹ ਮਸਾਂ ਕਿਤੇ 5ਵੇਂ ਦਿਨ ਜਾ ਕੇ ਠੱਲਿਆ। ਇੱਕ ਅੱਧੀ ਬੇੜੀ ਤੋਂ ਸਿਵਾ ਜਹਾਜ਼ ਦੀ ਛੱਤ 'ਤੇ ਪਈਆਂ ਸਭ ਬੇੜੀਆਂ ਤੂਫਾਨ ਵਿੱਚ ਰੁੜ ਗਈਆਂ। ਕਪਤਾਨ ਕਹਿਣ ਲੱਗਾ, ਮੈਨੂੰ ਪਤਾ ਨਹੀਂ ਲੱਗਦਾ ਅਸੀਂ ਕਿੱਥੇ ਆ ਫਸੇ ਹਾਂ, ਕਿਤੇ ਇਹਨਾਂ ਟਾਪੂਆਂ ਦੇ ਚਟਾਨੀ ਕੰਢਿਆਂ ਨਾਲ ਨਾ ਜਾ ਟਕਰਾਈਏ। 6ਵੇਂ ਦਿਨ ਸਵੇਰੇ ਰਬ-ਰਬ ਕਰਕੇ ਤੂਫਾਨ ਰੁਕਿਆ ਤੇ ਸਾਨੂੰ ਦੂਰ ਸਾਰ ਧਰਤੀ ਦੀ ਹਲਕੀ ਜਿਹੀ ਝਲਕ ਪਈ। ਇੱਕ ਛੋਟਾ ਜਿਹਾ ਟਾਪੂ ਸੀ ਜੋ ਮੂੰਗੇ ਦੀਆਂ ਬਣੀਆਂ ਹੋਈਆਂ ਚਟਾਨਾਂ ਨਾਲ ਘਿਰਿਆ ਹੋਇਆ ਸੀ। ਇਸ ਨਾਲ ਛੱਲਾਂ ਬੜੇ ਜ਼ੋਰ-ਸ਼ੋਰ ਨਾਲ ਟਕਰਾ ਰਹੀਆਂ ਸਨ। ਟਾਪੂ ਦੇ ਅੰਦਰਵਾਰ ਜਹਾਜ਼ ਲਈ ਇੱਕ ਭੀੜ ਜਿਹਾ ਰਸਤਾ ਸੀ ਜਿੱਥੇ ਪਾਣੀ ਕੁਝ ਸ਼ਾਂਤ ਸੀ। ਅਸੀਂ ਆਪਣੇ ਜਹਾਜ਼ ਦਾ ਮੂੰਹ ਉਸ ਵੱਲ ਕਰਕੇ ਤੁਰ ਪਏ, ਪਰ ਜਦ ਅਸੀਂ ਐਨ ਉਸਦੇ ਮੂੰਹ ਲਾਗੇ ਪਹੁੰਚੇ ਤਾਂ ਇੱਕ ਜ਼ਬਰਦਸਤ ਛੱਲ ਆਈ। ਅਸੀਂ ਤਿੰਨੇ ਜਣੇ ਚੱਪੂਆਂ ਨੂੰ ਫੜਨ ਲਈ ਦੌੜੇ, ਪਰ ਸਾਡੇ ਉਹਨਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਛੱਲ ਜਹਾਜ਼ ਨਾਲ ਆ ਟਕਰਾਈ ਤੇ ਉਹਦੇ ਧੱਕੇ ਨਾਲ ਜਹਾਜ਼ ਚਟਾਨ ਵਿੱਚ ਜਾ ਵੱਜਾ। ਉਸਦੇ ਨਾਲ ਹੀ ਬੇੜੀਆਂ ਕੀ ਤੇ ਜਹਾਜ਼ ਕੀ ਸਭ ਪਾਣੀ ਦੀ ਲਪੇਟ ਵਿੱਚ ਆ ਗਏ। ਅਸੀਂ ਵੀ ਉਹਨਾਂ ਦੇ ਨਾਲ ਹੀ ਲਹਿਰਾਂ ਦੇ ਥਪੇੜੇ ਖਾਣ ਲੱਗ ਪਏ। ਇੱਕ ਦੋ ਗੋਤੇ ਖਾਣ ਪਿੱਛੋਂ ਮੈਂ ਬੇਹੋਸ਼ ਹੋ ਗਿਆ। ਫਿਰ ਪਤਾ ਹੀ ਨਹੀਂ ਲੱਗਾ ਕਿ ਮੈਂ ਕਿੱਥੇ ਹਾਂ ਤੇ ਮੇਰੇ ਨਾਲ ਕੀ ਬੀਤੀ ਹੈ। ਜਦ ਮੈਨੂੰ ਹੋਸ਼ ਆਈ ਤਾਂ ਮੈਂ ਵੇਖਿਆ ਕਿ ਮੈਂ ਇੱਕ ਚਟਾਨ ਦੀ ਆੜ ਵਿੱਚ ਉੱਗੇ ਹੋਏ ਘਾਹ 'ਤੇ ਲੇਟਿਆ ਹੋਇਆ ਹਾਂ। ਪੀਟਰਕਿਨ ਮੇਰੇ ਲਾਗੇ ਹੀ ਗੋਡਿਆਂ ਪਾਰ ਬੈਠਾ ਚਿੰਤਾ ਵਿੱਚ ਡੁੱਬਾ ਮੈਥੋਂ ਮੇਰਾ ਹਾਲ ਪੁੱਛ ਰਿਹਾ ਹੈ। ਮੈਨੂੰ ਹੌਲੀ-ਹੌਲੀ ਯਾਦ ਆ ਗਿਆ ਕਿ ਮੈਂ ਆਪਣੇ ਦੇਸ਼ ਤੋਂ ਦੂਰ ਇੱਕ ਬੀਆਬਾਨ ਟਾਪੂ 'ਤੇ ਪਿਆ ਹਾਂ। ਹੌਲੀ-ਹੌਲੀ ਮੈਂ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਬਹੁਤ ਕਮਜ਼ੋਰ ਹੋ ਗਿਆ ਸਾਂ ਕਿਉਂਕਿ ਮੇਰੇ ਸਿਰ ਵਿੱਚ ਇੱਕ ਡੂੰਘਾ ਘਾਉ ਲੱਗਣ ਨਾਲ ਉਸ ਵਿੱਚ ਬਹੁਤ ਸਾਰਾ ਲਹੂ ਵਗ ਚੁੱਕਾ ਸੀ। ਜੈਕ ਨੇ ਕਿਹਾ, ਨਹੀਂ ਹਾਲੀ ਕਾਲ ਨਾ ਕਰ, ਤੈਨੂੰ ਜ਼ਰਾ ਹੋਰ ਆਰਾਮ ਦੀ ਲੋੜ ਏ। ਲੈ ਤਾਜ਼ੇ ਪਾਣੀ ਦੇ 2 ਘੁੱਟ ਪੀ ਲੈ ਤੇ ਜ਼ਰਾ ਚੁੱਪ ਕਰਕੇ ਲੇਟਿਆ ਰਹੋ। ਪੀਟਰਕਿਨ ਨੇ ਕਿਹਾ, ਜੈਕ ਉਹਨੂੰ ਜ਼ਰਾ ਗੱਲ ਤਾਂ ਕਰ ਲੈਂਦੇ, ਇਹਦੇ ਬੋਲਣ ਚਾਲਣ ਨਾਲ ਸਾਨੂੰ ਇੰਨਾ ਹੌਸਲਾ ਤਾਂ ਹੁੰਦਾ ਏ ਕਿ ਇਹ ਜਿਉਂਦਾ ਏ। ਜੈਕ ਨੇ ਕਿਹਾ, ਪਤਾ ਹੀ ਨਹੀਂ ਇਹਨੂੰ ਸੱਟ ਕਿਵੇਂ ਲੱਗੀ ਏ। ਮੈਂ ਦੱਸਦਾ, ਤੈਨੂੰ ਯਾਦ ਹੋਣਾ ਹੈ ਕਿ ਜਦ ਜਹਾਜ਼ ਕੰਢੇ ਨਾਲ ਟਕਰਾਇਆ ਤਾਂ ਅਸੀਂ ਤਿੰਨਾਂ ਨੇ ਸਮੁੰਦਰ ਵਿੱਚ ਛਾਲ ਕੱਢ ਮਾਰੀ। ਇੱਕ ਤਰ ਰਿਹਾ ਚੱਪੂ ਰਾਲਫ ਦੇ ਸਿਰ ਵਿੱਚ ਵੱਜਣ ਨਾਲ ਇਹ ਜ਼ਖਮੀ ਹੋ ਗਿਆ ਤੇ ਬੇਹੋਸ਼ੀ ਵਿੱਚ ਹੀ ਤੇਰੇ ਗਲ ਨਾਲ ਚਿੰਬੜ ਗਿਆ। ਤੂੰ ਚੱਪੂ ਨੂੰ ਘੁੱਟ ਕੇ ਫੜਿਆ ਹੋਇਆ ਸੀ, ਇਸ ਲਈ ਮੈਨੂੰ ਪਤਾ ਸੀ ਕਿ ਤੂੰ ਡੁੱਬਦਾ ਨਹੀਂ। ਮੈਂ ਤੁਹਾਨੂੰ ਦੋਹਾਂ ਨੂੰ ਬੜੀ ਮੁਸ਼ਕਲ ਨਾਲ ਖਿੱਚ ਕੇ ਕੰਢੇ ਵੱਲ ਲੈ ਗਿਆ ਤੇ ਭਾਗਾਂ ਨੂੰ ਅਸੀਂ ਸੁੱਖ ਸਾਂਦ ਇੱਥੇ ਪਹੁੰਚ ਗਏ। ਪਰ ਪਤਾ ਹੀ ਸਾਡਾ ਜਹਾਜ਼ ਕਿੱਥੇ ਗਿਆ ਹੈ? ਪੀਟਰਕਿਨ ਨੇ ਪੁੱਛਿਆ। ਜਦ ਮੈਂ ਇੱਥੇ ਬੈਠਾ ਰਾਲਫ ਦੀ ਦੇਖਭਾਲ ਕਰ ਰਿਹਾ ਸਾਂ ਤਾਂ ਤੂੰ ਚਟਾਨ 'ਤੇ ਚੜ੍ਹ ਕੇ ਆਪਣੇ ਜਹਾਜ਼ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਡੁੱਬਦਾ ਨਹੀਂ ਗਿਆ। ਨਹੀਂ, ਉਹ ਡੁੱਬਾ ਨਹੀਂ, ਉਹ ਸਮੁੰਦਰ ਦੀ ਤਹਿ 'ਤੇ ਖੂਬ ਆਨੰਦ ਨਾਲ ਆਰਾਮ ਕਰ ਰਿਹਾ ਹੈ। ਜੈਕ ਨੇ ਉੱਚੀ ਸਾਰੀ ਹੱਸਦਿਆਂ ਉੱਤਰ ਦਿੱਤਾ। ਇਸ ਪਿੱਛੋਂ ਸਾਰੇ ਜਣੇ ਚੁੱਪ ਹੋ ਗਏ ਤੇ ਆਪਣੀ ਅਨੋਖੀ ਜਿਹੀ ਸਥਿਤੀ 'ਤੇ ਸੋਚ ਵਿਚਾਰ ਕਰਨ ਲੱਗ ਪਏ। ਮੈਨੂੰ ਇਹ ਤਾਂ ਪਤਾ ਸੀ ਕਿ ਅਸੀਂ ਇੱਕ ਟਾਪੂ 'ਤੇ ਆ ਫਸੇ ਹਾਂ, ਪਰ ਇਸ ਬਾਰੇ ਅਸੀਂ ਕੁਝ ਨਹੀਂ ਸੀ ਕਹਿ ਸਕਦੇ ਕਿ ਉੱਥੇ ਕੋਈ ਵਸਦਾ ਵੀ ਹੈ ਜਾਂ ਨਹੀਂ। ਮੈਂ ਕਿਤਾਬਾਂ ਵਿੱਚ ਪੜ੍ਹਿਆ ਹੋਇਆ ਸੀ ਕਿ ਇੱਥੋਂ ਦੇ ਬਹੁਤ ਸਾਰੇ ਟਾਪੂ ਬੀਆਬਾਨ ਹਨ ਤੇ ਜਿੱਥੇ ਕਿਤੇ ਵਸੋਂ ਹੈ ਵੀ ਉਹ ਆਦਮਖੋਰ ਕਬੀਲਿਆਂ ਦੀ ਹੈ। ਸੋ ਮੈਨੂੰ ਡਰ ਪੈ ਗਿਆ ਕਿ ਜੇ ਅਸੀਂ ਕਿਤੇ ਆਦਮਖੋਰਾਂ ਦੇ ਹੱਥ ਆ ਗਏ ਤਾਂ ਸਾਨੂੰ ਜ਼ਰੂਰ ਜਿਉਂਦਿਆਂ ਨੂੰ ਹੀ ਭੁੰਨ ਕੇ ਖਾ ਪੀ ਜਾਣਗੇ। ਪਰ ਜੇ ਉੱਥੇ ਕੋਈ ਵਸੋਂ ਨਾ ਹੋਈ ਤਾਂ ਵੀ ਇਹ ਡਰ ਸੀ ਕਿ ਅਸੀਂ ਭੁੱਖ ਨੰਗ ਦੇ ਮਾਰੇ ਜਲਦੀ ਹੀ ਮਰ ਮੁੱਕ ਜਾਵਾਂਗੇ। ਆਖਰ ਮੈਂ ਕਿਹਾ, ਚੰਗਾ ਹੁੰਦਾ ਜੇ ਅਸੀਂ ਜਹਾਜ਼ ਵਿੱਚੋਂ ਛਾਲ ਨਾ ਮਾਰਦੇ। ਕਮ ਅਜ਼ ਕਮ ਅਸੀਂ ਉਸ 'ਚੋਂ ਖਾਣ ਪੀਣ ਦਾ ਸਮਾਨ ਤੇ ਕੁਝ ਹਥਿਆਰ ਹੀ ਕੱਢ ਸਕਦੇ ਤੇ ਰਹਿਣ ਜੋਗੀ ਮਾੜੀ ਮੋਟੀ ਥਾਂ ਹੀ ਖੜੀ ਕਰ ਲੈਂਦੇ। ਪਰ ਹੁਣ ਸਾਡਾ ਬਚਣਾ ਔਖਾ ਏ। ਜੈਕ ਨੇ ਹੱਸ ਕੇ ਕਿਹਾ, ਕੁਝ ਹੌਸਲਾ ਕਰ, ਦਿਲ ਛੱਡਿਆ ਵੀ ਕਦੀ ਕੰਮ ਚੱਲਿਆ ਏ। ਪੀਟਰਕਿਨ ਨੇ ਉੱਤਰ ਦਿੱਤਾ, ਮੈਂ ਤਾਂ ਸਮਝਦਾ ਹਾਂ ਕਿ ਇਹ ਸਭ ਕੁਝ ਸਾਡੇ ਭਲੇ ਲਈ ਹੋਇਆ ਏ। ਇਹ ਤਾਂ ਸਗੋਂ ਰੱਬ ਨੇ ਸਾਨੂੰ ਇੱਕ ਸੁਨਹਿਰੀ ਮੌਕਾ ਬਖਸ਼ਿਆ ਏ। ਅਸੀਂ ਇਸ ਟਾਪੂ ਦੇ ਮਾਲਕ ਹਾਂ ਤੇ ਇੱਥੋਂ ਦੇ ਰਹਿਣ ਵਾਲੇ ਸਾਡੀ ਪ੍ਰਜਾ ਨੇ। ਜੈਕ ਤੂੰ ਰਾਜਾ ਬਣ ਜਾਈ, ਰਾਲਫ ਵਜ਼ੀਰ ਬਣ ਜਾਏ ਤੇ ਮੈਂ, ਪਰ ਜੇ ਇੱਥੇ ਕੋਈ ਵਸਦਾ ਹੀ ਨਾ ਹੋਵੇ ਤਾਂ? ਪੀਟਰਕਿਨ ਨੇ ਕਿਹਾ, ਤਾਂ ਅਸੀਂ ਇੱਕ ਬੜਾ ਸੁੰਦਰ ਮਕਾਨ ਬਣਾਵਾਂਗੇ, ਉਸਦੇ ਗਿਰਦ ਇੱਕ ਬਾਗ ਲਾਵਾਂਗੇ, ਵਾਹੀ ਕਰਕੇ ਖਾਣ ਪੀਣ ਲਈ ਅਨਾਜ ਉਗਾਵਾਂਗੇ ਤੇ ਖੂਬ ਮੌਜਾਂ ਕਰਾਂਗੇ। ਜੈਕ ਨੇ ਉੱਤਰ ਦਿੱਤਾ, ਪਰ ਤੂੰ ਤਾਂ ਹਰ ਗੱਲ ਮਖੌਲ ਵਿੱਚ ਹੀ ਲੈ ਲੈਂਦਾ ਏ। ਤੈਨੂੰ ਖਿਆਲ ਕਰਨਾ ਚਾਹੀਦਾ ਹੈ ਕਿ ਅਸੀਂ ਕਿਸ ਮੁਸੀਬਤ ਵਿੱਚ ਆਣ ਫਸੇ ਹਾਂ ਤੇ ਇਸ ਵਿੱਚੋਂ ਨਿਕਲਣਾ ਕਿਵੇਂ ਹੈ। ਮੈਨੂੰ ਤਾਂ ਇੰਜ ਲੱਗਦਾ ਹੈ ਕਿ ਸਾਨੂੰ ਇੱਥੇ ਜੰਗਲੀ ਜਾਨਵਰਾਂ ਵਾਂਗ ਹੀ ਰਹਿਣਾ ਪਵੇਗਾ, ਕਿਉਂਕਿ ਸਾਡੇ ਪਾਸ ਤਾਂ ਇੱਕ ਵੀ ਔਜ਼ਾਰ ਨਹੀਂ, ਕਮ ਅਜ਼ ਕਮ ਇੱਕ ਚਾਕੂ ਹੀ ਹੁੰਦਾ। ਚਾਕੂ ਦਾ ਫਿਕਰ ਨਾ ਕਰ, ਇਹ ਕਹਿੰਦਿਆਂ ਹੀ ਪੀਟਰਕਿਨ ਨੇ ਜੇਬ ਵਿੱਚ ਹੱਥ ਮਾਰ ਕੇ ਇੱਕ ਛੋਟਾ ਜਿਹਾ ਅੱਧੇ ਕੁ ਪੂਰੇ ਹੋਏ ਫਲ ਵਾਲਾ ਚਾਕੂ ਕੱਢਿਆ। ਜੈਕ ਨੇ ਕਿਹਾ, ਚਲੋ ਇਹ ਨਾ ਹੋਣ ਨਾਲੋਂ ਤਾਂ ਚੰਗਾ ਏ, ਸਾਨੂੰ ਗੱਪਾਂ ਦੀ ਥਾਂ ਹੁਣ ਕੁਝ ਹੱਥ ਪੈਰ ਹਿਲਾਉਣੇ ਚਾਹੀਦੇ ਨੇ। ਰਾਲਫ, ਹੁਣ ਤੂੰ ਤੁਰਨ ਜੋਗਾ ਹੋ ਗਿਆ ਲੱਗਦਾ ਏ, ਅਸੀਂ ਵੀ ਵੇਖੀਏ ਸਾਡੀ ਜੇਬ ਵਿੱਚੋਂ ਵੀ ਸ਼ਾਇਦ ਕੁਝ ਨਿਕਲ ਆਵੇ। ਫਿਰ ਅਸੀਂ ਕਿਸੇ ਉੱਚੀ ਪਹਾੜੀ 'ਤੇ ਚੜ੍ਹ ਕੇ
ਟਾਪੂ ਦੀ ਰੂਪ ਰੇਖਾ ਵੇਖੀਏ ਤੇ ਕੋਈ ਥਾਂ ਲੱਭੀਏ ਜਿੱਥੇ ਕੁਝ ਸਮਾਂ ਆਰਾਮ ਨਾਲ ਟਿਕ ਸਕੀਏ, ਕਿਉਂਕਿ ਸਾਡਾ ਇਸ ਕੈਦ ਵਿੱਚੋਂ ਛੇਤੀ ਛੁਟਕਾਰਾ ਹੁੰਦਾ ਨਹੀਂ ਜਾਪਦਾ। ਅਸੀਂ ਆਪਣੀਆਂ ਸਭ ਜੇਬਾਂ ਚੰਗੀ ਤਰ੍ਹਾਂ ਫੋਲੀਆਂ। ਸਾਡੀਆਂ ਜੇਬਾਂ ਵਿੱਚੋਂ ਜੋ ਕੁਝ ਨਿਕਲਿਆ ਉਸ ਦਾ ਵੇਰਵਾ ਇਸ ਤਰ੍ਹਾਂ ਹੈ। ਇੱਕ ਟੁੱਟਾ ਹੋਇਆ ਚਾਕੂ, ਇੱਕ ਪੈਨਸਲਾਂ ਰੱਖਣ ਵਾਲੀ ਲੋਹੇ ਦੀ ਖਾਲੀ ਡੱਬੀ, 6 ਕੁ ਗਜ਼ ਲੰਮਾ ਇੱਕ ਪਤਲਾ ਜਿਹਾ ਰੱਸਾ, ਇੱਕ ਕੰਦੂਈ, ਇੱਕ ਦੂਰਬੀਨ ਜਿਹੜੀ ਜਹਾਜ਼ ਵਿੱਚੋਂ ਛਾਲ ਮਾਰਨ ਸਮੇਂ ਮੇਰੇ ਹੱਥ ਵਿੱਚ ਸੀ, ਇੱਕ ਛਾਪ ਜੋ ਜੈਕ ਸਦਾ ਆਪਣੀ ਉਂਗਲ 'ਤੇ ਪਾਈ ਰੱਖਦਾ ਸੀ। ਅਸੀਂ ਗੱਲਾਂ ਕਰ ਹੀ ਰਹੇ ਸਾਂ ਕਿ ਜੈਕ ਅੱਬੜਵਾਏ ਬੋਲ ਉੱਠਿਆ, ਓਹੋ, ਸਾਨੂੰ ਚੱਪੂ ਤਾਂ ਭੁੱਲ ਹੀ ਗਿਆ ਹੈ, ਅਸੀਂ ਉਹ ਨਹੀਂ ਗਿਣਿਆ। ਪੀਟਰਕਿਨ ਨੇ ਪੁੱਛਿਆ, ਉਸ ਦਾ ਕੀ ਲਾਭ? ਸਾਰਾ ਟਾਪੂ ਹੀ ਰੁੱਖਾਂ ਨਾਲ ਭਰਿਆ ਪਿਆ ਹੈ, ਭਾਵੇਂ ਉਹੋ ਜਿਹੇ ਹੋਰ 100 ਚੱਪੂ ਬਣਾ ਲਈਏ। ਜੈਕ ਨੇ ਉੱਤਰ ਦਿੱਤਾ, ਪਰ ਉਹਦੇ ਸਿਰ 'ਤੇ ਥੋੜ੍ਹਾ ਜਿਹਾ ਲੋਹਾ ਲੱਗਾ ਹੋਇਆ ਹੈ, ਹੋ ਸਕਦਾ ਹੈ ਉਹ ਸਾਡੇ ਕਿਸੇ ਕੰਮ ਆ ਜਾਏ। ਮੈਂ ਕਿਹਾ, ਹਾਂ ਇਹ ਗੱਲ ਠੀਕ ਹੈ, ਆਓ ਉਹਨੂੰ ਲੱਭ ਲਿਆਈਏ। ਇਸ 'ਤੇ ਅਸੀਂ ਸਾਰੇ ਉੱਠੇ ਤੇ ਕੰਢੇ ਵੱਲ ਤੁਰ ਪਏ। ਜਿਸ ਟਾਪੂ 'ਤੇ ਅਸੀਂ ਆ ਫਸੇ ਸਾਂ ਇਹ ਇੱਕ ਚਟਾਨੀ ਟਾਪੂ ਸੀ ਤੇ ਅਨੇਕ ਕਿਸਮ ਦੇ ਰੁੱਖਾਂ, ਝਾੜੀਆਂ ਤੇ ਜੜੀ ਬੂਟੀਆਂ ਨਾਲ ਭਰਿਆ ਪਿਆ ਸੀ। ਮੈਨੂੰ ਇਹਨਾਂ ਵਿੱਚੋਂ ਨਾਰੀਅਲ ਦੇ ਰੁੱਖ ਦੀ ਹੀ ਪਛਾਣ ਸੀ। ਕੰਢੇ ਨਾਲ ਲੱਗਦਾ ਥੋੜ੍ਹਾ ਜਿਹਾ ਹਿੱਸਾ ਰੇਤਲਾ ਸੀ, ਪਰ ਜ਼ਰਾ ਅੰਦਰਵਾਰ ਟਾਪੂ ਚਾਰੋਂ ਪਾਸਿਆਂ ਤੋਂ ਮੂੰਗੇ ਦੀਆਂ ਚਟਾਨਾਂ ਨਾਲ ਘਿਰਿਆ ਹੋਇਆ ਸੀ। ਛੱਲਾਂ ਦਾ ਉਹ ਚਟਾਨਾਂ ਨਾਲ ਟਕਰਾ ਕੇ ਜ਼ੋਰ ਘਟ ਜਾਂਦਾ ਸੀ ਤੇ ਅੰਦਰ ਤੱਕ ਪਹੁੰਚਦਿਆਂ ਉਹਨਾਂ ਦੀ ਚਾਲ ਮੱਧਮ ਪੈ ਜਾਂਦੀ ਸੀ। ਅਸੀਂ ਇਹ ਕੁਝ ਵੇਖ ਹੀ ਰਹੇ ਸਾਂ ਕਿ ਪੀਟਰਕਿਨ ਨੇ ਦੂਰ ਕੰਢੇ ਵੱਲੋਂ ਜ਼ੋਰ ਦੀ ਚੀਕ ਮਾਰੀ। ਅਸੀਂ ਉਹਦੀ ਵੱਲ ਹੈਰਾਨ ਹੋ ਕੇ ਵੇਖਿਆ ਤਾਂ ਸਾਨੂੰ ਪਤਾ ਲੱਗਾ ਕਿ ਉਹ ਕੋਈ ਚੀਜ਼ ਪਾਣੀ ਵਿੱਚੋਂ ਖਿੱਚ ਕੇ ਬਾਹਰ ਵੱਲ ਲਿਆ ਰਿਹਾ ਸੀ। ਜੈਕ ਨੇ ਮੈਨੂੰ ਬਾਹੋਂ ਫੜ ਕੇ ਕਿਹਾ, ਇਹ ਅਜੀਬ ਕਿਸਮ ਦਾ ਬੰਦਾ ਹੈ, ਆਹ ਵੇਖੀਏ ਤਾਂ ਸਹੀ ਇਹ ਕਰ ਕੀ ਰਿਹਾ ਹੈ। ਜਦ ਅਸੀਂ ਪੀਟਰਕਿਨ ਕੋਲ ਪਹੁੰਚੇ ਤਾਂ ਉਹ ਕਹਿਣ ਲੱਗਾ, ਆਹ ਵੇਖੋ ਕੁਹਾੜੀ, ਜਿਸ ਦੀ ਸਾਨੂੰ ਸਭ ਤੋਂ ਵੱਧ ਲੋੜ ਹੈ। ਜੈਕ ਨੇ ਖੁਸ਼ ਹੋ ਕੇ ਕਿਹਾ, ਇਹ ਤਾਂ ਸਾਡੇ ਬੜੇ ਕੰਮ ਆਏਗੀ, ਇਹਦਾ ਫਲ ਵੀ ਬੜਾ ਤਿੱਖਾ ਹੈ। ਅਸੀਂ ਉਸ ਕੁਹਾੜੀ ਦੀ ਉੱਥੇ ਹੀ ਲਿਆ ਰੱਖੀ ਜਿੱਥੇ ਬਾਕੀ ਚੀਜ਼ਾਂ ਪਈਆਂ ਹੋਈਆਂ ਸਨ। ਇਸ ਪਿੱਛੋਂ ਜੈਕ ਕਹਿਣ ਲੱਗਾ, ਆਓ ਅਸੀਂ ਹੁਣ ਟਾਪੂ ਦੇ ਪਿਛਲੇ ਪਾਸੇ ਵੱਲ ਚੱਲੀਏ ਜਿੱਥੇ ਜਹਾਜ਼ ਚਟਾਨ ਨਾਲ ਟਕਰਾਇਆ ਸੀ। ਉਹ ਥਾਂ ਇੱਥੋਂ ਕੋ 2 ਕੁ ਫਰਲਾਂਗ ਦੂਰ ਹੈ, ਵੇਖੀਏ ਉੱਥੋਂ ਵੀ ਸ਼ਾਇਦ ਕੋਈ ਇੱਕ ਅੱਧੀ ਹੋਰ ਕੰਮ ਦੀ ਚੀਜ਼ ਮਿਲ ਜਾਏ। ਤਰਕਾਲਾਂ ਤੱਕ ਅਸੀਂ ਮੁੜ ਆਵਾਂਗੇ ਤੇ ਫਿਰ ਖਾ ਪੀ ਕੇ ਸੌਂ ਜਾਵਾਂਗੇ। ਹਾਂ ਠੀਕ ਹੈ, ਪੀਟਰਕਿਨ ਨੇ ਕਿਹਾ। ਭਾਵੇਂ ਜੈਕ ਕੁਝ ਵੀ ਸਲਾਹ ਦਿੰਦਾ, ਅਸੀਂ ਉਸੇ 'ਤੇ ਹੀ ਚੱਲਣਾ ਸੀ। ਉਹ ਉਮਰ ਵਿੱਚ ਵੱਡਾ, ਡੀਲ ਡੌਲ ਵਿੱਚ ਤਕੜਾ ਤੇ ਸਾਡੇ ਦੋਹਾਂ ਨਾਲੋਂ ਸਿਆਣਾ ਸੀ। ਉਹ ਦਲੇਰ ਤੇ ਨਿਡਰ ਵੀ ਸੀ ਤੇ ਹਰ ਇੱਕ ਮੁਹਿੰਮ ਦੀ ਅਗਵਾਈ ਕਰਨ ਦੀ ਯੋਗਤਾ ਰੱਖਦਾ ਸੀ। ਨਾਰੀਅਲ, ਅਸੀਂ ਕੰਢੇ ਦੇ ਨਾਲ ਨਾਲ ਤੁਰ ਪਏ। ਉਹ ਲਹਿੰਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਵਾਂਗ ਵਿੱਚ ਸੋਨੇ ਵਾਂਗ ਚਮਕ ਰਿਹਾ ਸੀ। ਅਚਾਨਕ ਪੀਟਰਕਿਨ ਬੋਲ ਉੱਠਿਆ, ਜੰਗਲੀ ਫਲਾਂ ਤੋਂ ਬਿਨਾਂ ਸਾਡੇ ਪਾਸ ਖਾਣ ਨੂੰ ਕੁਝ ਵੀ ਨਹੀਂ। ਅਸੀਂ ਕਿੰਨਾ ਚਿਰ ਇਹਨਾਂ ਤੋਂ ਝੱਟ ਲੰਘਾਵਾਂਗੇ ਤੇ ਹੋ ਸਕਦਾ ਹੈ ਕਿ ਉਹਨਾਂ ਵਿੱਚੋਂ ਕਈ ਜ਼ਹਿਰੀਲੇ ਵੀ ਹੋਣ। ਤੂੰ ਰੱਤੀ ਫਿਕਰ ਨਾ ਕਰ, ਜੈਕ ਨੇ ਕਿਹਾ, ਮੈਂ ਹੁਣੇ ਵੇਖਿਆ ਉਹਨਾਂ ਨੂੰ ਪੰਛੀ ਬੜੇ ਮਜ਼ੇ ਨਾਲ ਖਾ ਰਹੇ ਸਨ। ਜੇ ਪੰਛੀ ਉਹਨਾਂ ਨੂੰ ਖਾ ਕੇ ਨਹੀਂ ਮਰਦੇ ਤਾਂ ਅਸੀਂ ਕਿਸ ਤਰ੍ਹਾਂ ਮਰ ਸਕਦੇ ਹਾਂ? ਪਰ ਉਹ ਵੇਖ, ਉਸ ਨਾਰੀਅਲ 'ਤੇ ਲਾਗੇ ਰੁੱਖ ਲੱਗੇ ਹੋਏ ਨੇ। ਪੀਟਰਕਿਨ, ਜੋ ਬਹੁਤ ਹੀ ਫੁਰਤੀਲਾ ਸੀ, ਇਹ ਸੁਣਦਿਆਂ ਹੀ ਦਬਾ ਦਬ ਨਾਰੀਅਲ ਦੇ ਰੁੱਖ 'ਤੇ ਚੜ੍ਹ ਗਿਆ ਤੇ ਝੱਬਦੇ 3 ਨਾਰੀਅਲ ਤੋੜ ਲਿਆਇਆ। ਜੈਕ ਨੇ ਕਿਹਾ, ਪਹਿਲੋਂ ਜਿਸ ਕੰਮ ਤੁਰੇ ਹਾਂ ਉਹ ਖਤਮ ਕਰ ਲਈਏ, ਖਾ ਪੀ ਫੇਰ ਲਵਾਂਗੇ। ਪੀਟਰਕਿਨ ਨੇ ਉੱਤਰ ਦਿੱਤਾ, ਚੰਗਾ ਪਿੱਛੋਂ ਹੀ ਖਾ ਲਵਾਂਗੇ, ਪਰ ਪਿਆਸ ਨਾਲ ਤਾਂ ਮੇਰੀ ਜਾਨ ਨਿਕਲਦੀ ਜਾ ਰਹੀ ਹੈ। ਪਾਣੀ ਦਾ ਇੱਥੇ ਕਿਤੇ ਨਾਂ ਨਿਸ਼ਾਨ ਹੀ ਨਹੀਂ ਦਿਸਦਾ। ਪਰ ਜੈਕ, ਇਹ ਗੱਲ ਦੱਸ ਕਿ ਤੈਨੂੰ ਕਿਸ ਤਰ੍ਹਾਂ ਹਰ ਚੀਜ਼ ਬਾਰੇ ਪਤਾ ਹੈ? ਤੂੰ ਇਹਨਾਂ ਟਾਪੂਆਂ ਵਿੱਚ ਪਹਿਲਾਂ ਕਦੀ ਨਹੀਂ ਆਇਆ, ਹੁਣੇ ਤੂੰ ਕਈਆਂ ਰੁੱਖਾਂ ਦੇ ਨਾਂ ਵੀ ਗਿਣ ਮਾਰੇ ਨੇ। ਜੈਕ ਨੇ ਕਿਹਾ, ਤੈਨੂੰ ਗਲਤ ਫਹਿਮੀ ਹੈ, ਮੈਨੂੰ ਹਰ ਚੀਜ਼ ਦਾ ਨਹੀਂ ਪਤਾ, ਪਰ ਹਾਂ, ਮੈਨੂੰ ਸਫ਼ਰ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਹੈ। ਉਹਨਾਂ ਤੋਂ ਮੈਨੂੰ ਕਈਆਂ ਗੱਲਾਂ ਦਾ ਪਤਾ ਲੱਗਿਆ ਹੈ ਜਿਨ੍ਹਾਂ ਦਾ ਤੁਹਾਨੂੰ ਨਹੀਂ ਪਤਾ। ਨਹੀਂ, ਇਸ ਗੱਲ ਨੂੰ ਮੈਂ ਨਹੀਂ ਮੰਨਦਾ, ਜ਼ਰੂਰ ਕੋਈ ਹੋਰ ਕਾਰਨ ਹੈ, ਪੀਟਰਕਿਨ ਨੇ ਕਿਹਾ। ਚੰਗਾ, ਮੈਂ ਤੈਨੂੰ ਦੱਸਦਾ ਹਾਂ। ਇਹ ਕਹਿ ਕੇ ਜੈਕ ਇੱਕ ਨਾਰੀਅਲ ਦੇ ਰੁੱਖ ਥੱਲੇ ਖੜੋ ਗਿਆ ਤੇ ਕਹਿਣ ਲੱਗਾ, ਤੂੰ ਹੁਣੇ ਕਿਹਾ ਸੀ ਨਾ ਕਿ ਤੂੰ ਬੜਾ ਪਿਆਸਾ ਹੈ, ਜਾਂ ਇਸ ਰੁੱਖ 'ਤੇ ਚੜ੍ਹ ਕੇ ਇੱਕ ਕੱਚਾ ਨਾਰੀਅਲ ਲਾ ਲਿਆ। ਪੀਟਰਕਿਨ ਦਰਖਤ 'ਤੇ ਜਾ ਚੜ੍ਹਿਆ ਤੇ ਝੱਬਦੇ ਇੱਕ ਕੱਚਾ ਨਾਰੀਅਲ ਲਾ ਲਿਆਇਆ। ਚੰਗਾ, ਹੁਣ ਇਸ ਵਿੱਚ ਇੱਕ ਛੇਕ ਕਰਕੇ ਮੂੰਹ ਨਾਲ ਲਾ ਲੈ। ਪੀਟਰਕਿਨ ਨੇ ਇੰਝ ਹੀ ਕੀਤਾ। ਜਦ ਨਾਰੀਅਲ ਵਿਚਲੀ ਚੀਜ਼ ਉਹਦੇ ਮੂੰਹ ਵਿੱਚ ਪਈ ਤਾਂ ਉਹਦੀਆਂ ਅੱਖਾਂ ਹੈਰਾਨੀ ਨਾਲ ਚੌੜ ਚੁਪੱਟ ਖੁੱਲ੍ਹ ਗਈਆਂ। ਜਦ ਉਹਨੇ ਵਿੱਚੋਂ ਨਿਕਲਿਆ ਪਾਣੀ ਗਟਾਗਟ ਚਾੜ ਲਿਆ ਤਾਂ ਲੰਮਾ ਸਾਹ ਲੈ ਕੇ ਕਹਿਣ ਲੱਗਾ, ਇਹ ਤਾਂ ਕਮਾਲ ਹੋ ਗਿਆ ਹੈ। ਫਿਰ ਇੱਕ ਹੋਰ ਨਾਰੀਅਲ ਵਿੱਚ ਛੇਕ ਕਰਕੇ ਉਸਨੇ ਦਵਾ ਦਬ ਮੇਰੇ ਮੂੰਹ ਨਾਲ ਲਾ ਦਿੱਤਾ। ਸੱਚਮੁੱਚ ਉਸ ਵਿੱਚ ਇੱਕ ਕਮਾਲ ਦਾ ਸ਼ਰਬਤ ਭਰਿਆ ਪਿਆ ਸੀ, ਠੰਡਾ ਅਤੇ ਅਤੀ ਖੰਡ ਵਾਂਗ ਮਿੱਠਾ। ਇਸ 'ਤੇ ਜੈਕ ਨੇ ਪੀਟਰਕਿਨ ਨੂੰ ਕਿਹਾ, ਤੂੰ ਮੰਨਦਾ ਹੀ ਨਹੀਂ ਸੈਂ, ਹੁਣ ਦੱਸ। ਮੈਂ ਪਹਿਲਾਂ ਕਦੀ ਕੱਚਾ ਨਾਰੀਅਲ ਵੇਖਿਆ ਹੀ ਨਹੀਂ ਤੇ ਮੈਨੂੰ ਕਿੱਥੋਂ ਪਤਾ ਲੱਗ ਗਿਆ ਕਿ ਇਸ ਵਿੱਚ ਪਾਣੀ ਹੁੰਦਾ ਹੈ?
ਪਰ ਇਸ ਬਾਰੇ ਮੈਂ ਕਿਤਾਬਾਂ ਵਿੱਚ ਪੜ੍ਹਿਆ ਜ਼ਰੂਰ ਸੀ, ਜਿਸ ਕਰਕੇ ਮੈਨੂੰ ਪਤਾ ਹੈ ਕਿਤਾਬਾਂ ਗਿਆਨ ਦਾ ਭੰਡਾਰ ਹੁੰਦੀਆਂ ਨੇ। ਇਹ ਗੱਲ ਤਾਂ ਹੋਈ, ਪਰ ਇਹ ਦੱਸ ਕਿ ਪੱਕੇ ਹੋਏ ਨਾਰੀਅਲ ਵਿੱਚ ਕੀ ਹੁੰਦਾ ਹੈ? ਪੀਟਰਕਿਨ ਨੇ ਪੁੱਛਿਆ। ਜੈਕ ਨੇ ਦੱਸਿਆ, ਇਸ ਵਿੱਚ ਕੱਚੀ ਲੱਸੀ ਵਰਗਾ ਇੱਕ ਬੜਾ ਸਵਾਦੀ ਤਰਲ ਹੁੰਦਾ ਹੈ। ਭਾਵੇਂ ਉਸ ਨਾਲ ਪਿਆਸ ਨਹੀਂ ਬੁਝਦੀ, ਪਰ ਨਾਰੀਅਲ ਦੀ ਗਿੜੀ ਬੜੀ ਤਾਕਤਵਰ ਗਜ਼ਾ ਹੈ। ਪੀਟਰਕਿਨ ਨੇ ਹੈਰਾਨ ਹੋ ਕੇ ਕਿਹਾ, ਇਹ ਹੋਰ ਵੀ ਕਮਾਲ ਦੀ ਗੱਲ ਹੈ। ਭੋਜਨ ਤੇ ਪਾਣੀ ਇੱਕੋ ਹੀ ਰੁੱਖ ਤੇ ਲੱਗਦੇ ਨੇ, ਨਹਾਉਣ ਲਈ ਸਮੁੰਦਰ, ਸੌਣ ਲਈ ਜ਼ਮੀਨ, ਖਾਣ ਤੇ ਪੀਣ ਦੋਨਾਂ ਲਈ ਨਾਰੀਅਲ ਤੇ ਸਭ ਕੁਝ ਮੁਫਤ। ਇਹਨਾਂ ਜ਼ਰੂਰ ਈਡਨ ਦਾ ਬਾਗ ਹੈ, ਜਿਸ ਬਾਰੇ ਬਾਈਬਲ ਵਿੱਚ ਜ਼ਿਕਰ ਆਉਂਦਾ ਹੈ। ਇਹ ਕਹਿੰਦਿਆਂ ਉਹਨੇ ਖੁਸ਼ੀ ਵਿੱਚ ਇੱਕ ਪੁੱਠੀ ਛਾਲ ਮਾਰੀ। ਅਸੀਂ ਹੁਣ ਉੱਥੇ ਪਹੁੰਚ ਚੁੱਕੇ ਸਾਂ ਜਿੱਥੇ ਸਾਡਾ ਜਹਾਜ਼ ਚਟਾਨ ਨਾਲ ਟਕਰਾਇਆ ਸੀ, ਪਰ ਉੱਥੋਂ ਸਾਨੂੰ ਕੰਮ ਦੀ ਕੋਈ ਵੀ ਚੀਜ਼ ਨਾ ਲੱਭੀ। ਹੁਣ ਹਨੇਰਾ ਪੈਣ ਵਾਲਾ ਸੀ। ਅਸੀਂ ਕਾਹਲੀ ਵਾਪਸ ਮੁੜਨ ਦੀ ਕੀਤੀ। ਜਦ ਅਸੀਂ ਆਪਣੇ ਟਿਕਾਣੇ 'ਤੇ ਪਹੁੰਚੇ ਤਾਂ ਹਾਲੀ ਕੁਝ ਚਾਨਣਾ ਸੀ। ਅਸੀਂ ਕੁਹਾੜੀ ਨਾਲ ਦਬਾ-ਦਬ ਕੁਝ ਟਾਹਣੀਆਂ ਤੇ ਪੱਤੇ ਕੱਟੇ, ਜਿਨ੍ਹਾਂ ਨਾਲ ਰਾਤ ਸੌਣ ਲਈ ਇੱਕ ਝੁੱਗੀ ਖੜੀ ਕਰ ਲਈ। ਥੱਲੇ ਵੀ ਅਸੀਂ ਪੱਤੇ ਵਿਛਾ ਲਏ ਤੇ ਫਿਰ ਰਾਤ ਦੇ ਖਾਣ ਬਾਰੇ ਸੋਚਣ ਲੱਗ ਪਏ। ਹੁਣ ਸਾਨੂੰ ਪਹਿਲੀ ਵਾਰ ਖਿਆਲ ਆਇਆ ਕਿ ਅਸੀਂ ਅੱਗ ਕਿਵੇਂ ਬਾਲਾਂਗੇ। ਸਾਨੂੰ ਪੂਰਾ ਯਕੀਨ ਸੀ ਕਿ ਜੈਕ ਸਾਡੀ ਹਰ ਔਕੜ ਦਾ ਹੱਲ ਕਰ ਸਕਦਾ ਹੈ। ਇਸ ਲਈ ਪੀਟਰਕਿਨ ਨੇ ਉਹਨੂੰ ਪੁੱਛਿਆ, ਜੈਕ ਹੁਣ ਕੀ ਕਰੀਏ? ਅੱਗ ਕਿਵੇਂ ਬਾਲੀਏ? ਪਰ ਇਸ ਮਸਲੇ ਬਾਰੇ ਜੈਕ ਆਪ ਪਰੇਸ਼ਾਨ ਸੀ। ਅਚਾਨਕ ਪੀਟਰਕਿਨ ਬੋਲ ਉੱਠਿਆ, ਹਾਂ, ਮੈਨੂੰ ਖਿਆਲ ਆ ਗਿਆ ਏ। ਸਾਡੀ ਦੂਰਬੀਨ ਅੱਗੇ ਲੈਂਸ ਲੱਗਾ ਹੋਇਆ ਏ। ਅਸੀਂ ਉਸ ਨਾਲ ਅੱਗ ਬਾਲ ਲਵਾਂਗੇ। ਪਰ ਮੈਂ ਉਹਦੀ ਗੱਲ ਨੂੰ ਟੋਕਦਿਆਂ ਕਿਹਾ, ਇਹ ਕੰਮ ਤਾਂ ਦਿਨ ਵੇਲੇ ਹੋ ਸਕਦਾ ਹੈ। ਤੂੰ ਹੁਣ ਹੀ ਦੱਸ, ਇਸ ਵੇਲੇ ਤਾਂ ਰਾਤ ਏ। ਇਹ ਸੁਣ ਕੇ ਪੀਟਰਕਿਨ ਚੁੱਪ ਕਰ ਗਿਆ। ਹੁਣ ਜੈਕ, ਜੋ ਬੜੀ ਸੋਚ ਵਿੱਚ ਪਿਆ ਹੋਇਆ ਸੀ, ਅਚਾਨਕ ਉੱਠਿਆ ਤੇ ਦਰਖਤ ਤੋਂ ਇੱਕ ਟਾਹਣ ਲਾ ਕੇ ਕਹਿਣ ਲੱਗਾ, ਲੈ ਮੈਨੂੰ ਰੱਸੀ ਦਾ ਇੱਕ ਟੁਕੜਾ ਫੜਾ। ਟਾਹਣ ਤੇ ਰੱਸੀ ਨਾਲ ਜੈਕ ਨੇ ਇੱਕਦਮ ਇੱਕ ਕਮਾਨ ਬਣਾ ਲਿਆ। ਫਿਰ ਉਹਨੇ 3 ਇੰਚ ਲੰਮੀ ਸੁੱਕੀ ਲੱਕੜੀ ਦੀ ਗੁੱਲੀ ਬਣਾਈ। ਇਹਦੇ ਦੁਆਲੇ ਉਹਨੇ ਕਮਾਨ ਦੀ ਰੱਸੀ ਲਵੇਟ ਕੇ ਵਰਮਾ ਬਣਾ ਲਿਆ। ਇਸ ਨਾਲ ਇੱਕ ਪਾਸਾ ਉਹਨੇ ਆਪਣੀ ਛਾਤੀ ਨਾਲ ਲਟਕਾ ਲਿਆ ਤੇ ਦੂਜਾ ਪਾਸਾ ਇੱਕ ਸੁੱਕੀ ਲੱਕੜੀ 'ਤੇ ਰੱਖ ਕੇ ਜ਼ੋਰ ਨਾਲ ਫੇਰਿਆ। ਚੱਬਦੇ ਹੀ ਸੁੱਕੀ ਲੱਕੜੀ ਵਿੱਚੋਂ ਧੂੰਆਂ ਨਿਕਲਣ ਲੱਗ ਪਿਆ ਤੇ ਹੋਰ 2-3 ਮਿੰਟਾਂ ਵਿੱਚ ਉਹ ਬਲਣ ਲੱਗ ਪਈ। ਉਸ ਨਾਲ ਅਸੀਂ ਅੱਗ ਬਾਲ ਲਈ ਤੇ ਉਹਦੀ ਰੋਸ਼ਨੀ ਵਿੱਚ ਨਾਰੀਅਲ ਖਾ ਕੇ ਪੇਟ ਭਰਿਆ ਤੇ ਉਸ ਵਿੱਚੋਂ ਨਿਕਲੇ ਪਾਣੀ ਨਾਲ ਪਿਆਸ ਬੁਝਾਈ। ਟਾਪੂ ਦੀ ਦੇਖਭਾਲ। ਅਗਲੇ ਦਿਨ ਸੂਰਜ ਕਾਫੀ ਚੜ੍ਹ ਚੁੱਕਾ ਸੀ ਜਦ ਸਾਨੂੰ ਜਾਗ ਆਈ। ਪੀਟਰਕਿਨ ਨੇ ਆਲੇ ਦੁਆਲੇ ਵੇਖਿਆ। ਉਹਨੂੰ ਯਾਦ ਆ ਗਿਆ ਕਿ ਅਸੀਂ ਕਿੱਥੇ ਹਾਂ। ਝਾੜੀਆਂ ਵਿੱਚੋਂ ਦੀ ਜਦ ਉਹਦੀ ਨਜ਼ਰ ਸਮੁੰਦਰ ਵੱਲ ਪਈ ਤਾਂ ਉਹ ਇੱਕਦਮ ਭੁੜਕ ਕੇ ਉੱਠਿਆ ਤੇ ਕੱਪੜੇ ਲਾ ਕੇ ਭੱਜਦਾ ਹੋਇਆ ਸਮੁੰਦਰ ਵੱਲ ਪਿਆ। ਉਹ ਇੱਕਦਮ ਭੁੜਕ ਕੇ ਉੱਠਿਆ ਤੇ ਕੱਪੜੇ ਲਾ ਕੇ ਭੱਜਦਾ ਹੋਇਆ ਸਮੁੰਦਰ ਦੀਆਂ ਛੱਲਾਂ ਵਿੱਚ ਗਾਇਬ ਹੋ ਗਿਆ। ਇਹ ਵੇਖ ਕੇ ਜੈਕ ਨੂੰ ਵੀ ਜੋਸ਼ ਆਇਆ ਤੇ ਉਹਨੇ ਵੀ ਕੱਪੜੇ ਲਾਏ ਤੇ ਭੱਜਦਾ ਹੋਇਆ ਪਾਣੀ ਵਿੱਚ ਜਾ ਵੜਿਆ। ਜੈਕ ਬੜਾ ਚੰਗਾ ਤੈਰਾਕ ਸੀ। ਉਹਨੇ ਚੁੱਭੀ ਮਾਰੀ ਤੇ 1 ਮਿੰਟ ਪਿੱਛੋਂ ਸਿਰ ਬਾਹਰ ਕੱਢਿਆ। ਮੈਂ ਕਦੋਂ ਪਿਛਾਂਹ ਰਹਿਣ ਵਾਲਾ ਸੀ। ਮੈਂ ਵੀ ਉਹਨਾਂ ਦੇ ਮਗਰ ਪਾਣੀ ਵਿੱਚ ਜਾ ਛਾਲ ਮਾਰੀ। ਭਾਵੇਂ ਮੈਂ ਜੈਕ ਦਾ ਮੁਕਾਬਲਾ ਤਾਂ ਨਹੀਂ ਸਾਂ ਕਰ ਸਕਦਾ, ਪਰ ਫਿਰ ਵੀ ਮੈਨੂੰ ਤਰਨ ਤੇ ਚੁੱਭੀ ਮਾਰਨ ਵਿੱਚ ਕਾਫੀ ਮੁਹਾਰਤ ਸੀ। ਪੀਟਰਕਿਨ ਤਾਂ ਕੰਢੇ ਦੇ ਨਾਲ ਹੀ ਤਰਦਾ ਸੀ, ਪਰ ਮੈਂ ਤੇ ਜੈਕ ਸਮੁੰਦਰ ਵਿੱਚ ਕਾਫੀ ਦੂਰ ਤੱਕ ਨਿਕਲ ਜਾਂਦੇ ਸਾਂ। ਕੰਢੇ ਦੇ ਨਾਲ ਮੂੰਗੇ ਦੀਆਂ ਚਟਾਨਾਂ ਕਰਕੇ ਪਾਣੀ ਬਿਲਕੁਲ ਸ਼ਾਂਤ ਤੇ ਸਾਫ਼ ਸੀ। ਇਸ ਲਈ ਸਾਨੂੰ ਥੱਲੇ ਪਾਣੀ ਦੀ ਦੂਜੀ ਗੰਢ ਡੂੰਘੀ ਦਰਿਆ ਵੀ ਦਿਖ ਰਹੀ ਸੀ। ਜਦ ਮੈਂ ਤੇ ਜੈਕ ਉਸ ਥਾਂ ਚੁੱਭੀ ਮਾਰਦੇ ਸਾਂ ਜਿੱਥੇ ਪਾਣੀ ਘੱਟ ਡੂੰਘਾ ਸੀ, ਤਾਂ ਅਸੀਂ ਸਮਝਦੇ ਸਾਂ ਕਿ ਥੱਲੇ ਕੇਵਲ ਪੱਥਰ ਅਤੇ ਰੇਤ ਹੀ ਹੋਏਗੀ, ਪਰ ਉੱਥੇ ਰੰਗ ਬਰੰਗੇ ਮੂੰਗਿਆਂ ਦਾ ਮਾਨੋ ਇੱਕ ਅਨੋਖਾ ਬਾਗ ਸੀ, ਜਿਸ ਵਿੱਚ ਨੀਲੇ, ਪੀਲੇ, ਲਾਲ ਤੇ ਹਰੇ ਰੰਗ ਦੀਆਂ ਮੱਛੀਆਂ ਨੇ ਆਪਣੇ ਘਰ ਬਣਾਏ ਹੋਏ ਸਨ। ਇਸ ਤੋਂ ਇਲਾਵਾ ਅਸੀਂ ਇੱਕ ਗੱਲ ਇਹ ਵੀ ਮਹਿਸੂਸ ਕੀਤੀ ਕਿ ਅਸੀਂ ਆਪਣੇ ਦੇਸ਼ ਦੇ ਸਮੁੰਦਰ ਨਾਲੋਂ ਇਸ ਸਮੁੰਦਰ ਵਿੱਚ ਨਾ ਕੇਵਲ ਬਹੁਤ ਚਿਰ ਤੱਕ ਰਹਿ ਸਕਦੇ ਸਾਂ, ਬਲਕਿ ਚੁੱਭੀ ਵੀ ਲੰਮੀ ਮਾਰ ਸਕਦੇ ਸਾਂ। ਕਾਰਨ ਇਹ ਸੀ ਕਿ ਇੱਥੋਂ ਦਾ ਪਾਣੀ ਬਹੁਤ ਨਿੱਘਾ ਸੀ। ਅਸੀਂ ਦੋਹਾਂ ਨੇ ਇੱਕ ਵਾਰ ਫਿਰ ਚੁੱਭੀ ਮਾਰੀ। ਜੈਕ ਨੂੰ ਇੱਕ ਮੱਛੀ ਬਹੁਤ ਹੀ ਸੋਹਣੀ ਲੱਗੀ ਤੇ ਉਹ ਉਹਨੂੰ ਪਕੜਨ ਲੱਗਾ, ਪਰ ਉਹ ਉਹਦੇ ਹੱਥੋਂ ਨਿਕਲ ਗਈ। ਇਸ ਤੇ ਉਹਨੇ ਮੇਰੇ ਵੱਲ ਵੇਖ ਕੇ ਹੱਸਣ ਦੀ ਕੋਸ਼ਿਸ਼ ਕੀਤੀ, ਪਰ ਉਸ ਵੇਲੇ ਹੀ ਉਹ ਤੀਰ ਵਾਂਗ ਸਿੱਧਾ ਪਾਣੀ ਦੀ ਸਤ੍ਹਾ 'ਤੇ ਪਹੁੰਚ ਗਿਆ। ਉਹ ਕਹਿਣ ਲੱਗਾ, ਰਾਲਫ, ਸੱਚਮੁੱਚ ਮੈਂ ਪਾਣੀ ਦੇ ਅੰਦਰ ਹੱਸਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨਾਲ ਮੈਨੂੰ ਗੋਤਾ ਆ ਗਿਆ ਤੇ ਮੇਰਾ ਬੁਰਾ ਹਾਲ ਹੋਇਆ। ਮੇਰਾ ਪਾਣੀ ਅੰਦਰ ਹੱਸਣਾ ਸਖਤ ਗਲਤੀ ਸੀ। ਮੈਂ ਵੀ ਹੱਸ ਕੇ ਕਿਹਾ, ਉਸ ਮੱਛੀ ਨੂੰ ਜੇ ਤੂੰ ਕਾਬੂ ਕਰ ਲੈਂਦਾ ਤਾਂ ਉਹ ਖਾਣ ਦੇ ਕੰਮ ਹੀ ਆ ਜਾਂਦੀ। ਉਹਨੇ ਉੱਤਰ ਦਿੱਤਾ, ਇੱਥੇ ਮੱਛੀਆਂ ਦਾ ਕੋਈ ਘਾਟਾ ਨਹੀਂ। ਇਹ ਕਹਿੰਦਿਆਂ ਹੀ ਉਹਨੇ ਹੱਥ ਨਾਲ ਇੱਕ ਮੋਟੀ ਸਾਰੀ ਝੀਂਗਾ ਮੱਛੀ ਪਕੜ ਲਈ ਤੇ ਪੀਟਰਕਿਨ ਨੂੰ ਕਹਿਣ ਲੱਗਾ, ਲੈ ਬਈ, ਇਹਨੂੰ ਸੰਭਾਲ ਲੈ। ਅਸੀਂ ਕੱਪੜੇ ਪਾ ਲਈਏ। ਨਾਰੀਅਲ ਨਾਲ ਇਹਦਾ ਕਿੰਨਾ ਮੇਲ, ਵੇਖੀ ਖਾਣੇ ਵੇਲੇ ਅੱਜ ਕਿੰਨਾ ਸਵਾਦ ਆਉਂਦਾ ਹੈ। ਇਸ ਪਿੱਛੋਂ ਅਸੀਂ ਆਪਣੇ ਟਿਕਾਣੇ 'ਤੇ ਜਾ ਕੇ ਅੱਗ ਬਾਲੀ ਤੇ ਮੱਛੀ ਨੂੰ ਪਕਾ ਕੇ ਨਾਰੀਅਲ ਨਾਲ ਖੂਬ ਮਜ਼ੇ ਨਾਲ ਖਾਧਾ। ਫਿਰ ਅਸੀਂ ਉਸ ਟਾਪੂ ਵਿੱਚ ਆਪਣੇ ਭਵਿੱਖਤ ਬਾਰੇ ਕਾਫੀ ਚਿਰ ਬੈਠੇ ਵਿਚਾਰ ਵਟਾਂਦਰਾ ਕਰਦੇ ਰਹੇ।
ਆਖਰ ਅਸੀਂ ਉੱਠੇ ਤੇ ਆਪਣਾ ਸਾਰਾ ਸਮਾਨ ਇੱਕ ਨਿੱਕੀ ਜਿਹੀ ਕੁੰਦਰ ਵਿੱਚ ਰੱਖ ਦਿੱਤਾ ਜੋ ਸਾਡੇ ਟਿਕਾਣੇ ਲਾਗੇ ਹੀ ਸੀ। ਇਸ ਪਿੱਛੋਂ ਇੱਕ ਸਖਤ ਲੱਕੜੀ ਵਾਲੇ ਰੁੱਖ ਨਾਲੋਂ 2 ਲੰਮੀਆਂ ਸਾਰੀਆਂ ਟਾਹਣੀਆਂ ਲਾਈਆਂ, ਜਿਨ੍ਹਾਂ ਵਿੱਚੋਂ ਇੱਕ ਪੀਟਰਕਿਨ ਨੇ ਤੇ ਇੱਕ ਮੈਂ ਫੜ ਲਈ, ਪਰ ਜੈਕ ਨੇ ਕੁਹਾੜੀ ਨੂੰ ਹੀ ਨਾਲ ਲੈਣਾ ਚੰਗਾ ਸਮਝਿਆ। ਇਸ ਤਰ੍ਹਾਂ ਆਪਣੇ ਬਚਾਅ ਦਾ ਪ੍ਰਬੰਧ ਕਰਕੇ ਅਸੀਂ ਸਮੁੰਦਰ ਦੇ ਕੰਢੇ ਨਾਲ ਤੁਰ ਪਏ। ਤੁਰਦੇ ਤੁਰਦੇ ਅਸੀਂ ਇੱਕ ਛੋਟੀ ਜਿਹੀ ਘਾਟੀ ਦੇ ਮੂੰਹ ਲਾਗੇ ਪਹੁੰਚੇ, ਜਿਸ ਅੰਦਰ ਇੱਕ ਨਦੀ ਵਗ ਰਹੀ ਸੀ। ਇਸ ਰਾਹ ਅਸੀਂ ਘਾਟੀ ਦੇ ਅੰਦਰ ਵੱਲ ਤੁਰ ਪਏ। ਹੁਣ ਸਾਡੀ ਪਿੱਠ ਸਮੁੰਦਰ ਵੱਲ ਸੀ। ਇਹ ਘਾਟੀ ਦੋਹਾਂ ਪਾਸਿਆਂ ਤੋਂ ਪਹਾੜੀਆਂ ਨਾਲ ਘਿਰੀ ਹੋਈ ਸੀ। ਪਹਾੜੀਆਂ ਹਰਿਆਵਲ ਨਾਲ ਲੱਦੀਆਂ ਹੋਈਆਂ ਸਨ। ਇਹ ਘਾਟੀ ਕੋਈ 2 ਕੁ ਮੀਲ ਤੱਕ ਅੰਦਰ ਚਲੀ ਗਈ, ਜਿੱਥੇ ਇੱਕ ਸਿੱਧੀ ਚੜ੍ਹਾਈ ਵਾਲੇ ਪਹਾੜ ਲਾਗੇ ਜਾ ਕੇ ਮੁੱਕ ਗਈ। ਇਸ ਪਹਾੜ 'ਤੇ ਚੜ੍ਹਨ ਲਈ ਸਾਨੂੰ ਕੋਈ ਰਾਹ ਨਾ ਦਿਸਿਆ, ਇਸ ਲਈ ਅਸੀਂ ਨਦੀ ਦੇ ਕੰਢੇ ਦੇ ਨਾਲ ਤੁਰ ਪਏ ਤਾਂ ਜੋ ਉਹਦੀ ਚੋਟੀ 'ਤੇ ਚੜ੍ਹਨ ਦਾ ਕੋਈ ਰਾਹ ਲੱਭ ਜਾਏ। ਜੈਕ ਸਾਡੇ ਸਭ ਤੋਂ ਅੱਗੇ ਸੀ, ਉਸ ਪਿੱਛੇ ਪੀਟਰਕਿਨ ਤੇ ਪੀਟਰਕਿਨ ਦੇ ਪਿੱਛੇ ਮੈਂ ਸਾਂ। ਆਖਰ ਅਸੀਂ ਇੱਕ ਥਾਂ ਪਹੁੰਚੇ ਜਿੱਥੇ ਰਸਤਾ ਉੱਪਰ ਵੱਲ ਜਾਂਦਾ ਸੀ। ਉੱਥੇ ਲਾਗੇ ਹੀ ਇੱਕ ਨਵੀਂ ਕਿਸਮ ਦਾ ਰੁੱਖ ਉੱਗਿਆ ਹੋਇਆ ਸੀ। ਜੈਕ ਨੇ ਦੱਸਿਆ ਕਿ ਇਸ ਰੁੱਖ ਨੂੰ ਬ੍ਰੈਡ ਫਰੂਟ ਕਹਿੰਦੇ ਹਨ ਤੇ ਇਹ ਇਹਨਾਂ ਟਾਪੂਆਂ ਦੀ ਸਭ ਤੋਂ ਵੱਡੀ ਸੁਗਾਤ ਹੈ, ਕਿਉਂਕਿ ਇਹ ਸਾਲ ਵਿੱਚ 3 ਵਾਰੀ ਰੋਟੀ ਦੀ ਸ਼ਕਲ ਵਰਗਾ ਫਲ ਦਿੰਦਾ ਹੈ ਤੇ ਇਹਨਾਂ ਟਾਪੂਆਂ ਦੇ ਰਹਿਣ ਵਾਲੇ ਲੋਕਾਂ ਦੀ ਆਮ ਖੁਰਾਕ ਹੈ। ਇਹ ਸੁਣ ਕੇ ਪੀਟਰਕਿਨ ਕਹਿਣ ਲੱਗਾ, ਇੱਥੇ ਤਾਂ ਹਰ ਇੱਕ ਚੀਜ਼ ਤਿਆਰ ਬਰ ਤਿਆਰ ਮਿਲਦੀ ਏ, ਪਾਣੀ ਨਾਰੀਅਲ ਦੀਆਂ ਬੋਤਲਾਂ ਵਿੱਚ ਤੇ ਰੋਟੀ ਰੁੱਖਾਂ 'ਤੇ। ਕੀ ਇਹ ਜਾਦੂ ਦੀ ਦੁਨੀਆ ਨਹੀਂ? ਜੈਕ ਨੇ ਹੱਸ ਕੇ ਕਿਹਾ, ਹਾਂ, ਤੇ ਕਈ ਰੁੱਖਾਂ ਦੇ ਛਿਲਕੇ ਤੋਂ ਇੱਥੋਂ ਦੇ ਰਹਿਣ ਵਾਲੇ ਕੱਪੜਾ ਤਿਆਰ ਕਰਦੇ ਨੇ ਤੇ ਸਖਤ ਲੱਕੜ ਵਾਲੇ ਰੁੱਖਾਂ ਨੂੰ ਰਹਿਣ ਲਈ ਮਕਾਨ। ਵੇਖ ਲਓ, ਸਾਡੇ ਸੁੱਖ ਲਈ ਇੱਥੇ ਹਰ ਇੱਕ ਚੀਜ਼ ਮੌਜੂਦ ਹੈ, ਸਿਰਫ ਅਕਲ ਸਾਨੂੰ ਆਪਣੀ ਵਰਤਣੀ ਪਵੇਗੀ। ਇਸ ਤੋਂ ਇਲਾਵਾ ਹੋਰ ਵੀ ਕਈਆਂ ਰੁੱਖਾਂ ਦੇ ਗੁਣ ਮੈਂ ਕਿਤਾਬਾਂ ਵਿੱਚੋਂ ਪੜ੍ਹੇ ਨੇ, ਪਰ ਮੈਨੂੰ ਇਸ ਬਾਰੇ ਹੀ ਯਾਦ ਰਿਹਾ ਹੈ। ਵੇਖਿਆ ਪੀਟਰਕਿਨ, ਕਿਤਾਬਾਂ ਪੜ੍ਹਨ ਦਾ ਕਿੰਨਾ ਲਾਭ ਹੈ। ਇਹ ਕਹਿ ਕੇ ਉਹ ਤਾਂ ਭਾਵੇਂ ਇੱਕ ਬੰਨੇ 'ਤੇ ਹੋ ਕੇ ਲੇਟ ਗਿਆ ਤੇ ਅਸੀਂ ਦੋਵੇਂ ਉਸ ਰੁੱਖ ਦਾ ਮੁਆਇਨਾ ਕਰਨ ਲੱਗ ਪਏ। ਇਸ ਦੇ ਪੱਤੇ ਬੜੇ ਲੰਮੇ ਸਨ ਤੇ ਫਲ ਠੀਪੇ ਵਾਂਗ ਗੋਲ ਸੀ ਤੇ 2-2 ਜਾਂ 3-3 ਦੇ ਗੁੱਛਿਆਂ ਵਿੱਚ ਲੱਗਾ ਹੋਇਆ ਸੀ। ਸਾਨੂੰ ਪਹਾੜੀ ਉੱਪਰ ਚੜ੍ਹਨ ਦੀ ਕਾਹਲ ਸੀ, ਇਸ ਲਈ ਅਸੀਂ ਉਸ ਤੋਂ ਉਹ ਫਲ ਨਾ ਤੋੜਿਆ। ਜਲਦੀ ਹੀ ਅਸੀਂ ਪਹਾੜੀ ਦੀ ਚੋਟੀ 'ਤੇ ਪਹੁੰਚ ਗਏ। ਉੱਪਰ ਚੜ੍ਹ ਕੇ ਸਾਨੂੰ ਪਤਾ ਲੱਗਾ ਕਿ ਇਹ ਸਭ ਤੋਂ ਉੱਚੀ ਪਹਾੜੀ ਨਹੀਂ, ਬਲਕਿ ਦੂਰ ਇਸ ਤੋਂ ਵੀ ਉੱਚੀ ਇੱਕ ਹੋਰ ਪਹਾੜੀ ਹੈ। ਸਾਡੇ ਅਤੇ ਉਸ ਪਹਾੜੀ ਦੇ ਵਿਚਕਾਰ ਇੱਕ ਵਿਸ਼ਾਲ ਘਾਟੀ ਸੀ, ਜਿਸ ਵਿੱਚ ਅਨੇਕ ਪ੍ਰਕਾਰ ਦੇ ਫਲਦਾਰ ਰੁੱਖ ਲੱਗੇ ਹੋਏ ਸਨ। ਅਸੀਂ ਘਾਟੀ ਥੱਲੇ ਉਤਰ ਕੇ ਪਰਲੀ ਪਹਾੜੀ 'ਤੇ ਚੜ੍ਹ ਗਏ। ਉਹ ਸਮੁੰਦਰ ਵਾਲੇ ਪਾਸੇ ਵੱਲ ਢਲਾਣ ਸੀ। ਉੱਥੋਂ ਸ਼ਾਂਤ ਮਹਾਸਾਗਰ ਆਪਣੇ ਪੂਰੀ ਸ਼ਾਨ ਤੇ ਵਿਸਥਾਰ ਵਿੱਚ ਨਜ਼ਰ ਆਉਂਦਾ ਸੀ। ਕੰਢੇ ਦੇ ਨਾਲ ਬੜੇ ਨਿੱਕੇ ਟਾਪੂ ਸਨ, ਜਿੱਥੇ ਵਸੋਂ ਦੇ ਕੋਈ ਵੀ ਚਿੰਨ੍ਹ ਨਜ਼ਰ ਨਹੀਂ ਸਨ ਆਉਂਦੇ। ਇਹ ਸਭ ਕੁਝ ਵੇਖ ਕੇ ਅਸੀਂ ਆਪਣੇ ਟਿਕਾਣੇ ਵੱਲ ਮੁੜ ਆਏ। ਸ਼ਾਰਕ ਨਾਲ ਝੜਪ। ਇਸ ਸਫ਼ਰ ਪਿੱਛੋਂ ਅਸੀਂ ਕਈ ਦਿਨਾਂ ਤੱਕ ਆਪਣੇ ਟਿਕਾਣੇ ਤੋਂ ਜ਼ਿਆਦਾ ਦੂਰ ਜਾਣ ਦੀ ਕੋਸ਼ਿਸ਼ ਨਾ ਕੀਤੀ, ਬਲਕਿ ਆਪਣੇ ਪਹਿਲੇ ਟਿਕਾਣੇ ਨੂੰ ਹੀ ਵੱਧ ਤੋਂ ਵੱਧ ਆਰਾਮਦਾਇਕ ਬਣਾਉਣ ਵਿੱਚ ਤੇ ਆਪਣੇ ਭਵਿੱਖਤ ਨੂੰ ਚੰਗੀ ਤਰ੍ਹਾਂ ਲੰਘਾਉਣ ਬਾਰੇ ਤਰਕੀਬਾਂ ਸੋਚਣ ਵਿੱਚ ਰੁੱਝੇ ਰਹੇ। ਪਹਿਲਾਂ ਤਾਂ ਸਾਨੂੰ ਆਸ ਸੀ ਕਿ ਕਿਸੇ ਨਾ ਕਿਸੇ ਦਿਨ ਕੋਈ ਨਾ ਕੋਈ ਜਹਾਜ਼ ਜ਼ਰੂਰ ਉੱਥੋਂ ਦੀ ਲੰਘੇਗਾ, ਜਿਸ ਵਿੱਚ ਅਸੀਂ ਆਪਣੇ ਪਿਆਰੇ ਦੇਸ਼ ਨੂੰ ਮੁੜ ਸਕਾਂਗੇ। ਪਰ ਜਦ ਸਾਡੀ ਇਹ ਆਸ ਪੂਰੀ ਨਾ ਹੋਈ ਤਾਂ ਅਸੀਂ ਸੋਚਿਆ ਕਿ ਇੱਥੋਂ ਸਾਡਾ ਜਲਦੀ ਛੁਟਕਾਰਾ ਨਹੀਂ ਹੋਣ ਲੱਗਾ। ਇਸ ਲਈ ਅਸੀਂ ਇਹ ਹੀ ਚੰਗਾ ਸਮਝਿਆ ਕਿ ਜਿੰਨਾ ਚਿਰ ਇੱਥੇ ਰਹਿਣਾ ਪਵੇ, ਖੂਬ ਮੌਜ ਵਿੱਚ ਰਿਹਾ ਜਾਏ। ਇਹਨਾਂ ਦਿਨਾਂ ਵਿੱਚ ਜੈਕ ਨੇ ਚੱਪੂ ਤੋਂ ਲੱਥੇ ਲੋਹੇ ਦੇ ਟੁਕੜੇ ਤੋਂ ਇੱਕ ਬੜਾ ਸ਼ਾਨਦਾਰ ਛੁਰਾ ਬਣਾ ਲਿਆ। ਇੱਕ ਦਿਨ ਸਮੁੰਦਰ ਦੇ ਕੰਢੇ ਤੋਂ, ਜਿੱਥੇ ਪੀਟਰਕਿਨ ਰੋਜ਼ ਮੱਛੀਆਂ ਪਕੜਨ ਜਾਂਦਾ ਹੁੰਦਾ ਸੀ, ਉਹ ਬੜੀ ਕਾਲੀ ਮੁੜਿਆ ਆਉਂਦਿਆਂ ਦਿਸਿਆ। ਉਹ ਕਹਿਣ ਲੱਗਾ, ਕੰਢੇ ਲਾਗੇ ਤਾਂ ਮੱਛੀਆਂ ਬਹੁਤ ਘੱਟ ਨੇ, ਸਾਨੂੰ ਸਮੁੰਦਰ ਵਿੱਚ ਕੁਝ ਦੂਰ ਤੱਕ ਜਾਣਾ ਚਾਹੀਦਾ ਹੈ। ਜੈਕ ਕਹਿਣ ਲੱਗਾ, ਮੇਰਾ ਖਿਆਲ ਹੈ ਕਿ ਜੇ ਇੱਕ ਬੇੜੀ ਬਣਾ ਲਈ ਜਾਏ ਤਾਂ ਇਹ ਮੁਸ਼ਕਿਲ ਹੱਲ ਹੋ ਸਕਦੀ ਹੈ। ਪੀਟਰਕਿਨ ਨੇ ਉੱਤਰ ਦਿੱਤਾ, ਬੇੜੀ ਨੂੰ ਤਾਂ ਬਹੁਤ ਚਿਰ ਲੱਗੇਗਾ, ਮੈਂ ਤਾਂ ਅੱਜ ਹੀ ਜਾਣਾ ਚਾਹੁੰਦਾ ਹਾਂ। ਜੈਕ ਫਿਰ ਕੁਝ ਚਿਰ ਸੋਚ ਕੇ ਕਹਿਣ ਲੱਗਾ, ਗੱਲ ਬਣ ਗਈ ਹੈ। ਅਸੀਂ ਇੱਕ ਵੱਡਾ ਸਾਰਾ ਰੁੱਖ ਕੱਟ ਲੈਂਦੇ ਹਾਂ ਤੇ ਉਹਨੂੰ ਪਾਣੀ ਵਿੱਚ ਠੇਲ ਦਿੰਦੇ ਹਾਂ। ਉਸ 'ਤੇ ਚੜ੍ਹ ਕੇ ਅਸੀਂ ਦੂਰ ਸਮੁੰਦਰ ਵਿੱਚ ਜਾ ਸਕਾਂਗੇ ਤੇ ਖੂਬ ਮੱਛੀਆਂ ਫੜਾਂਗੇ। ਅਸੀਂ ਇਸੇ ਤਰ੍ਹਾਂ ਹੀ ਕੀਤਾ। ਇੱਕ ਦਿਨ ਦੀ ਮਿਹਨਤ ਨਾਲ ਅਸੀਂ ਆਪਣੇ ਇੱਕ ਮੋਟੇ ਸਾਰੇ ਰੁੱਖ ਦਾ ਤਨਾ ਕੱਟਿਆ, 2-2 ਚੱਪੂ ਬਣਾਏ ਤੇ ਗੇਲੀ ਨੂੰ ਧੱਕ ਕੇ ਸਮੁੰਦਰ ਵਿੱਚ ਠੇਲ ਦਿੱਤਾ। ਫਿਰ ਅਸੀਂ ਤਿੰਨੇ ਜਣੇ ਚੱਪੂ ਹੱਥ ਵਿੱਚ ਪਕੜ ਕੇ ਤੇ ਉਸ ਗੇਲੀ 'ਤੇ ਚੜ੍ਹ ਕੇ ਸਮੁੰਦਰ ਵਿੱਚ ਕਾਫੀ ਦੂਰ ਤੱਕ ਨਿਕਲ ਗਏ। ਪੀਟਰਕਿਨ ਨੇ ਕਾਂਟਾ ਸੁੱਟਿਆ, ਇੱਕ ਮੱਛੀ ਨੇ ਉਹਨੂੰ ਮੂੰਹ ਵਿੱਚ ਪਾ ਲਿਆ, ਪਰ ਉਹ ਜਦ ਕਾਂਟੇ ਨੂੰ ਖਿੱਚਣ ਲੱਗਾ ਤਾਂ ਮੱਛੀ ਨੇ ਮੂੰਹ ਖੋਲ੍ਹ ਦਿੱਤਾ ਤੇ ਉਹ ਉਹਦੇ ਕਾਬੂ ਨਾ ਆ ਸਕੀ। ਪਰ ਫਿਰ ਅਚਾਨਕ ਹੀ ਪਿੱਛੋਂ ਇੱਕ ਹੋਰ ਵੱਡੀ ਸਾਰੀ ਮੱਛੀ ਸਾਡੇ ਕਾਬੂ ਆ ਹੀ ਗਈ। ਥੋੜ੍ਹੇ ਚਿਰ ਪਿੱਛੋਂ ਕੁਝ ਅਸੀਂ ਦੂਰ ਪਾਣੀ ਵਿੱਚ ਥੋੜ੍ਹੀ ਜਿਹੀ ਹਲਚਲ ਮਹਿਸੂਸ ਕੀਤੀ। ਅਸੀਂ ਬੜੇ ਖੁਸ਼ ਹੋਏ ਕਿ ਇੱਕ ਵੱਡੀ ਸਾਰੀ ਮੱਛੀ ਸਾਡੇ ਕਾਬੂ ਆਏਗੀ। ਪਰ ਜੈਕ ਨੇ ਘਬਰਾ ਕੇ ਕਿਹਾ, ਜਲਦੀ ਕਰੋ,
ਫੜੋ ਆਪੋ ਆਪਣੇ ਚੱਪੂ, ਇਹ ਆਦਮਖੋਰ ਮੱਛੀ ਹੈ, ਇਹਨੂੰ ਸ਼ਾਰਕ ਕਹਿੰਦੇ ਨੇ। ਸ਼ਿਕਾਰ ਕਰਦਿਆਂ ਕਿਤੇ ਅਸੀਂ ਆਪਣਾ ਹੀ ਇਹਦਾ ਸ਼ਿਕਾਰ ਨਾ ਹੋ ਜਾਈਏ। ਡਰ ਨਾਲ ਸਾਡਾ ਤਰਾਹ ਨਿਕਲ ਗਿਆ। ਗੇਲੀ ਤੋਂ ਲਟਕ ਰਹੀਆਂ ਆਪਣੀਆਂ ਲੱਤਾਂ ਅਸੀਂ ਪਾਣੀ ਵਿੱਚੋਂ ਬਾਹਰ ਨਹੀਂ ਸਾਂ ਕੱਢ ਸਕਦੇ, ਕਿਉਂਕਿ ਇਸ ਨਾਲ ਸਾਡੇ ਪਾਣੀ ਵਿੱਚ ਉਲਟ ਜਾਣ ਦਾ ਖਤਰਾ ਸੀ। ਅਸੀਂ ਸਭ ਨੇ ਪੂਰਾ ਤਾਣ ਲਾ ਕੇ ਚੱਪੂ ਮਾਰੇ। ਕੰਡਾ ਦੂਰ ਸੀ ਤੇ ਗੇਲੀ ਭਾਰੀ ਸੀ, ਇਸ ਲਈ ਉਹਦੀ ਚਾਲ ਬੜੀ ਮਿੱਠੀ ਸੀ। ਉਹ ਸ਼ਾਰਕ ਨਾਲ ਬੜੀ ਤੇਜ਼ੀ ਨਾਲ ਸਾਡਾ ਪਿੱਛਾ ਕਰ ਰਹੀ, ਪਾਣੀ ਵਿੱਚ ਸਾਫ਼ ਨਜ਼ਰ ਆ ਰਹੀ ਸੀ। ਜਲਦੀ ਹੀ ਉਹ ਸਾਡੇ ਨੇੜੇ ਅੱਪੜ ਗਈ ਤੇ ਉਹ ਸਾਡੀ ਗੇਲੀ ਨੂੰ ਥੱਲਿਓਂ ਜ਼ੋਰ ਨਾਲ ਉੱਪਰ ਵੱਲ ਉਠਾ ਲਿਆ। ਅਸੀਂ ਪਾਣੀ ਵਿੱਚ ਵਾਹੋ ਦਾਹੀ ਚੱਪੂ ਮਾਰਨੇ ਸ਼ੁਰੂ ਕਰ ਦਿੱਤੇ। ਇਸ ਨਾਲ ਉਹ ਕੁਝ ਡਰ ਗਈ, ਪਰ ਥੋੜ੍ਹੀ ਦੂਰ ਜਾ ਕੇ ਉਹ ਫਿਰ ਹਮਲਾ ਕਰਨ ਲਈ ਸਾਡੇ ਵੱਲ ਮੁੜ ਆਈ। ਜੈਕ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ਇਹ ਪਹਿਲਾਂ ਫੜੀ ਹੋਈ ਮੱਛੀ ਦਬਾ ਉਹਦੀ ਵੱਲ ਸੁੱਟ ਦਿਓ, ਸ਼ਾਇਦ ਉਹਦੇ ਲਾਲਚ ਵਿੱਚ ਆ ਕੇ ਸਾਡਾ ਪਿੱਛਾ ਕਰਨਾ ਛੱਡ ਦੇਵੇ। ਪੀਟਰਕਿਨ ਨੇ ਦਬਾ ਪਹਿਲੀ ਮੱਛੀ ਗੇਲੀ ਨਾਲ ਖੋਲ ਕੇ ਸ਼ਾਰਕ ਵੱਲ ਵਗਾਹ ਮਾਰੀ। ਉਹਨੂੰ ਵੇਖਦਿਆਂ ਹੀ ਉਹਨੇ ਸਾਡਾ ਪਿੱਛਾ ਕਰਨਾ ਛੱਡ ਦਿੱਤਾ। ਉਹ ਮੱਛੀ ਨੂੰ ਹੜਪ ਕਰਕੇ ਪਾਣੀ ਵਿੱਚ ਅਲੋਪ ਹੋ ਗਈ, ਪਰ 2-4 ਮਿੰਟਾਂ ਪਿੱਛੋਂ ਉਹਨੂੰ ਫੇਰ ਸਾਡੇ ਮਗਰ ਆ ਪਈ। ਜੈਕ ਨੇ ਜ਼ੋਰ ਦੀ ਕਿਹਾ, ਪੀਟਰਕਿਨ ਤੇ ਰਾਲਫ, ਤੁਸੀਂ ਕੇਵਲ ਇਹੀ ਕਰਿਓ ਕਿ ਗੇਲੀ ਜ਼ਰਾ ਨਾ ਘੁੰਮੇ, ਬਾਕੀ ਮੈਂ ਆਪੇ ਸਾਂਭ ਲਊਂ। ਅਸੀਂ ਇਸ ਕੰਮ ਵਿੱਚ ਰੁੱਝ ਗਏ। ਕੁਝ ਚਿਰ ਪਿੱਛੋਂ ਮੈਂ ਪਿਛਾਂਹ ਮੁੜ ਕੇ ਵੇਖਿਆ। ਜੈਕ ਨੇ ਆਪਣਾ ਚੱਪੂ ਉੱਪਰ ਵੱਲ ਚੁੱਕਿਆ ਹੋਇਆ ਸੀ ਤੇ ਬੜੇ ਗੌਰ ਨਾਲ ਥੱਲੇ ਪਾਣੀ ਵੱਲ ਵੇਖ ਰਿਹਾ ਸੀ। ਉੱਧਰ ਸ਼ਾਰਕ ਬੜੀ ਤੇਜ਼ੀ ਨਾਲ ਉਹਦੀਆਂ ਲੱਤਾਂ ਵੱਲ ਵੱਧ ਰਹੀ ਸੀ। ਮੇਰੀ ਡਰ ਨਾਲ ਚਾਂਗਰ ਨਿਕਲ ਗਈ, ਪਰ ਜੈਕ ਨੇ ਦਬਾ ਆਪਣੀਆਂ ਲੱਤਾਂ ਨੂੰ ਉੱਪਰ ਵੱਲ ਚੁੱਕ ਲਿਆ। ਸ਼ਾਰਕ ਨੇ ਆਪਣਾ ਮੂੰਹ ਚੌੜ ਚੁਪੱਟ ਖੋਲ੍ਹਿਆ। ਜੈਕ ਨੇ ਬਿਜਲੀ ਦੀ ਤੇਜ਼ੀ ਨਾਲ ਆਪਣਾ ਚੱਪੂ ਉਹਦੇ ਮੂੰਹ ਵਿੱਚ ਤੁੰਨ ਦਿੱਤਾ। ਜੈਕ ਨੂੰ ਇਹ ਕੰਮ ਇਤਨਾ ਜ਼ੋਰ ਲਾ ਕੇ ਕਰਨਾ ਪਿਆ ਕਿ ਉਹ ਗੇਲੀ 'ਤੇ ਚੜ੍ਹ ਕੇ ਖੜੋ ਗਿਆ। ਇਸ ਨਾਲ ਗੇਲੀ ਪਾਣੀ ਵਿੱਚ ਘੁੰਮ ਗਈ ਤੇ ਅਸੀਂ ਸਾਰੇ ਜਣੇ ਪਾਣੀ ਵਿੱਚ ਜਾ ਪਏ, ਪਰ ਜਲਦੀ ਹੀ ਅਸੀਂ ਵਾਹੋ ਦਾਈ ਹੱਥ ਪੈਰ ਮਾਰ ਕੇ ਬਾਹਰ ਨਿਕਲ ਆਏ। ਜੈਕ ਕਹਿਣ ਲੱਗਾ, ਜਲਦੀ ਕਰੋ, ਤੜਕੇ ਕੰਢੇ 'ਤੇ ਪਹੁੰਚ ਜਾਈਏ। ਪੀਟਰਕਿਨ, ਤੂੰ ਮੈਨੂੰ ਕਾਲਰ ਤੋਂ ਫੜ ਕੇ ਖਿੱਚੀ। ਪੀਟਰਕਿਨ ਨੇ ਇੰਝ ਹੀ ਕੀਤਾ ਤੇ ਜੈਕ ਨੂੰ ਨਾਲ ਹੀ ਧੂ ਕੇ ਕੰਢੇ ਵੱਲ ਲੈ ਗਿਆ। ਇੱਥੇ ਪਾਣੀ ਇਤਨਾ ਡੂੰਘਾ ਨਹੀਂ ਸੀ ਕਿ ਸ਼ਾਰਕ ਉਹਦਾ ਪਿੱਛਾ ਕਰ ਸਕਦੀ। ਅਸੀਂ ਬਹੁਤ ਥੱਕੇ ਸਾਂ, ਫਿਰ ਵੀ ਅਸੀਂ ਖੁਸ਼ ਸਾਂ ਕਿ ਅਸੀਂ ਮੌਤ ਦੇ ਮੂੰਹੋਂ ਵਾਲ ਬਚ ਗਏ ਹਾਂ। ਜ਼ਮੀਨ ਦੋਸਤ ਕੁੰਦਰ। ਜਿਸ ਦਿਨ ਤੋਂ ਸਾਡਾ ਸ਼ਾਰਕ ਨਾਲ ਟੱਕਰਾ ਹੋਇਆ ਸੀ, ਅਸੀਂ ਸਮੁੰਦਰ ਵਿੱਚ ਦੂਰ ਜਾਣਾ ਛੱਡ ਦਿੱਤਾ। ਅਸੀਂ ਸਵੇਰੇ ਇਸ਼ਨਾਨ ਲਈ ਸਮੁੰਦਰ ਦੇ ਕੰਢੇ ਦੇ ਲਾਗੇ ਹੀ ਰਹਿੰਦੇ ਸਾਂ। ਸਾਨੂੰ ਇਸ ਗੱਲ ਦਾ ਖਾਸ ਅਫਸੋਸ ਲੱਗਾ ਕਿ ਅਸੀਂ ਸਮੁੰਦਰ ਵਿੱਚ ਚੁੱਭੀ ਮਾਰ ਕੇ ਉਹਦੀ ਤਹਿ ਥੱਲੇ ਰੰਗ ਬਰੰਗੇ ਮੂੰਗੇ ਤੇ ਰੰਗ ਬਰੰਗੀਆਂ ਮੱਛੀਆਂ ਨੂੰ ਨਹੀਂ ਵੇਖ ਸਕਦੇ। ਮੈਂ ਤੇ ਜੈਕ ਬੜੇ ਪੱਕੇ ਗੋਤਾਬਾਜ਼ ਬਣ ਚੁੱਕੇ ਸਾਂ, ਇਸ ਲਈ ਫਿਰ ਵੀ ਕਦੀ ਆਨੰਦ ਮਾਣਨ ਲਈ ਗੋਤਾ ਮਾਰ ਕੇ ਤਹਿ 'ਤੇ ਪਈਆਂ ਕੋਰਲ ਦੀਆਂ ਚਟਾਨਾਂ 'ਤੇ ਜਾ ਕੇ ਬੈਠ ਜਾਂਦੇ ਸਾਂ ਤੇ ਸਮੁੰਦਰ ਦੀ ਤਹਿ 'ਤੇ ਖਿਲਰੀ ਸੁੰਦਰਤਾ ਨੂੰ ਜਾ ਵੇਖਦੇ ਸਾਂ। ਪਰ ਪੀਟਰਕਿਨ ਵਿਚਾਰੇ ਨੂੰ ਤਰਨਾ ਨਹੀਂ ਸੀ ਆਉਂਦਾ। ਉਹ ਪਾਣੀ ਤੋਂ ਬੜਾ ਡਰਦਾ ਸੀ। ਕਈ ਵਾਰੀ ਅਸੀਂ ਉਹਨੂੰ ਜ਼ਬਰਦਸਤੀ ਪਕੜ ਕੇ 2-3 ਗਜ਼ ਪਾਣੀ ਵਿੱਚ ਥੱਲੇ ਲੈ ਜਾਂਦੇ ਸਾਂ, ਪਰ ਉਹ ਇਤਨਾ ਘਬਰਾਉਂਦਾ ਸੀ ਕਿ ਉਹਨੂੰ ਛੱਡ ਦੇਣਾ ਪੈਂਦਾ ਸੀ। ਇਸ ਗੱਲ ਦਾ ਸਾਨੂੰ ਬੜਾ ਅਫਸੋਸ ਸੀ ਕਿ ਪੀਟਰਕਿਨ ਇਤਨੇ ਸੁੰਦਰ ਦ੍ਰਿਸ਼ਾਂ ਨੂੰ ਵੇਖਣ ਤੋਂ ਵਾਂਝਿਆ ਹੋਇਆ ਹੈ। ਆਖਰ ਅਸੀਂ ਐਸੀ ਥਾਂ ਲੱਭੀ ਜਿੱਥੇ ਪਾਣੀ ਬਹੁਤ ਡੂੰਘਾ ਸੀ ਤੇ ਉਹ 4 ਚੁਫੇਰਿਓਂ ਚਟਾਨਾਂ ਨਾਲ ਘਿਰੀ ਹੋਈ ਸੀ। ਇਸ ਲਈ ਉੱਥੇ ਸ਼ਾਰਕ 'ਤੇ ਪਹੁੰਚਣ ਦੀ ਕੋਈ ਸੰਭਾਵਨਾ ਨਹੀਂ ਸੀ। ਇਹ ਥਾਂ ਸਾਡੇ ਘਰ ਤੋਂ ਕੋਈ 10 ਮਿੰਟ ਦੀ ਦੂਰੀ 'ਤੇ ਸੀ। ਇਹ ਇੱਕ ਨਿੱਕੀ ਜਿਹੀ ਪਰ ਡੂੰਘੀ ਖਾੜੀ ਦੇ ਰੂਪ ਵਿੱਚ ਸੀ। ਅਸੀਂ ਇਸ ਖਾੜੀ ਦਾ ਨਾਂ ਜਲ ਬਗੀਚਾ ਰੱਖਿਆ। ਇੱਥੇ ਪਾਣੀ ਬਹੁਤ ਸਾਫ਼ ਸੀ ਤੇ ਅਨੇਕ ਕਿਸਮ ਦੇ ਸਮੁੰਦਰੀ ਪੌਦਿਆਂ ਨਾਲ ਭਰੀ ਪਈ ਸੀ। ਇੱਥੇ ਇੱਕ ਚਟਾਨ ਸੀ ਜੋ ਪਾਣੀ 'ਤੇ ਉਲਰੀ ਹੋਈ ਸੀ। ਅਸੀਂ ਇਸ ਤੋਂ ਛਾਲਾਂ ਮਾਰ ਕੇ ਪਾਣੀ ਵਿੱਚ ਚੁੱਭੀ ਮਾਰਦੇ ਸਾਂ ਤੇ ਪੀਟਰਕਿਨ ਉੱਪਰ ਬੈਠਾ ਹੀ ਪਾਣੀ ਵਿੱਚ ਸਾਡੇ ਕਰਤੱਵ ਵੇਖ ਸਕਦਾ ਸੀ। ਨਹਾਉਣ ਲਈ ਇਹ ਥਾਂ ਲੱਭ ਕੇ ਅਸੀਂ ਸਲਾਹ ਕੀਤੀ ਕਿ ਟਾਪੂ ਦੇ ਗਿਰਦ ਇੱਕ ਪੂਰਾ ਚੱਕਰ ਕੱਟਿਆ ਜਾਏ। ਇੱਕ ਤਾਂ ਇਸ ਲਈ ਕਿ ਸ਼ਾਇਦ ਸਾਨੂੰ ਰਹਿਣ ਲਈ ਕੋਈ ਹੋਰ ਚੰਗੀ ਥਾਂ ਮਿਲ ਜਾਏ, ਦੂਜੇ ਉੱਥੋਂ ਕੋਈ ਹੋਰ ਨਵੀਂ ਤੇ ਲਾਭਦਾਇਕ ਵਸਤੂ ਮਿਲ ਜਾਏ। ਜੈਕ ਨੇ ਸਲਾਹ ਦਿੱਤੀ, ਹਰ ਕਿਸਮ ਦੇ ਖਤਰਿਆਂ ਤੋਂ ਜੋ ਇਸ ਸਫ਼ਰ ਵਿੱਚ ਆ ਸਕਦੇ ਨੇ, ਸਾਨੂੰ ਪੂਰੀ ਤਰ੍ਹਾਂ ਤਿਆਰ ਹੋ ਕੇ ਤੁਰਨਾ ਚਾਹੀਦਾ ਹੈ। ਭਾਵੇਂ ਨਾਰੀਅਲ ਤੇ ਝੀਂਗਾ ਮੱਛੀ ਖਾਣ ਲਈ ਚੰਗੀਆਂ ਵਸਤਾਂ ਨੇ, ਪਰ ਫਿਰ ਵੀ ਕਦੀ ਜੰਗਲੀ ਜਾਨਵਰਾਂ ਦੇ ਮਾਸ ਨਾਲ ਖੁਰਾਕ ਵਿੱਚ ਜ਼ਰਾ ਤਬਦੀਲੀ ਆ ਜਾਂਦੀ ਹੈ। ਇਸ ਲਈ ਜਾਣ ਤੋਂ ਪਹਿਲਾਂ ਸਾਨੂੰ ਤੀਰ ਕਮਾਨ ਬਣਾ ਲੈਣੇ ਚਾਹੀਦੇ ਨੇ। ਸਭ ਨੂੰ ਇਹ ਸਲਾਹ ਪਸੰਦ ਆਈ। ਜੈਕ ਹਰ ਕੰਮ ਵਿੱਚ ਮੁਹਾਰਤ ਰੱਖਦਾ ਸੀ। ਦਬ ਕਮਾਨ ਤਿਆਰ ਕਰਨ ਵਿੱਚ ਜੁਟ ਗਿਆ। ਭਾਵੇਂ ਸ਼ਾਮ ਪੈ ਚੁੱਕੀ ਸੀ, ਪਰ ਅਸੀਂ ਸਾਰੇ ਜਣੇ ਅੱਗ ਦੀ ਰੋਸ਼ਨੀ ਵਿੱਚ ਵੀ ਕੰਮ ਕਰਦੇ ਰਹੇ। ਜੈਕ ਆਪਣੇ ਲਈ ਇੱਕ ਕਮਾਨ ਬਣਾਉਣ ਵਿੱਚ ਰੁੱਝ ਗਿਆ। ਪੀਟਰਕਿਨ ਨੇ ਇੱਕ 12 ਫੁੱਟ ਲੰਮੀ ਟਾਹਣ ਨੂੰ ਇੱਕ ਪਾਸਿਓਂ ਤਿੱਖੀ ਕਰਕੇ ਨੇਜ਼ਾ ਬਣਾ ਲਿਆ। ਮੈਂ ਆਪਣੇ ਲਈ ਰੱਸੀ ਤੇ ਕੱਪੜਾ ਲੈ ਕੇ ਇੱਕ ਗੁਲੇਲਾ ਬਣਾਉਣ ਲੱਗ ਪਿਆ। ਅਸੀਂ ਚੁੱਪਚਾਪ ਬੈਠੇ ਆਪਣਾ ਕੰਮ ਕਰ ਰਹੇ ਸਾਂ ਕਿ ਅਚਾਨਕ ਬਹੁਤ ਦੂਰੋਂ ਇੱਕ ਬੜੀ ਡਰਾਉਣੀ ਆਵਾਜ਼ ਸਾਡੇ ਕੰਨੀ ਪਈ। ਅਸੀਂ ਤਿੰਨੇ ਜਣੇ ਦੌੜ ਕੇ ਬਾਹਰ ਸਮੁੰਦਰ ਦੇ ਕੰਢੇ ਵੱਲ ਗਏ ਤੇ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ।
ਉਹ ਆਵਾਜ਼ ਦੂਜੀ ਵਾਰ ਫਿਰ ਸੁਣਾਈ ਦਿੱਤੀ। ਚੰਦ ਚੜ੍ਹ ਚੁੱਕਾ ਸੀ ਤੇ ਸਾਡੀ ਨਜ਼ਰ ਕਾਫੀ ਦੂਰ ਤੱਕ ਪਹੁੰਚ ਚੁੱਕਦੀ ਸੀ। ਥੋੜ੍ਹਾ ਚਿਰ ਅਸੀਂ ਹੋਰ ਸੁਣਦੇ ਰਹੇ। ਜਦੋਂ ਫਿਰ ਵੀ ਸੁਣਾਈ ਨਾ ਦਿੱਤੀ ਤਾਂ ਅਸੀਂ ਵਾਪਸ ਆਪਣੇ ਟਿਕਾਣੇ 'ਤੇ ਪਹੁੰਚ ਗਏ ਤੇ ਮੁੜ ਆਪਣੇ ਕੰਮ ਵਿੱਚ ਲੱਗ ਗਏ। ਪੀਟਰ ਮੈਨੂੰ ਕਹਿਣ ਲੱਗਾ ਕਿ ਤੈਨੂੰ ਭੂਤ ਚੁੜੇਲਾਂ ਵਿੱਚ ਯਕੀਨ ਹੈ? ਮੈਂ ਕਿਹਾ ਬਿਲਕੁਲ ਨਹੀਂ, ਪਰ ਰਾਤ ਵੇਲੇ ਇਹੋ ਜਿਹੀ ਡਰਾਉਣੀ ਗੱਲ ਸੁਣ ਕੇ ਮੈਨੂੰ ਘਬਰਾਹਟ ਜ਼ਰੂਰ ਹੋ ਗਈ ਹੈ। ਪੀਟਰ ਨੇ ਜੈਕ ਨੂੰ ਪੁੱਛਿਆ, ਤੇਰਾ ਕੀ ਖਿਆਲ ਹੈ ਜੈਕ? ਜੈਕ ਨੇ ਉੱਤਰ ਦਿੱਤਾ, ਨਾ ਹੀ ਮੈਨੂੰ ਭੂਤ ਚੁੜੇਲਾਂ ਵਿੱਚ ਯਕੀਨ ਹੈ ਤੇ ਨਾ ਹੀ ਮੈਂ ਕਿਸੇ ਤੋਂ ਡਰਦਾ ਹਾਂ। ਭੂਤ ਚੁੜੇਲਾਂ ਮਨ ਦੇ ਡਰ ਦੇ ਵੱਖਰੋ ਵੱਖਰੇ ਰੂਪ ਨੇ। ਇਸ ਆਵਾਜ਼ ਬਾਰੇ ਤੁਸੀਂ ਫਿਕਰ ਨਾ ਕਰੋ, ਮੈਂ ਹੁਣੇ ਹੀ ਪਤਾ ਕਰ ਲੈਣਾ ਹੈ। ਜੇ ਉਹ ਭੂਤ ਹੋਇਆ ਤਾਂ ਕਿ ਉਹ ਉਹਨੂੰ ਹੜੱਪ ਕਰ ਲਏਗਾ? ਪੀਟਰ ਨੇ ਪੁੱਛਿਆ। ਹਾਂ, ਕਿਉਂ ਨਹੀਂ, ਜੈਕ ਨੇ ਉੱਤਰ ਦਿੱਤਾ। ਕਿਆ ਚਲੋ ਹੁਣ ਸੌਣ ਦਾ ਵੇਲਾ ਹੈ, ਸਵੇਰ ਉੱਠਣਾ ਵੀ ਹੈ। ਅਗਲੇ ਦਿਨ ਸਵੇਰੇ ਜਦੋਂ ਅਸੀਂ ਉੱਠੇ ਤਾਂ ਜੈਕ ਨੇ ਕਿਹਾ, ਅੱਜ ਦਾ ਦਿਨ ਸਾਨੂੰ ਆਪਣੇ ਹਥਿਆਰਾਂ ਦੀ ਪ੍ਰੈਕਟਿਸ ਵਿੱਚ ਲਾਉਣਾ ਚਾਹੀਦਾ ਹੈ। ਪ੍ਰੈਕਟਿਸ ਬਿਨਾਂ ਹਥਿਆਰ ਫਾਇਦੇ ਦੀ ਥਾਂ ਸਗੋਂ ਨੁਕਸਾਨ ਪਹੁੰਚਾਉਂਦਾ ਹੈ। ਸੋ ਅਸੀਂ ਸਫ਼ਰ ਇੱਕ ਦਿਨ ਅਗਾਂਹ ਪਾ ਦਿੱਤਾ। ਕਮਾਨ ਨੂੰ ਵਰਤਣ 'ਤੇ ਜੈਕ ਨੂੰ ਪਤਾ ਲੱਗਾ ਕਿ ਉਹਦਾ ਕਮਾਨ ਚੰਗੀ ਤਰ੍ਹਾਂ ਮੁੜਦਾ ਨਹੀਂ, ਇਸ ਲਈ ਉਹਨੇ ਇਸ ਨੂੰ ਕੁਝ ਪਤਲਾ ਕੀਤਾ। ਮੇਰਾ ਗੁਲੇਲਾ ਤਾਂ ਠੀਕ ਬਣ ਗਿਆ ਸੀ, ਪਰ ਪ੍ਰੈਕਟਿਸ ਨਾ ਹੋਣ ਕਰਕੇ ਨਿਸ਼ਾਨਾ ਇਤਨਾ ਉੱਕ ਗਿਆ ਕਿ ਪੀਟਰ ਦੀ ਟੋਪੀ ਪੱਥਰ ਨਾਲ ਉਹਦੇ ਸਿਰ ਤੋਂ ਉੱਡ ਗਈ। ਆਖਰ ਸਾਰੇ ਦਿਨ ਦੀ ਪ੍ਰੈਕਟਿਸ ਨਾਲ ਸਾਨੂੰ ਚੰਗੀ ਮੁਹਾਰਤ ਹੋ ਗਈ। ਸਾਡੀ ਇਸ ਕਾਮਯਾਬੀ ਦਾ ਵੱਡਾ ਕਾਰਨ ਇਹ ਸੀ ਕਿ ਅਸੀਂ ਜੈਕ ਨੂੰ ਆਪਣਾ ਕਪਤਾਨ ਬਣਾਇਆ ਹੋਇਆ ਸੀ ਤੇ ਅਸੀਂ ਦੋਵੇਂ ਉਹਦੇ ਹੁਕਮ ਵਿੱਚ ਚੱਲਦੇ ਸਾਂ ਤੇ ਉਹ ਸਾਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਰੱਖਦਾ ਸੀ। ਸੂਰ ਦਾ ਸ਼ਿਕਾਰ। ਅਗਲੇ ਦਿਨ ਅਸੀਂ ਸਵੇਰ ਉੱਠੇ ਤੇ ਨਹਾ ਧੋ ਕੇ ਤਿਆਰ ਹੋ ਗਏ। ਜੈਕ ਨੇ ਮੇਰੇ ਤੇ ਆਪਣੇ ਲੱਕ ਦੁਆਲੇ ਨਾਰੀਅਲ ਦੇ ਕੱਪੜੇ ਦੀ ਪੇਟੀ ਬੰਨ੍ਹ ਲਈ। ਉਸ ਵਿੱਚ ਉਸਨੇ ਇੱਕ ਕੁਹਾੜੀ ਤੇ ਮੈਂ ਇੱਕ ਡੰਡਾ ਲਟਕਾ ਲਿਆ। ਇਹ ਚੀਜ਼ਾਂ ਜੰਗਲੀ ਜਾਨਵਰ ਦੇ ਅਚਾਨਕ ਹਮਲੇ ਵੇਲੇ ਬਚਾਅ ਲਈ ਬਹੁਤ ਜ਼ਰੂਰੀ ਸਨ। ਖਾਣ ਪੀਣ ਲਈ ਅਸੀਂ ਕੁਝ ਨਾ ਲਿਆ ਕਿਉਂਕਿ ਉੱਥੇ ਤਾਂ ਹਰ ਥਾਂ ਨਾਰੀਅਲ ਮਿਲ ਜਾਂਦੇ ਸਨ। ਅਸੀਂ ਰੱਬ ਦਾ ਨਾਂ ਲੈ ਕੇ ਤੁਰ ਪਏ। ਤੁਰਦੇ ਅਸੀਂ ਟੀਲੇ ਟਿੱਬੇ ਟੱਪਦੇ ਹੋਏ ਇੱਕ ਪਹਾੜੀ ਲੰਘ ਕੇ ਉਸ ਘਾਟੀ ਵਿੱਚ ਪਹੁੰਚ ਗਏ ਜੋ ਅਸੀਂ 2-3 ਦਿਨ ਪਹਿਲਾਂ ਵੇਖੀ ਸੀ। ਅਚਾਨਕ ਸਾਨੂੰ ਉੱਥੋਂ ਧਰਤੀ ਵਿੱਚੋਂ ਇੱਕ ਜ਼ੋਰਦਾਰ ਫੁਹਾਰਾ ਨਿਕਲਦਾ ਦਿਖਿਆ। ਇਹ ਥਾਂ ਸਮੁੰਦਰ ਤੋਂ ਕਾਫੀ ਦੂਰ ਸੀ, ਇਸ ਲਈ ਇਹਨੂੰ ਵੇਖ ਕੇ ਅਸੀਂ ਬੜੇ ਹੈਰਾਨ ਹੋਏ ਕਿ ਇਸ ਦਾ ਕਾਰਨ ਕੀ ਹੈ। ਜਦ ਅਸੀਂ ਨੇੜੇ ਗਏ ਤਾਂ ਫੁਹਾਰਾ ਬੰਦ ਹੋ ਚੁੱਕਾ ਸੀ, ਪਰ ਉਸ ਥਾਂ ਲਾਗੇ ਜਿੱਥੇ ਮੈਂ ਤੇ ਜੈਕ ਖੜੇ ਸਾਂ ਬੜੇ ਜ਼ੋਰ ਨਾਲ ਜ਼ਮੀਨ ਫਟੀ ਤੇ ਭਾਪ ਦਾ ਇੱਕ ਹੋਰ ਫੁਹਾਰਾ ਨਿਕਲਿਆ। ਅਸੀਂ ਘਬਰਾ ਕੇ ਜਲਦੀ ਨਾਲ ਇੱਕ ਬੰਨੇ ਹੋ ਕੇ ਉਸ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਭਿੱਜਣੋਂ ਨਾ ਰਹਿ ਸਕੇ। ਸਾਨੂੰ ਇਸ ਦਸ਼ਾ ਵਿੱਚ ਵੇਖ ਕੇ ਪੀਟਰ ਨੇ ਬਹੁਤ ਹੱਸਿਆ। ਅਸੀਂ ਹੈਰਾਨ ਸਾਂ ਕਿ ਹੁਣ ਫਿਰ ਉਹ ਫੁਹਾਰਾ ਕਿੱਥੋਂ ਨਿਕਲੇਗਾ। ਅਚਾਨਕ ਫਿਰ ਇੱਕ ਧਮਾਕਾ ਹੋਇਆ ਤੇ ਪੀਟਰ ਦੀਆਂ ਲੱਤਾਂ ਥੱਲਿਓਂ ਇੱਕ ਬੱਦਲ ਇਤਨੇ ਜ਼ੋਰ ਦੀ ਫਟ ਕੇ ਨਿਕਲਿਆ ਕਿ ਪੀਟਰ ਕਿੰਨੀ ਦੂਰ ਉੱਪਰ ਵੱਲ ਉੱਠ ਗਿਆ ਤੇ ਫਿਰ ਤੜੈਂ ਕਰਦਾ ਹੋਇਆ ਥੱਲੇ ਆ ਡਿੱਗਾ। ਸਾਡਾ ਖਿਆਲ ਸੀ ਕਿ ਉਹਦੀ ਕੋਈ ਨਾ ਕੋਈ ਹੱਡੀ ਜ਼ਰੂਰ ਟੁੱਟ ਗਈ ਹੋਣੀ ਹੈ। ਅਸੀਂ ਘਬਰਾ ਕੇ ਉਹਦੀ ਵੱਲ ਦੌੜੇ, ਪਰ ਚੰਗੇ ਭਾਗਾਂ ਨੂੰ ਉਹ ਇੱਕ ਸੰਘਣੀ ਝਾੜੀ ਉੱਪਰ ਡਿੱਗਾ ਸੀ, ਇਸ ਲਈ ਉਹਦਾ ਬਚਾਅ ਹੋ ਗਿਆ ਸੀ। ਇਹ ਵੇਖ ਕੇ ਅਸੀਂ ਖਿੜਖਿੜਾ ਕੇ ਹੱਸ ਪਏ, ਇਸ ਡਰ ਦੇ ਮਾਰੇ ਕਿ ਲਾਗਿਓ ਹੀ ਕਿਤੇ ਹੋਰ ਜ਼ਮੀਨ ਨਾ ਫਟ ਜਾਏ। ਅਸੀਂ ਉਸ ਥਾਂ ਤੋਂ ਨੱਸਣ ਦੀ ਕੀਤੀ। ਪੀਟਰ ਨੇ ਨਿਮੋ ਝੋਨਾ ਜਿਹਾ ਹੋ ਕੇ ਪੁੱਛਿਆ, ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਜੈਕ ਨੇ ਕਿਹਾ, ਪਹਿਲਾਂ ਅੱਗ ਬਾਲ ਕੇ ਆਪਣੇ ਕੱਪੜੇ ਤਾਂ ਸੁਕਾ ਲਈਏ। ਸੋ ਅੱਗ ਬਾਲ ਕੇ ਅਸੀਂ ਆਪਣੇ ਕੱਪੜੇ ਸੁੱਕਣੇ ਪਾਏ ਤੇ ਉਤਨਾ ਚਿਰ ਤੱਕ ਅਸੀਂ ਦੂਰੋਂ ਭਾਪ ਦੇ ਬੱਦਲਾਂ ਵੱਲ ਵੇਖਦੇ ਰਹੇ। ਹੁਣ ਸਾਨੂੰ ਪਤਾ ਲੱਗਾ ਕਿ ਕਿਨਾਰੇ ਤੋਂ ਲੈ ਕੇ ਟਾਪੂ ਦੇ ਦੂਰ ਅੰਦਰ ਤੱਕ ਇੱਕ ਆਬਦੋਜ਼ ਕੁੰਦਰ ਹੈ, ਜਿਸ ਰਾਹੀਂ ਛੱਲਾਂ ਦੇ ਜ਼ੋਰ ਨਾਲ ਪਾਣੀ ਅੰਦਰ ਆ ਜਾਂਦਾ ਹੈ ਤੇ ਜ਼ਮੀਨ ਵਿੱਚੋਂ ਛੇਕ ਕਰਕੇ ਬਾਹਰ ਨਿਕਲ ਆਉਂਦਾ ਹੈ। ਇਹ ਬੱਦਲਾਂ ਦੀ ਆਵਾਜ਼ ਸਾਨੂੰ ਰਾਤ ਵੇਲੇ ਸੁਣਾਈ ਦਿੰਦੀ ਸੀ। ਰਾਹ ਵਿੱਚ ਅਸੀਂ ਹੋਰ ਕਈ ਜੜੀ ਬੂਟੀਆਂ ਵੇਖੀਆਂ ਜੋ ਸਾਡੇ ਖਾਣ ਪੀਣ ਦੇ ਕੰਮ ਆ ਸਕਦੀਆਂ ਸਨ। ਹੁਣ ਦੁਪਹਿਰ ਹੋ ਚੁੱਕੀ ਸੀ। ਅਸੀਂ ਹੋਰ ਅਗਾਂਹ ਤੁਰ ਪਏ ਤੇ ਇੱਕ ਬਹੁਤ ਵੱਡੀ ਘਾਟੀ ਵਿੱਚ ਪਹੁੰਚੇ ਜੋ ਅਤੀ ਸੁੰਦਰ ਸੀ। ਇੱਥੇ ਕਈ ਕਿਸਮ ਦੇ ਫਲ ਫੁੱਲ ਤੇ ਰੁੱਖ ਉੱਗੇ ਹੋਏ ਸਨ। ਇੱਕ ਰੁੱਖ ਤੋਂ ਜੈਕ ਨੇ ਇੱਕ ਮਜ਼ਬੂਤ ਟਾਹਣ ਲਈ, ਇਸ ਨਾਲ ਉਹਨੇ ਆਪਣੀ ਕੁਹਾੜੀ ਦਾ ਦਸਤਾ ਬਣਾ ਲਿਆ। ਇਸ ਤੋਂ ਸਾਨੂੰ ਇਹ ਵੀ ਤਜਰਬਾ ਹੋ ਗਿਆ ਕਿ ਬੇੜੀ ਬਣਾਉਣ ਲਈ ਲੋੜੀਂਦੀ ਮੋਟਾਈ ਤੇ ਤਖਤੇ ਅਸੀਂ ਇਹਨਾਂ ਰੁੱਖਾਂ ਤੋਂ ਸਹਿਲ ਹੀ ਪ੍ਰਾਪਤ ਕਰ ਸਕਦੇ ਹਾਂ। ਇੱਥੇ ਮੱਛਰ ਬੜੇ ਸਨ। ਉਹਨਾਂ ਤੋਂ ਤੰਗ ਆ ਕੇ ਅਸੀਂ ਕੰਢੇ ਵੱਲ ਤੁਰ ਪਏ। ਰੰਗ ਬਿਰੰਗੇ ਪੰਛੀਆਂ ਦੀਆਂ ਡਾਰਾਂ ਸਾਡੇ ਉੱਪਰੋਂ ਲੰਘ ਰਹੀਆਂ ਸਨ। ਅਸੀਂ ਇਹ ਵੇਖਣ ਲਈ ਕਿ ਉਹ ਖਾਣ ਦੇ ਲਾਇਕ ਹਨ ਕਿ ਨਹੀਂ, ਉਹਨਾਂ ਦਾ ਤੀਰ ਕਮਾਨ ਨਾਲ ਸ਼ਿਕਾਰ ਕਰਨ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਉਹਨਾਂ ਵਿੱਚੋਂ ਇੱਕ ਵੀ ਪੰਛੀ ਸਾਡੇ ਕਾਬੂ ਨਾ ਆਇਆ। ਅਚਾਨਕ ਅਸੀਂ ਟੀਲਾਂ ਦੇ ਝੁੰਡ ਆਪਣੇ ਸਿਰ ਉੱਪਰੋਂ ਲੰਘਦੇ ਵੇਖੇ। ਇਹ ਵੇਖਣ ਲਈ ਕਿ ਉਹ ਕਿੱਥੇ ਜਾ ਬੈਠਦੀਆਂ ਹਨ। ਅਸੀਂ ਉਹਨਾਂ ਦੇ ਮਗਰ ਹੋ ਗਏ। ਆਖਰ ਅਸੀਂ ਇੱਕ ਛੋਟੀ ਜਿਹੀ ਝੀਲ ਕੋਲ ਪਹੁੰਚੇ। ਉੱਥੇ ਅਨੇਕ ਕਿਸਮ ਦੀਆਂ ਬੱਤਕਾਂ ਕਾਈ ਤੇ ਘਾਹ ਖਾ ਰਹੀਆਂ ਸਨ। ਸਾਨੂੰ ਵੇਖਦਿਆਂ ਹੀ ਉਹ ਉੱਡ ਗਈਆਂ। ਅਸੀਂ ਸੋਚਿਆ ਕਿ ਖਾਣ ਲਈ ਕਮ ਅਜ਼ ਕਮ ਬੱਤਕ ਜ਼ਰੂਰ ਅੜੰਬਣੀ ਚਾਹੀਦੀ ਹੈ, ਇਸ ਲਈ ਅਸੀਂ ਸ਼ਿਕਾਰ ਦੇ ਮਗਰ ਲੱਗ ਗਏ ਤੇ ਪੀਟਰ ਨੂੰ ਕੰਢੇ ਤੇ ਅੱਗ ਬਾਲਣ ਲਈ ਕਹਿ ਗਏ।
ਬਥੇਰੀ ਖੱਜਲ ਖੁਆਰੀ ਕੀਤੀ, ਪਰ ਇੱਕ ਬੱਤਖ ਵੀ ਸਾਡੇ ਹੱਥ ਨਾ ਲੱਗੀ। ਅਸੀਂ ਨਿਰਾਸ਼ ਹੋ ਕੇ ਵਾਪਸ ਮੁੜ ਹੀ ਰਹੇ ਸਾਂ ਕਿ ਅਸੀਂ ਇੱਕ ਬਹੁਤ ਵੱਡੇ ਰੁੱਖ ਥੱਲੇ ਕੁਝ 20 ਕੁ ਸੂਰ ਸੁੱਤੇ ਪਏ ਵੇਖੇ। ਜੈਕ ਨੇ ਕਿਹਾ, ਰਾਲਫ ਆਪਣੇ ਗੁਲੇਲੇ ਵਿੱਚ ਇੱਕ ਮੋਟਾ ਸਾਰਾ ਪੱਥਰ ਪਾ ਕੇ ਇਹਨਾਂ ਵਿੱਚੋਂ ਇੱਕ ਨੂੰ ਤਾਂ ਅੜੁੰਬ ਲੈ। ਮੈਂ ਕਿਹਾ, ਮਾਰਨ ਤੋਂ ਪਹਿਲਾਂ ਇਹਨਾਂ ਨੂੰ ਜਗਾ ਦੇਣਾ ਚਾਹੀਦਾ ਹੈ, ਇਵੇਂ ਸੁੱਤੇ ਪਿਆਂ ਨੂੰ ਮਾਰਨਾ ਨਿਰਾ ਪਾਪ ਹੈ। ਜੈਕ ਨੇ ਉੱਤਰ ਦਿੱਤਾ, ਹਾਂ, ਜੇ ਕੇਵਲ ਸ਼ਿਕਾਰ ਲਈ ਮਾਰਨਾ ਹੋਵੇ ਤਾਂ ਜ਼ਰੂਰ ਪਾਪ ਹੈ, ਪਰ ਹੁਣ ਤਾਂ ਪੇਟ ਦੀ ਖਾਤਰ ਮਾਸ ਚਾਹੀਦਾ ਹੈ। ਜੇ ਇਹਨਾਂ ਨੂੰ ਜਗਾ ਨਾ ਦਿੱਤਾ ਤਾਂ ਫਿਰ ਇਹਨਾਂ ਨੂੰ ਕਾਬੂ ਕਿੱਥੋਂ ਆਉਣਾ ਹੈ। ਇਹ ਸੁਣ ਕੇ ਮੈਂ ਗੁਲੇਲੇ ਨਾਲ ਇੱਕ ਐਸਾ ਨਿਸ਼ਾਨਾ ਬੰਨ੍ਹ ਕੇ ਮਾਰਿਆ ਕਿ ਪੱਥਰ ਸੂਰ ਦੀ ਪਿੱਠ 'ਤੇ ਬੜੇ ਜ਼ੋਰਦਾਰ ਵੱਜਾ, ਪਰ ਉਸ ਥਾਂ 'ਤੇ ਇਸ ਤੋਂ ਸਿਵਾਏ ਕਿ ਉਹ ਚੀਕ ਮਾਰ ਕੇ ਨੱਠ ਉੱਠਿਆ, ਹੋਰ ਕੋਈ ਅਸਰ ਨਾ ਹੋਇਆ। ਜੈਕ ਨੇ ਭੱਜਦੇ ਹੋਏ ਸੂਰ ਨੂੰ ਇੱਕ ਤੀਰ ਮਾਰਿਆ, ਪਰ ਇਸ ਨਾਲ ਉਸਦਾ ਕੇਵਲ ਕੰਨ ਹੀ ਵਿੰਨਿਆ ਗਿਆ ਅਤੇ ਉਹ ਤੀਰ ਨੂੰ ਵੀ ਨਾਲ ਲੈ ਕੇ ਨੱਸ ਗਿਆ। ਬਾਕੀ ਸੂਰ ਵੀ ਉਹਦੇ ਨਾਲ ਹੀ ਦੂਰ ਇੱਕ ਸੰਘਣੀ ਝਾੜੀ ਵਿੱਚ ਜਾ ਲੁਕੇ। ਜੈਕ ਆਪਣੇ ਨੱਕ ਨੂੰ ਮਲਦਾ ਹੋਇਆ ਕਹਿਣ ਲੱਗਾ, ਸਾਨੂੰ ਦੇਰ ਹੋ ਜਾਣੀ ਹੈ, ਚਲੋ ਚੱਲੀਏ, ਪੀਟਰਕਨ ਉਡੀਕ ਰਿਹਾ ਹੋਣਾ ਹੈ। ਜਲਦੀ ਹੀ ਅਸੀਂ ਕੰਢੇ ਲਾਗੇ ਪਹੁੰਚੇ। ਉੱਥੇ ਅੱਗ ਤਾਂ ਬਲ ਰਹੀ ਸੀ, ਪਰ ਪੀਟਰਕਨ ਦਾ ਨਿਸ਼ਾਨ ਕਿਤੇ ਨਹੀਂ ਸੀ ਦਿਸਦਾ। ਅਸੀਂ ਸੰਗ ਪਾੜ ਕੇ ਆਵਾਜ਼ਾਂ ਦਿੱਤੀਆਂ ਤਾਂ ਜੋ ਜਿੱਥੇ ਵੀ ਹੋਏ ਉਹਨੂੰ ਪਤਾ ਲੱਗ ਜਾਏ ਕਿ ਅਸੀਂ ਵਾਪਸ ਆ ਗਏ ਹਾਂ। ਅਚਾਨਕ ਸੂਰਾਂ ਦੇ ਚਿੰਗਾੜਨ ਦੀ ਆਵਾਜ਼ ਸਾਡੇ ਕੰਨੀ ਪਈ। ਇਹ ਸੁਣ ਕੇ ਮੈਂ ਕਿਹਾ, ਮੇਰਾ ਖਿਆਲ ਹੈ ਕਿ ਪੀਟਰਕਨ ਸੂਰਾਂ ਦੇ ਮਗਰ ਗਿਆ ਹੈ। ਹਾਲੀ ਮੈਂ ਇਹ ਗੱਲ ਕਹੀ ਸੀ ਕਿ ਦੂਰੋਂ ਪੀਟਰਕਨ ਦੀ ਆਵਾਜ਼ ਆਈ। ਅਸੀਂ ਉਸ ਪਾਸੇ ਵੱਲ ਦੇਖਿਆ ਜਿੱਧਰੋਂ ਆਵਾਜ਼ ਆ ਰਹੀ ਸੀ। ਸੱਚਮੁੱਚ ਪੀਟਰਕਨ ਆਪਣੇ ਨੇਜ਼ੇ 'ਤੇ ਇੱਕ ਸੂੜ ਅੜੁੰਬੀ ਨੱਸਿਆ ਆ ਰਿਹਾ ਸੀ। ਜੈਕ ਨੇ ਖੁਸ਼ ਹੋ ਕੇ ਕਿਹਾ, ਸ਼ਾਬਾਸ਼, ਸਾਡੇ ਸਾਰਿਆਂ ਵਿੱਚੋਂ ਤਾਂ ਤੂੰ ਹੀ ਚੰਗਾ ਨਿਸ਼ਾਨਚੀ ਹੈ। ਪੀਟਰਕਨ ਨੇ ਉੱਤਰ ਦਿੱਤਾ, ਤੁਹਾਨੂੰ ਪਤਾ ਨਹੀਂ ਕਿ ਸੂਰਾਂ ਦਾ ਇੱਜੜ ਕਿੰਨਾ ਖਤਰਨਾਕ ਹੁੰਦਾ ਹੈ। ਉਹ ਮਗਰ ਪੈ ਜਾਏ ਤਾਂ ਸ਼ਿਕਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਫਿਰ ਮੈਂ ਵੀ ਇੱਕ ਸੂਰ ਮਾਰ ਲਿਆਂਦਾ ਹੈ, ਪਰ ਇਹ ਗੱਲਾਂ ਛੱਡੋ, ਮੈਨੂੰ ਸਖਤ ਭੁੱਖ ਲੱਗੀ ਹੋਈ ਹੈ, ਪਹਿਲਾਂ ਸੂਰ ਨੂੰ ਭੁੰਨਣ ਦਾ ਪ੍ਰਬੰਧ ਕਰੀਏ। ਸੋ ਅਸੀਂ ਅੱਗ ਹੋਰ ਤੇਜ਼ ਕੀਤੀ ਅਤੇ ਸੂਰ ਨੂੰ ਕੱਟ ਕੇ ਭੁੰਨਣਾ ਸ਼ੁਰੂ ਕਰ ਦਿੱਤਾ। ਜਦ ਉਹ ਤਿਆਰ ਹੋ ਗਿਆ ਤਾਂ ਅਸੀਂ ਉਸਨੂੰ ਖੂਬ ਮਜ਼ੇ ਨਾਲ ਖਾਧਾ। ਇਹੋ ਜਿਹਾ ਸਵਾਦੀ ਖਾਣਾ ਅਸੀਂ ਪਹਿਲਾਂ ਘੱਟ ਹੀ ਖਾਧਾ ਸੀ। ਖਾ ਪੀ ਕੇ ਅਸੀਂ ਇੱਕ ਚਟਾਨ ਥੱਲੇ ਟਾਹਣੀਆਂ ਅਤੇ ਪੱਤੇ ਵਿਛਾ ਕੇ ਸੌਂ ਗਏ। ਆਪ ਦੋਸਤ ਕੁੰਦਰ। ਅਗਲੀ ਸਵੇਰ ਜਦ ਸਾਨੂੰ ਜਾਗ ਆਈ ਤਾਂ ਦਿਨ ਬੜਾ ਚੜ੍ਹ ਚੁੱਕਾ ਸੀ। ਸੱਚਮੁੱਚ ਜੋ ਰਾਤ ਨੂੰ ਵਿੱਤ ਤੋਂ ਬਾਹਰ ਖਾ ਲਿਆ ਜਾਏ ਤਾਂ ਸਵੇਰੇ ਉੱਠਣਾ ਔਖਾ ਹੋ ਜਾਂਦਾ ਹੈ। ਫਿਰ ਵੀ ਅਸੀਂ ਉੱਠੇ ਅਤੇ ਹਰ ਰੋਜ਼ ਵਾਂਗ ਨਾਸ਼ਤਾ ਕਰਨ ਤੋਂ ਪਹਿਲਾਂ ਅਸੀਂ ਸਮੁੰਦਰ ਵੱਲ ਨਹਾਉਣ ਲਈ ਤੁਰ ਪਏ। ਹਾਲੇ ਅਸੀਂ ਥੋੜ੍ਹੀ ਦੂਰ ਹੀ ਗਏ ਸਾਂ ਕਿ ਸਾਨੂੰ ਇੱਕ ਡਰਾਉਣੀ ਜਿਹੀ ਚੀਕ ਸੁਣਾਈ ਦਿੱਤੀ, ਜਿਸ ਵਰਗੀ ਸਾਨੂੰ ਇੱਕ ਵਾਰ ਰਾਤ ਵੇਲੇ ਵੀ ਸੁਣਾਈ ਦਿੱਤੀ ਸੀ, ਪਰ ਦਿਨ ਵੇਲੇ ਇਤਨਾ ਡਰ ਨਹੀਂ ਲੱਗਦਾ ਜਿੰਨਾ ਕਿ ਰਾਤ ਵੇਲੇ ਲੱਗਦਾ ਹੈ। ਚੀਕ ਸੁਣ ਕੇ ਪੀਟਰਕਨ ਨੇ ਆਪਣਾ ਨੇਜ਼ਾ ਸੰਭਾਲ ਲਿਆ ਅਤੇ ਜੈਕ ਨੂੰ ਕਹਿਣ ਲੱਗਾ, ਇਹ ਆਵਾਜ਼ ਕਾਹਦੀ ਹੈ? ਜੇ ਅਸੀਂ ਇਸ ਦਾ ਪਤਾ ਨਾ ਲਾਇਆ ਤਾਂ ਇੱਥੇ ਰਹਿੰਦਿਆਂ ਸਾਨੂੰ ਡਰ ਨੇ ਹੀ ਖਾਂਦੇ ਰਹਿਣਾ ਹੈ। ਇਤਨੇ ਨੂੰ ਉਹ ਚੀਕ ਫਿਰ ਸੁਣਾਈ ਦਿੱਤੀ। ਜੈਕ ਨੇ ਕਿਹਾ, ਇਸ ਲਾਗੇ ਦੇ ਕਿਸੇ ਟਾਪੂ ਤੋਂ ਆ ਰਹੀ ਲੱਗਦੀ ਹੈ। ਪੀਟਰਕਨ ਨੇ ਕਿਹਾ, ਤਾਂ ਇਹ ਜ਼ਰੂਰ ਕਿਸੇ ਜਿੰਨ ਭੂਤ ਦੀ ਆਵਾਜ਼ ਹੋਣੀ ਹੈ, ਕਿਉਂਕਿ ਜਿਉਂਦੇ ਜਾਗਦੇ ਜੀਵ ਕਦੀ ਇਹੋ ਜਿਹੀ ਭਿਆਨਕ ਆਵਾਜ਼ ਨਹੀਂ ਕੱਢਦੇ। ਕੁਝ ਦੂਰ ਨਿੱਕੇ ਨਿੱਕੇ ਟਾਪੂ ਸਨ। ਅਸੀਂ ਉਹਨਾਂ ਵੱਲ ਨੀਝ ਲਾ ਕੇ ਵੇਖਿਆ। ਸਾਨੂੰ ਉੱਥੇ ਅਨੋਖੀਆਂ ਜਿਹੀਆਂ ਚੀਜ਼ਾਂ ਹਿਲਦੀਆਂ ਜੁਲਦੀਆਂ ਦਿਸੀਆਂ। ਪੀਟਰਕਨ ਇੱਕਦਮ ਬੋਲ ਪਿਆ, ਮੈਨੂੰ ਤਾਂ ਇਹ ਸਿਪਾਹੀ ਲੱਗਦੇ ਨੇ। ਸੱਚਮੁੱਚ ਮੈਨੂੰ ਵੀ ਇੰਝ ਲੱਗਾ ਕਿ ਦੂਰ ਸਾਰੇ ਇੱਕ ਚੋਖੀ ਵੱਡੀ ਫੌਜ ਮਸ਼ਕ ਕਰ ਰਹੀ ਹੈ। ਅਸੀਂ ਉੱਧਰ ਵੇਖ ਹੀ ਰਹੇ ਸਾਂ ਕਿ ਉਹ ਚੀਕ ਫਿਰ ਸੁਣਾਈ ਦਿੱਤੀ। ਪੀਟਰਕਨ ਕਹਿਣ ਲੱਗਾ, ਜੇ ਉਹ ਫੌਜ ਹੈ ਤਾਂ ਉਹ ਜ਼ਰੂਰ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਜਾਨੋਂ ਮਾਰਨ ਲਈ ਭੇਜੀ ਗਈ ਹੋਣੀ ਹੈ। ਇਸ 'ਤੇ ਜੈਕ ਕਹਾ ਮਾਰ ਕੇ ਹੱਸਿਆ ਅਤੇ ਕਹਿਣ ਲੱਗਾ, ਤੁਸੀਂ ਵੀ ਭੇਡਾਂ 'ਚੋਂ ਊਂਠ ਪਛਾਣ ਲੈਂਦੇ ਹੋ। ਇਹ ਤਾਂ ਵੱਡੇ ਵੱਡੇ ਸਮੁੰਦਰੀ ਪੰਛੀ ਨੇ ਜਿਨ੍ਹਾਂ ਨੂੰ ਪੈਂਗੁਇਨ ਕਹਿੰਦੇ ਨੇ। ਜਦੋਂ ਅਸੀਂ ਆਪਣੀ ਥੋੜ੍ਹੀ ਜਿਹੀ ਬੇੜੀ ਵਿੱਚ ਚੜ੍ਹ ਕੇ ਇਸ ਟਾਪੂ 'ਤੇ ਜਾਵਾਂਗੇ ਤਾਂ ਤੂੰ ਆਪੇ ਹੀ ਵੇਖ ਲਵੀਂ। ਮੇਰਾ ਵੀ ਨਾ ਅਨੋਖੇ ਪੰਛੀਆਂ ਨੂੰ ਵੇਖਣ 'ਤੇ ਬੜਾ ਜੀਅ ਕਰਦਾ ਸੀ, ਇਸ ਲਈ ਮੈਂ ਚਾਹੁੰਦਾ ਸਾਂ ਕਿ ਕਿਹੜੀ ਘੜੀ ਸਾਡੀ ਬੇੜੀ ਤਿਆਰ ਹੋਏ ਅਤੇ ਅਸੀਂ ਉਸ ਟਾਪੂ 'ਤੇ ਪਹੁੰਚੀਏ। ਇਸ ਪਿੱਛੋਂ ਅਸੀਂ ਆਪਣੇ ਟਿਕਾਣੇ ਵੱਲ ਤੁਰ ਪਏ। ਵਾਪਸੀ 'ਤੇ ਅਸੀਂ ਕਈ ਕੁਝ ਵੇਖਿਆ। ਇੱਕ ਤਾਂ ਇਹ ਸੀ ਕਿ ਨਾਰੀਅਲ ਦੇ ਰੁੱਖ ਕੀ ਪਹਾੜਾਂ 'ਤੇ ਕੀ ਘਾਟੀਆਂ ਵਿੱਚ ਹਰ ਥਾਂ ਉੱਗੇ ਹੋਏ ਸਨ। ਦੂਜੇ ਉੱਥੇ ਸੂਰਾਂ ਦੇ ਇੱਜੜਾਂ ਦੇ ਇੱਜੜ ਫਿਰ ਰਹੇ ਸਨ। ਟਿਕਾਣੇ ਪਹੁੰਚ ਕੇ ਅਸੀਂ ਵੇਖਿਆ ਕਿ ਹਰ ਚੀਜ਼ ਆਪੋ ਆਪਣੀ ਥਾਂ 'ਤੇ ਪਈ ਹੋਈ ਸੀ। ਸ਼ਾਮ ਨੂੰ ਲੱਤਾਂ ਪਸਾਰਦਿਆਂ ਹੀ ਸਾਨੂੰ ਨੀਂਦ ਨੇ ਆ ਘੇਰਿਆ। ਸਾਰੀ ਰਾਤ ਅਤੇ ਅਗਲਾ ਸਾਰਾ ਦਿਨ ਅਸੀਂ ਸੁੱਤੇ ਰਹੇ। ਅਗਲੇ ਦਿਨ ਸ਼ਾਮ ਨੂੰ ਜਾ ਕੇ ਸਾਡੀਆਂ ਅੱਖਾਂ ਖੁੱਲ੍ਹੀਆਂ। ਅਸੀਂ ਫਿਰ ਦਵਾ ਪੇਟ ਭਰਿਆ ਅਤੇ ਫਿਰ ਸੌਂ ਗਏ ਅਤੇ ਅਗਲੀ ਸਵੇਰ ਤੱਕ ਸੁੱਤੇ ਰਹੇ। ਇਸ ਘਟਨਾ ਤੋਂ ਕਈ ਦਿਨ ਬਾਅਦ ਤੱਕ ਪੀਟਰਕਨ ਅਤੇ ਜੈਕ ਬੇੜੀ ਨੂੰ ਬਣਾਉਣ ਵਿੱਚ ਰੁੱਝੇ ਰਹੇ। ਮੈਂ ਦੂਰਬੀਨ ਲੈ ਕੇ ਪੈਂਗੁਇਨ ਟਾਪੂ ਵੱਲ ਵੇਖਦਾ ਰਹਿੰਦਾ। ਫਿਰ ਉਹਨੇ ਨਿੱਕੇ ਨਿੱਕੇ ਕੀੜਿਆਂ ਨੂੰ, ਜਿਨ੍ਹਾਂ ਨੂੰ ਮੂੰਗੇ ਕਹਿੰਦੇ ਹਨ ਅਤੇ ਜਿਨ੍ਹਾਂ ਦੀ ਦਿਨ ਰਾਤ ਮਿਹਨਤ ਨਾਲ ਇਹ ਟਾਪੂ ਬਣੇ ਸਨ, ਕੰਮ ਕਰਦੇ ਵੇਖਦਾ ਰਹਿੰਦਾ। ਉੱਥੇ ਕਈ ਕਿਸਮ ਦੀਆਂ ਮੱਛੀਆਂ ਅਤੇ ਕੇਂਕੜੇ ਵੀ ਵੇਖੇ, ਪਰ ਸਭ ਤੋਂ ਅਨੋਖਾ ਇੱਕ ਜਾਨਵਰ ਵੇਖਿਆ ਜੋ ਬਿਮਾਰ ਹੋਣ ਵੇਲੇ ਆਪਣੇ ਦੰਦ ਬਾਹਰ ਵਗਾ ਮਾਰਦਾ ਹੈ ਅਤੇ ਫਿਰ ਰਾਜ਼ੀ ਹੋ ਕੇ ਨਵੇਂ ਦੰਦ ਉਗਾ ਲੈਂਦਾ ਹੈ। ਇੱਕ ਦਿਨ ਪੀਟਰਕਨ ਨੇ ਜੈਕ ਨੂੰ ਕਿਹਾ, ਮੈਂ ਲੱਕੜੀਆਂ ਕੱਟ ਕੇ ਅਤੇ ਉਹਨਾਂ ਨੂੰ ਜੋੜ ਕੇ ਤੰਗ ਆ ਗਿਆ ਹਾਂ। ਅੱਜ ਅਸੀਂ ਪਹਾੜੀ 'ਤੇ ਚੱਲ ਕੇ ਜੰਗਲੀ ਟੀਲਾ ਜਾਂ ਸੂਰਾਂ ਦਾ ਸ਼ਿਕਾਰ ਕਰੀਏ।
ਕਿਉਂ ਕੀ ਖਿਆਲ ਹੈ? ਜੈਕ ਨੇ ਆਪਣੀ ਕੁਹਾੜੀ ਸੁੱਟਦਿਆਂ ਕਿਹਾ, ਹਾਂ ਤੇਰੀ ਗੱਲ ਤੇ ਠੀਕ ਹੈ, ਜਾ ਤੂੰ ਆਪਣਾ ਨੇਜ਼ਾ ਚੁੱਕ ਲਿਆ, ਹੁਣੇ ਚੱਲਦੇ ਹਾਂ। ਜਲਦੀ ਹੀ ਅਸੀਂ ਉਸ ਥਾਂ ਪਹੁੰਚੇ ਜਿੱਥੇ ਬਰਫ਼ ਪਾਣੀ ਦੇ ਰੂਪ ਵਿੱਚ ਜ਼ਮੀਨ ਪਾੜ ਕੇ ਨਿਕਲਦਾ ਸੀ ਅਤੇ ਜਿੱਥੇ ਪੀਟਰਕਨ ਪਟਕ ਕੇ ਥੱਲੇ ਡਿੱਗਾ ਸੀ। ਉਸ ਲਾਗੇ ਹੀ ਸਮੁੰਦਰੀ ਕੰਢਾ ਸੀ। ਅਸੀਂ ਉਸ ਸਮੁੰਦਰ ਵੱਲ ਨਜ਼ਰ ਫੇਰੀ। ਉੱਥੇ ਕੁਝ ਦੂਰ ਸਾਨੂੰ ਇੱਕ ਹਰੇ ਰੰਗ ਦਾ ਇੱਕ ਜੀਵ ਦਿਸਿਆ ਜੋ ਪਾਣੀ ਵਿੱਚ ਆਪਣੀ ਵੱਡੀ ਸਾਰੀ ਪੂਛ ਹਿਲਾ ਰਿਹਾ ਸੀ। ਇਹ ਅਜੀਬ ਜਾਨਵਰ ਹੈ, ਜੈਕ ਨੇ ਹੈਰਾਨ ਹੋ ਕੇ ਕਿਹਾ। ਪੀਟਰਕਨ ਨੇ ਕਿਹਾ, ਠਹਿਰ, ਮੈਂ ਇਹਨੂੰ ਆਪਣੇ ਨੇਜ਼ੇ ਨਾਲ ਉਡੁੰਬਣ ਦੀ ਕੋਸ਼ਿਸ਼ ਕਰਦਾ ਹਾਂ। ਇਹ ਕਹਿ ਕੇ ਪੀਟਰਕਨ ਨੇ ਆਪਣਾ ਨੇਜ਼ਾ ਤਾਕ ਕੇ ਉਸ ਥਾਂ ਮਾਰਿਆ ਜਿੱਥੇ ਉਸ ਜੀਵ ਦਾ ਝੋਲਾ ਪੈ ਰਿਹਾ ਸੀ। ਨੇਜ਼ਾ ਉਸ ਥਾਂ 'ਤੇ ਐਨ ਵਿਚਕਾਰ ਜਾ ਕੇ ਵੱਜਿਆ ਅਤੇ ਉਹਨੂੰ ਆਰ ਪਾਰ ਕਰਕੇ ਫਿਰ ਬੁੜਕ ਕੇ ਪਾਣੀ ਦੀ ਸਤ੍ਹਾ 'ਤੇ ਵਾਪਸ ਆ ਗਿਆ। ਨੇਜ਼ੇ 'ਤੇ ਕਿਤੇ ਵੀ ਲਹੂ ਦਾ ਨਾਂ ਨਿਸ਼ਾਨ ਨਹੀਂ ਸੀ। ਇਹ ਵੇਖ ਕੇ ਪੀਟਰਕਨ ਬੜਾ ਨਿਰਾਸ਼ ਹੋਇਆ ਅਤੇ ਕਹਿਣ ਲੱਗਾ, ਇਹ ਕੋਈ ਬੇਜਾਨ ਜੀਵ ਹੈ, ਇਹ ਮੇਰੇ ਕਾਬੂ ਨਹੀਂ ਆ ਸਕਣਾ। ਜੈਕ ਨੇ ਕਿਹਾ, ਮੈਨੂੰ ਤਾਂ ਕੋਈ ਇਹ ਵਸਤੂ ਨਹੀਂ ਬਲਕਿ ਖਾਸ ਕਿਸਮ ਦੀ ਰੌਸ਼ਨੀ ਲੱਗਦੀ ਹੈ, ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਇਸ ਥਾਂ ਕਿਉਂ ਖੜੀ ਹੈ। ਮੈਂ ਕਿਹਾ, ਸਾਨੂੰ ਇਹ ਤਾਂ ਪਤਾ ਲੱਗ ਹੀ ਗਿਆ ਹੈ ਕਿ ਇਹ ਸ਼ਾਰਕ ਨਹੀਂ, ਇਸ ਲਈ ਬਿਨਾਂ ਖੌਫ ਤੋਂ ਇਸ ਥਾਂ ਚੁੱਭੀ ਮਾਰ ਕੇ ਵੇਖਣਾ ਚਾਹੀਦਾ ਹੈ ਕਿ ਜੈਕ ਮੇਰੀ ਇਸ ਤਜਵੀਜ਼ ਨਾਲ ਸਹਿਮਤ ਹੋ ਗਿਆ ਅਤੇ ਕਹਿਣ ਲੱਗਾ, ਮੈਨੂੰ ਤੇਥੋਂ ਜ਼ਿਆਦਾ ਚੰਗੀ ਤਰ੍ਹਾਂ ਤਰਨਾ ਆਉਂਦਾ ਹੈ, ਮੈਂ ਚੁੱਭੀ ਮਾਰ ਕੇ ਵੇਖਦਾ ਹਾਂ ਕਿ ਇਹ ਹੈ ਕੀ ਭਲਾ। ਇਹ ਕਹਿੰਦਿਆਂ ਹੀ ਜੈਕ ਨੇ ਆਪਣੇ ਕੱਪੜੇ ਲਾ ਕੇ ਮੇਰੇ ਹਵਾਲੇ ਕੀਤੇ ਅਤੇ ਵੇਖਦਿਆਂ ਪਾਣੀ ਵਿੱਚ ਚੁੱਭੀ ਮਾਰ ਕੇ ਗਾਇਬ ਹੋ ਗਿਆ। ਸਾਨੂੰ ਉਹ ਉਸ ਹਰੇ ਰੰਗ ਦੀ ਸ਼ੈ ਵੱਲ ਜਾਂਦਾ ਦਿਖ ਰਿਹਾ ਸੀ। ਉਸ ਵਿੱਚੋਂ ਲੰਘ ਕੇ ਉਹ ਉਸ ਦੇ ਥੱਲੇ ਪਹੁੰਚ ਗਿਆ ਅਤੇ ਸਾਡੀਆਂ ਨਜ਼ਰਾਂ ਤੋਂ ਓਹਲੇ ਹੋ ਗਿਆ। 1 ਮਿੰਟ ਲੰਘ ਗਿਆ, 2 ਮਿੰਟ ਲੰਘ ਗਏ, ਪਰ ਜੈਕ ਵਾਪਸ ਨਾ ਆਇਆ। ਜੈਕ 2 ਮਿੰਟ ਤੋਂ ਵੱਧ ਕਦੀ ਪਾਣੀ ਅੰਦਰ ਨਹੀਂ ਸੀ ਰਿਹਾ। ਜਦ 2-3 ਮਿੰਟ ਵੀ ਲੰਘ ਗਏ ਤਾਂ ਅਸੀਂ ਘਬਰਾ ਗਏ। ਮੈਂ ਪੀਟਰਕਨ ਨੂੰ ਵੇਖਿਆ, 3 ਮਿੰਟ ਹੋ ਗਏ ਨੇ, ਜੈਕ ਨਾਲ ਜ਼ਰੂਰ ਕੋਈ ਦੁਰਘਟਨਾ ਵਾਪਰੀ ਲੱਗਦੀ ਏ। ਪੀਟਰਕਨ ਦਾ ਚਿਹਰਾ ਡਰ ਨਾਲ ਪੀਲਾ ਭੂਖ ਹੋ ਗਿਆ ਸੀ ਅਤੇ ਬੁੱਤ ਬਣ ਕੇ ਪਾਣੀ ਅੰਦਰ ਵੇਖਣ ਲੱਗ ਪਿਆ। ਫਿਰ ਅਚਾਨਕ ਬੋਲ ਉੱਠਿਆ, ਜੈਕ, ਪਰ ਹੁਣ ਜੈਕ ਕਿੱਥੇ? ਉਹਨੂੰ ਜ਼ਰੂਰ ਸ਼ਾਰਕ ਨੇ ਹੜੱਪ ਕਰ ਲਿਆ ਲੱਗਦਾ ਏ। ਮੇਰੇ ਆਪ ਡਰ ਅਤੇ ਘਬਰਾਹਟ ਕਾਰਨ ਹੋਸ਼ ਟਿਕਾਣੇ ਵਿੱਚ ਨਹੀਂ ਸਨ, ਪਰ ਅਚਾਨਕ ਪੀਟਰਕਨ ਨੇ ਮੇਰਾ ਮੋਢਾ ਜ਼ੋਰ ਦੀ ਹਿਲਾਉਣਿਆ ਅਤੇ ਪਾਗਲਾਂ ਵਾਂਗ ਮੇਰੀ ਵੱਲ ਵੇਖਦਾ ਹੋਇਆ ਕਹਿਣ ਲੱਗਾ, ਰਾਲਫ, ਇਹ ਸ਼ਾਇਦ ਪਾਣੀ ਵਿੱਚ ਬੇਹੋਸ਼ ਹੋ ਗਿਆ ਹੋਵੇ ਜਾਂ ਚੁੱਭੀ ਮਾਰ ਕੇ ਉਹਨੂੰ ਕੱਢ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਮੈਨੂੰ ਇਹ ਗੱਲ ਪਹਿਲਾਂ ਕਿੰਨਾ ਖੁੜਕੀ। ਇੱਕ ਪਲ ਵਿੱਚ ਮੈਂ ਚਟਾਨ ਦੇ ਕੰਢੇ 'ਤੇ ਪਹੁੰਚਿਆ। ਮੈਂ ਕੱਪੜਿਆਂ ਸਮੇਤ ਪਾਣੀ ਵਿੱਚ ਛਾਲ ਮਾਰਨ ਹੀ ਲੱਗਾ ਸਾਂ ਕਿ ਮੈਨੂੰ ਕੋਈ ਕਾਲੀ ਚੀਜ਼ ਉਸ ਹਰੀ ਥਾਂ ਲੱਗਿਓ ਪਾਣੀ ਵਿੱਚੋਂ ਨਿਕਲਦੀ ਬਾਹਰ ਦੇਖੀ। ਦੂਜੇ ਪਲ ਵਿੱਚ ਜੈਕ ਦਾ ਸਿਰ ਪਾਣੀ ਵਿੱਚੋਂ ਬਾਹਰ ਨਿਕਲਿਆ। ਅਸੀਂ ਉਹਨੂੰ ਠੀਕ ਠਾਕ ਹਾਲਤ ਵਿੱਚ ਬਾਹਰ ਨਿਕਲਦਾ ਵੇਖ ਕੇ ਬੜੇ ਹੈਰਾਨ ਹੋਏ। ਉਹ ਪਾਣੀ ਵਿੱਚ 10 ਮਿੰਟ ਰਿਹਾ ਸੀ ਅਤੇ ਇਤਨਾ ਚਿਰ ਪਾਣੀ ਵਿੱਚ ਚੁੱਭੀ ਮਾਰਨੀ ਇੱਕ ਮਨੁੱਖ ਲਈ ਅਸੰਭਵ ਹੈ। ਜਦ ਜੈਕ ਬਾਹਰ ਨਿਕਲ ਕੇ ਚਟਾਨ 'ਤੇ ਆ ਬੈਠਾ ਤਾਂ ਪੀਟਰਕਨ ਨੇ ਉਹਨੂੰ ਗਲਵੱਕੜੀ ਅਤੇ ਢਾਈਆਂ ਮਾਰਨ ਲੱਗ ਪਿਆ ਅਤੇ ਉਹ ਕਹਿਣ ਲੱਗਾ, ਜੈਕ, ਤੂੰ ਕਿੱਥੇ ਰਿਹਾ ਹੈ? ਦੱਸ, ਤੂੰ ਕਿਸ ਮੁਸੀਬਤ ਵਿੱਚ ਫਸਿਆ ਰਿਹਾ ਹੈ? ਜੈਕ ਨੇ ਉੱਤਰ ਦਿੱਤਾ, ਉਹ ਹਰੀ ਸ਼ੈ ਸ਼ਾਰਕ ਨਹੀਂ, ਉਹ ਇੱਕ ਚਟਾਨ ਦੀ ਸੁਰੰਗ ਵਿੱਚੋਂ ਲੰਘ ਰਹੀ ਰੌਸ਼ਨੀ ਦਾ ਲਿਸ਼ਕਾਰਾ ਹੈ। ਜਿਸ ਵੇਲੇ ਮੈਂ ਚੁੱਭੀ ਮਾਰੀ ਤਾਂ ਮੈਂ ਵੇਖਿਆ ਕਿ ਰੌਸ਼ਨੀ ਉਸ ਚਟਾਨ ਦੇ ਉਹ ਇੱਕ ਪਾਸਿਓਂ ਆ ਰਹੀ ਹੈ ਜਿੱਥੇ ਅਸੀਂ ਇੱਕੋ ਵੇਲੇ ਆ ਬੈਠੇ ਸਾਂ। ਮੈਂ ਤਰ ਕੇ ਉਸ ਪਾਸੇ ਵੱਲ ਗਿਆ ਅਤੇ ਵੇਖਿਆ ਕਿ ਉਸ ਵਿੱਚ ਇੱਕ ਰਸਤਾ ਹੈ ਜੋ ਇੱਕ ਆਬਦੂਜ਼ ਕੁੰਦਰ ਵੱਲ ਜਾਂਦਾ ਹੈ, ਜਿਸ ਦੇ ਅੰਦਰ ਚਾਨਣ ਹੈ। ਮੈਂ ਕੁਝ ਚਿਰ ਜੱਕੋ ਤੱਕ ਵਿੱਚ ਰਿਹਾ ਅਤੇ ਉਸ ਅੰਦਰ ਜਾਵਾਂ ਕਿ ਨਾ। ਮੈਂ ਸਾਹ ਘੁੱਟਿਆ ਹੋਇਆ ਸੀ ਅਤੇ ਜਿੰਨਾ ਸਾਹ ਬਾਕੀ ਸੀ ਉਸ ਨਾਲ ਮੈਂ ਕੇਵਲ ਘਰ ਹੀ ਮੁੜ ਸਕਦਾ ਸਾਂ। ਆਖਰ ਮੈਂ ਕੁੰਦਰ ਦੇ ਅੰਦਰ ਜਾਣ ਦਾ ਫੈਸਲਾ ਹੀ ਕੀਤਾ ਕਿਉਂਕਿ ਮੈਨੂੰ ਉਸ ਉੱਪਰੋਂ ਆ ਰਹੀ ਮੱਧਮ ਜਿਹੀ ਰੌਸ਼ਨੀ ਦਿਸ ਪਈ। ਮੈਂ ਤਰ ਕੇ ਉੱਪਰ ਵੱਲ ਗਿਆ ਅਤੇ ਵੇਖਿਆ ਕਿ ਮੇਰਾ ਸਿਰ ਪਾਣੀ ਤੋਂ ਬਾਹਰ ਹੈ। ਇਸ 'ਤੇ ਮੈਂ ਬੜਾ ਖੁਸ਼ ਹੋਇਆ ਕਿਉਂਕਿ ਮੈਂ ਮਹਿਸੂਸ ਕੀਤਾ ਕਿ ਮੈਂ ਵਾਪਸੀ ਲਈ ਸਾਹ ਲੈ ਸਕਦਾ ਹਾਂ। ਪਹਿਲਾਂ ਜਦ ਮੈਂ ਆਪਣੇ ਆਲੇ ਦੁਆਲੇ ਵੇਖਿਆ ਤਾਂ ਮੈਨੂੰ ਕੁਝ ਨਾ ਦਿਸਿਆ ਕਿਉਂਕਿ ਆਲੇ ਦੁਆਲੇ ਹਨੇਰਾ ਸੀ, ਪਰ ਕੁਝ ਚਿਰ ਪਿੱਛੋਂ ਮੈਨੂੰ ਹਰ ਚੀਜ਼ ਦਾ ਕੁਝ ਨਾ ਕੁਝ ਝੋਲਾ ਪੈਣ ਲੱਗ ਪਿਆ। ਮੈਂ ਇੱਕ ਬੜੀ ਵੱਡੀ ਕੁੰਦਰ ਵਿੱਚ ਸਾਂ। ਇਸ ਵੇਲੇ ਮੈਨੂੰ ਅਚਾਨਕ ਤੁਹਾਡਾ ਖਿਆਲ ਆ ਗਿਆ ਕਿ ਤੁਸੀਂ ਸਮਝੋਗੇ ਕਿ ਮੈਂ ਸ਼ਾਇਦ ਡੁੱਬ ਗਿਆ ਹਾਂ, ਇਸ ਲਈ ਮੈਂ ਫਿਰ ਚੁੱਭੀ ਮਾਰ ਕੇ ਤੁਹਾਡੇ ਕੋਲ ਆ ਪਹੁੰਚਿਆ ਹਾਂ। ਜਦ ਤੋਂ ਜੈਕ ਨੇ ਆਪਣੀ ਕਹਾਣੀ ਸੁਣਾਈ ਤਾਂ ਮੈਨੂੰ ਅਚਵੀ ਲੜਨ ਲੱਗ ਪਈ ਕਿ ਮੈਂ ਵੀ ਆਪ ਚੁੱਭੀ ਮਾਰ ਕੇ ਉਸ ਥਾਂ ਨੂੰ ਜਾ ਵੇਖਾਂ। ਜਦ ਮੈਂ ਵਾਪਸ ਆਇਆ ਤਾਂ ਅਸੀਂ ਤਿੰਨੇ ਜਣੇ ਇਸ ਬਾਰੇ ਕਾਫੀ ਦੇਰ ਤੱਕ ਗੱਲਾਂ ਕਰਦੇ ਰਹੇ, ਪਰ ਪੀਟਰਕਨ ਨੂੰ ਤਰਨਾ ਨਹੀਂ ਸੀ ਆਉਂਦਾ। ਉਹ ਉਦਾਸ ਸੀ, ਉਹ ਉਸ ਥਾਂ ਨੂੰ ਵੇਖ ਹੀ ਨਹੀਂ ਸਕੇਗਾ। ਮੈਂ ਕਿਹਾ, ਪੀਟਰਕਨ, ਤੂੰ ਉਦਾਸ ਲੱਗਦਾ ਹੈ, ਕੀ ਗੱਲ ਹੈ? ਉਹ ਕਹਿਣ ਲੱਗਾ, ਤੁਸੀਂ ਤਾਂ ਉਹ ਥਾਂ ਵੇਖ ਆਏ ਹੋ, ਪਰ ਮੈਂ ਉੱਥੇ ਨਹੀਂ ਜਾ ਸਕਦਾ, ਇਹ ਬੜੀ ਮਾੜੀ ਗੱਲ ਹੈ। ਜੈਕ ਨੇ ਕਿਹਾ, ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ, ਪਰ ਅਸੀਂ ਕਰ ਕੀ ਸਕਦੇ ਹਾਂ ਜਿੰਨੀ ਦੇਰ ਤੱਕ ਤੂੰ ਤਰਨਾ ਨਹੀਂ ਸਿੱਖਦਾ। ਅਸੀਂ ਦੋਵੇਂ ਇਸ ਗੱਲ 'ਤੇ ਹੱਸ ਪਏ ਕਿਉਂਕਿ ਸੱਚਮੁੱਚ ਪੀਟਰਕਨ ਲਈ ਗੋਤਾ ਲਾਣਾ ਇਤਨਾ ਹੀ ਅਸੰਭਵ ਸੀ ਜਿਤਨਾ ਕਿ ਉੱਡਣਾ। ਇਸ ਪਿੱਛੋਂ ਮੈਂ ਤੇ ਜੈਕ ਦੋਵੇਂ ਉਸ ਕੁੰਦਰ ਵੱਲ ਅੱਗ ਬਾਲ ਕੇ ਉਸਨੂੰ ਚੰਗੀ ਤਰ੍ਹਾਂ ਵੇਖਣਾ ਚਾਹੁੰਦੇ ਸਾਂ। ਅਸੀਂ ਪਹਿਲਾਂ ਸੋਚਿਆ ਕਿ ਇੱਕ ਸੁੱਕੀ ਲੱਕੜੀ ਉੱਥੇ ਲਾ ਕੇ
ਬਾਲ ਲਈਏ। ਆਖਰ ਅਸੀਂ ਇੱਕ ਰੁੱਖ ਦੀ ਛਾਲ ਲਈ ਅਤੇ ਉਹ ਫਿਰ ਉਹਦੇ ਛੋਟੇ ਛੋਟੇ ਟੁਕੜੇ ਕੀਤੇ ਅਤੇ ਉਹਨਾਂ ਨੂੰ ਇੱਕ ਹੋਰ ਰੁੱਖ ਦੀ ਗੂੰਦ ਨਾਲ ਜੋੜਿਆ। ਉਹਨਾਂ ਨੂੰ ਅਸੀਂ ਨਾਰੀਅਲ ਤੋਂ ਬਣੇ ਹੋਏ ਕੱਪੜੇ ਵਿੱਚ ਚੰਗੀ ਤਰ੍ਹਾਂ ਲਪੇਟ ਲਿਆ ਤਾਂ ਜੋ ਚੁੱਭੀ ਮਾਰਨ ਸਮੇਂ ਭਿੱਜ ਨਾ ਜਾਣ। ਫਿਰ ਅਸੀਂ ਥੋੜ੍ਹਾ ਜਿਹਾ ਸੁੱਕਾ ਘਾਲ ਅਤੇ ਕੁਝ ਲੱਕੜੀਆਂ ਅਤੇ ਇੱਕ ਵਰਮਾ ਵੀ ਉਸੇ ਥਾਂ 'ਤੇ ਕੱਪੜੇ ਵਿੱਚ ਲਪੇਟ ਲਿਆ। ਇੱਕ ਬੰਡਲ ਜੈਕ ਨੇ ਅਤੇ ਦੂਜਾ ਮੈਂ ਫੜ ਲਿਆ। ਜੈਕ ਨੇ ਪੀਟਰਕਨ ਨੂੰ ਕਿਹਾ, ਸਾਨੂੰ ਉਡੀਕੀ ਨਾ, ਅਸੀਂ ਅੱਧੇ ਘੰਟੇ ਵਿੱਚ ਹੀ ਵਾਪਸ ਆ ਜਾਵਾਂਗੇ। ਇਹ ਕਹਿ ਕੇ ਅਸਾਂ ਦੋਵਾਂ ਨੇ ਪਾਣੀ ਵਿੱਚ ਚੁੱਭੀ ਮਾਰੀ ਅਤੇ ਉਸ ਕੁੰਦਰ ਵਿੱਚ ਪਹੁੰਚ ਗਏ ਅਤੇ ਉੱਥੇ ਇੱਕ ਚਟਾਨ 'ਤੇ ਚੜ੍ਹ ਕੇ ਬੈਠ ਗਏ। ਆਪਣੇ ਕੱਪੜਿਆਂ ਨੂੰ ਮਾੜਾ ਮੋਟਾ ਸੁਕਾਉਣ ਪਿੱਛੋਂ ਅਸੀਂ ਅੱਗ ਬਾਲਣ ਵਿੱਚ ਰੁੱਝ ਗਏ। ਅੱਗ ਜਲਦੀ ਹੀ ਬਲ ਗਈ। ਜਿਵੇਂ ਹੀ ਉੱਥੇ ਚਾਨਣ ਹੋਇਆ ਅਸੀਂ ਉਸ ਥਾਂ ਦਾ ਅਦਭੁਤ ਸੁੰਦਰ ਨਜ਼ਾਰਾ ਵੇਖ ਕੇ ਹੈਰਾਨ ਰਹਿ ਗਏ। ਉਸ ਕੁੰਦਰ ਦੀ ਛੱਤ ਕੋਈ 10 ਫੁੱਟ ਉੱਚੀ ਸੀ। ਇਹ ਮੂੰਗੇ ਦੇ ਬਣੇ ਹੋਏ ਵੱਡੇ ਵੱਡੇ ਥੰਮਾਂ 'ਤੇ ਖੜ੍ਹੀ ਸੀ। ਅੱਗ ਦੀ ਰੌਸ਼ਨੀ ਵਿੱਚ ਛੱਤ ਕੀ ਅਤੇ ਥੰਮ ਕੀ ਰਾਤ ਦੇ ਆਕਾਸ਼ ਵਿੱਚ ਤਾਰਿਆਂ ਵਾਂਗ ਝਿਲਮਿਲ ਕਰ ਰਹੇ ਸਨ। ਇਤਨੇ ਚਿਰ ਨੂੰ ਸਾਡੀ ਬਾਲੀ ਹੋਈ ਅੱਗ ਬੁਝ ਗਈ ਅਤੇ ਸਾਰੇ ਕੁੱਪ ਹਨੇਰਾ ਹੋ ਗਿਆ। ਅਸੀਂ ਦੋਵੇਂ ਚੁੱਭੀ ਮਾਰ ਕੇ ਵਾਪਸ ਆ ਗਏ। ਇਸ ਹੀਰਿਆਂ ਦੀ ਕੁੰਦਰ ਵਿੱਚੋਂ ਬਾਹਰ ਆ ਕੇ ਅਸੀਂ ਜੋ ਕੁਝ ਉਸ ਅੰਦਰ ਵੇਖਿਆ ਸੀ ਸਾਰਾ ਪੀਟਰਕਨ ਨੂੰ ਦੱਸਿਆ ਅਤੇ ਫਿਰ ਵਾਪਸ ਆਪਣੇ ਟਿਕਾਣੇ ਤੁਰ ਪਏ। ਰਾਹ ਵਿੱਚ ਸਾਨੂੰ ਸੂਰਾਂ ਦਾ ਇੱਕ ਵੱਡਾ ਇੱਜੜ ਮਿਲਿਆ। ਉਸ ਵਿੱਚੋਂ ਮੈਂ ਆਪਣੇ ਗੁਲੇਲੇ ਨਾਲ ਅਤੇ ਦੂਜਾ ਪੀਟਰਕਨ ਨੇ ਆਪਣੇ ਨੇਜੇ ਨਾਲ ਅੜੁੰਬ ਲਿਆ। ਇਸ ਸ਼ਿਕਾਰ 'ਤੇ ਅਸੀਂ ਬੜੇ ਖੁਸ਼ ਹੋਏ ਕਿਉਂਕਿ ਅਸੀਂ 2-3 ਦਿਨ ਇਸ 'ਤੇ ਗੁਜ਼ਾਰਾ ਕਰ ਸਕਦੇ ਸਾਂ। ਇਸ ਪਿੱਛੋਂ ਕਈ ਦਿਨ ਤੱਕ ਜੈਕ ਨੇ ਇੱਕ ਬੇੜੀ ਬਣਾਉਣ ਵਿੱਚ ਲਾਏ। ਇੱਕ ਦਿਨ ਪੀਟਰਕਨ ਅਤੇ ਮੈਂ ਖਾਣਾ ਮੇਜ਼ 'ਤੇ ਲਾ ਕੇ ਖਾਣ ਪੀਣ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ ਕਿ ਪੀਟਰਕਨ ਕੰਢੇ ਵੱਲੋਂ ਭੱਜਾ ਆਇਆ ਅਤੇ ਆਪਣੀ ਕੁਹਾੜੀ ਨੂੰ ਪੁੰਜੇ ਸੁੱਟ ਕੇ ਕਹਿਣ ਲੱਗਾ, ਬੇੜੀ ਬਿਲਕੁਲ ਤਿਆਰ ਹੋ ਗਈ ਹੈ, ਹੁਣ ਬਸ 4 ਚੱਪੂਆਂ ਦੀ ਲੋੜ ਹੈ, ਫਿਰ ਅਸੀਂ ਸਮੁੰਦਰ ਵਿੱਚ ਸਫ਼ਰ 'ਤੇ ਜਾ ਸਕਾਂਗੇ। ਇਹ ਖਬਰ ਸੁਣ ਕੇ ਅਸੀਂ ਖੁਸ਼ੀ ਨਾਲ ਪੁੱਠੀ ਛਾਲ ਮਾਰੀ। ਸਾਨੂੰ ਨਹੀਂ ਸੀ ਆਸ ਕਿ ਬੇੜੀ ਇਤਨੀ ਜਲਦੀ ਤਿਆਰ ਹੋ ਜਾਵੇਗੀ। ਇਹਦਾ ਸਾਰਾ ਸਿਹਰਾ ਜੈਕ ਦੇ ਸਿਰ 'ਤੇ ਸੀ ਕਿਉਂਕਿ ਉਹਨੇ ਬੇੜੀ ਤਿਆਰ ਕਰਨ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ। ਅਗਲਾ ਸਾਰਾ ਦਿਨ ਅਸੀਂ ਚੱਪੂ ਤਿਆਰ ਕਰਨ ਵਿੱਚ ਲਾਇਆ। ਜਦ ਚੱਪੂ ਤਿਆਰ ਹੋ ਗਏ ਤਾਂ ਅਸੀਂ ਬੇੜੀ ਵਿੱਚ ਚੜ੍ਹ ਕੇ ਪਹਿਲੋਂ ਲਾਗੇ ਦੇ ਟਾਪੂਆਂ ਵਿੱਚ ਗਏ, ਪਰ ਉੱਥੇ ਸਾਨੂੰ ਕੋਈ ਖਾਸ ਘਟਨਾ ਨਾ ਵਾਪਰੀ। ਇੱਕ ਦਿਨ ਅਸੀਂ ਆਪਣੀ ਪੂਰੀ ਤਿਆਰੀ ਕਰਕੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਨਾਲ ਰੱਖ ਕੇ ਪੈਂਗੁਇਨ ਟਾਪੂ ਵੱਲ ਜਾਣ ਦੀ ਤਿਆਰੀ ਕਰ ਲਈ। ਇਹਨਾਂ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ 3 ਸੂਟ ਸਨ ਜੋ ਪੀਟਰਕਨ ਇੱਕ ਦਿਨ ਪਹਿਲਾਂ ਮਾਰ ਕੇ ਲਿਆਇਆ ਸੀ ਅਤੇ ਕੁਝ ਟੀਲਾਂ ਸਨ ਜੋ ਮੈਂ ਗੁਲੇਲੇ ਨਾਲ ਮਾਰੀਆਂ ਸਨ। ਪੈਂਗੁਇਨ ਦਾ ਟਾਪੂ 'ਤੇ ਤੂਫਾਨ। ਅਸੀਂ 2 ਘੰਟਿਆਂ ਦੇ ਸਫ਼ਰ ਪਿੱਛੋਂ ਪੈਂਗੁਇਨ ਟਾਪੂ ਦੇ ਲਾਗੇ ਪਹੁੰਚੇ। ਪੀਟਰਕਨ ਕਹਿਣ ਲੱਗਾ, ਉਹ ਵੇਖ ਜਿਨ੍ਹਾਂ ਨੂੰ ਤੂੰ ਸਿਪਾਹੀ ਕਹਿੰਦਾ ਸੈਂ, ਇਹਨਾਂ ਦੇ ਚਿੱਟੇ ਪਜਾਮੇ ਕੈਸੇ ਸਾਫ਼ ਲੱਗਦੇ ਨੇ। ਵੇਖੀਏ ਤਾਂ ਸਹੀ ਕਿ ਸਾਡੇ ਇੱਥੇ ਆਉਣ 'ਤੇ ਗੁੱਸਾ ਤਾਂ ਨਹੀਂ ਕਰਦੇ। ਜੈਕ ਨੇ ਕਿਹਾ, ਤੂੰ ਹੁਣ ਗੱਲ ਨਾ ਕਰ, ਬਸ ਸਾਰਾ ਜ਼ੋਰ ਲਾ ਕੇ ਚੱਪੂ ਮਾਰੀ ਜਾ। ਜਦ ਅਸੀਂ ਟਾਪੂ ਦੇ ਬਹੁਤ ਨੇੜੇ ਪਹੁੰਚੇ ਤਾਂ ਇਹਨਾਂ ਪੈਂਗੁਇਨਸ ਦੀਆਂ ਹਾਸੋਹੀਣੀਆਂ ਸ਼ਕਲਾਂ ਵੇਖ ਕੇ ਅਸੀਂ ਬੜੇ ਪ੍ਰਸੰਨ ਹੋਏ। ਉਸ ਟਾਪੂ 'ਤੇ ਜਿੱਥੇ ਉਹ ਅਸਲ ਸਨ ਇੱਕ ਵੱਡੀ ਸਾਰੀ ਸਮੁੰਦਰੀ ਉੱਭਰੀ ਹੋਈ ਚਟਾਨ ਸੀ। ਪੈਂਗੁਇਨ ਸਿਪਾਹੀਆਂ ਵਾਂਗ ਆਪਣੀਆਂ ਨਿੱਕੀਆਂ ਲੱਤਾਂ ਦੇ ਸਿੱਧੇ ਖੜ੍ਹੇ ਸਨ। ਉਹਨਾਂ ਦੇ ਸਿਰ ਕਾਲੇ ਸਨ, ਲੰਮੀਆਂ ਚੁੰਝਾਂ ਸਨ। ਉਹ ਛਾਤੀ ਤੋਂ ਚਿੱਟੇ ਅਤੇ ਪਿੱਠ ਤੋਂ ਗੂੜ੍ਹੇ ਨੀਲੇ ਰੰਗ ਦੇ ਸਨ। ਉਹਨਾਂ ਦੇ ਪਰ ਬੜੇ ਛੋਟੇ ਸਨ ਅਤੇ ਉਹ ਪਾਣੀ ਵਿੱਚ ਤਰਨ ਦਾ ਕੰਮ ਦਿੰਦੇ ਸਨ। ਉਹ ਹਜ਼ਾਰਾਂ ਦੀ ਗਿਣਤੀ ਵਿੱਚ ਚਟਾਨ 'ਤੇ ਖੜੋਤੇ ਸਨ ਅਤੇ ਬੜੇ ਅਨੋਖੇ ਕਿਸਮ ਦਾ ਰੌਲਾ ਪਾ ਰਹੇ ਸਨ। ਸਾਨੂੰ ਵੇਖਦਿਆਂ ਹੀ ਉਹਨਾਂ ਵਿੱਚੋਂ ਇੱਕ ਵੱਡੇ ਪੈਂਗੁਇਨ ਨੇ ਜੋ ਸਾਡੀ ਵੱਲ ਖੜ੍ਹਾ ਸੀ ਬੜੇ ਹੈਰਾਨ ਨਾਲ ਵੇਖ ਰਿਹਾ ਸੀ, ਘਬਰਾ ਕੇ ਸਮੁੰਦਰ ਵਿੱਚ ਛਾਲ ਕੱਢ ਮਾਰੀ ਅਤੇ ਇੱਕ ਚੁੱਭੀ ਮਾਰ ਕੇ ਕਿੰਨੀ ਦੂਰ ਜਾ ਕੇ ਪਾਣੀ ਵਿੱਚ ਜ਼ੋਰ ਦੀ ਉਛਲਿਆ, ਜਿਵੇਂ ਕਿ ਮੱਛੀਆਂ ਕਈ ਵਾਰ ਪਾਣੀ ਵਿੱਚੋਂ ਬਾਹਰ ਉਛਲਦੀਆਂ ਹਨ। ਅਸੀਂ ਕਿੰਨਾ ਚਿਰ ਪੈਂਗੁਇਨਸ ਨੂੰ ਵੇਖਦੇ ਰਹੇ ਅਤੇ ਅੰਤ ਨੂੰ ਅਸੀਂ ਬੇੜੀ ਕੰਢੇ ਲਾਗੇ ਲੈ ਗਏ। ਇਹ ਵੇਖ ਕੇ ਅਸੀਂ ਬੜੇ ਹੈਰਾਨ ਹੋਏ ਕਿ ਉਹ ਸਾਡੇ 'ਤੇ ਹਮਲਾ ਕਰਨ ਜਾਂ ਡਰ ਦੇ ਮਾਰੇ ਭੱਜ ਦਿਆਂ ਪੱਥਰ ਦੇ ਬੁੱਤਾਂ ਵਾਂਗ ਜਿਉਂ ਦੇ ਤਿਉਂ ਖੜ੍ਹੇ ਰਹੇ ਅਤੇ ਸਾਡੇ ਵੱਲ ਹੈਰਾਨੀ ਨਾਲ ਵੇਖਦੇ ਰਹੇ। ਅਸੀਂ ਇਸ ਟਾਪੂ ਵਿੱਚ 3 ਕੁ ਚੱਕਰ ਲਾ ਕੇ ਆਪਣੇ ਟਿਕਾਣੇ ਵੱਲ ਮੁੜਨ ਦਾ ਵਿਚਾਰ ਬਣਾਇਆ, ਪਰ ਰਾਹ ਵਿੱਚ ਸਾਨੂੰ ਅਚਾਨਕ ਇੱਕ ਜ਼ਬਰਦਸਤ ਤੂਫਾਨ ਨੇ ਆ ਘੇਰਿਆ। ਸਾਡਾ ਖਿਆਲ ਸੀ ਕਿ ਅਸੀਂ ਲਾਗੇ ਦੇ ਇੱਕ ਨਿੱਕੇ ਜਿਹੇ ਟਾਪੂ ਵਿੱਚ ਰਾਤ ਕੱਟਾਂਗੇ। ਅਸੀਂ ਵਾਹੋਦਾਈ ਚੱਪੂ ਮਾਰਨ ਲੱਗ ਪਏ ਤਾਂ ਜੋ ਹਨੇਰਾ ਹੋਣ ਤੋਂ ਪਹਿਲਾਂ ਉੱਥੇ ਪਹੁੰਚ ਜਾਈਏ, ਪਰ ਇਸ ਖਤਰੇ ਦਾ ਅਨੁਮਾਨ ਨਹੀਂ ਸੀ ਲਾਇਆ। ਹਵਾ ਜਿਸ ਦੀ ਸਹਾਇਤਾ ਨਾਲ ਅਸੀਂ ਪੈਂਗੁਇਨ ਟਾਪੂ ਵਿੱਚ ਪਹੁੰਚੇ ਸਾਂ, ਉਹ ਪਹਿਲਾਂ ਨਾਲੋਂ ਬਹੁਤ ਤੇਜ਼ ਵਗਣ ਲੱਗ ਪਈ ਅਤੇ ਅੰਤ ਨੂੰ ਇਹਨੇ ਤੂਫਾਨ ਦਾ ਰੂਪ ਧਾਰਨ ਕਰ ਲਿਆ। ਛੱਲਾਂ ਬੜੀਆਂ ਉੱਚੀਆਂ ਉਛਲਣ 'ਤੇ ਸਾਡੀ ਕਿਸ਼ਤੀ ਨਾਲ ਟਕਰਾਉਣ ਲੱਗ ਪਈਆਂ। ਅਸੀਂ ਆਪਣੀ ਬੇੜੀ ਨੂੰ ਬੜੀ ਮੁਸ਼ਕਿਲ ਨਾਲ ਡੁੱਬਣੋਂ ਬਚਾਉਂਦੇ ਰਹੇ। ਜੈਕ ਨੇ ਸਾਨੂੰ ਦੋਹਾਂ ਨੂੰ ਕਿਹਾ ਕਿ ਬਾਦਵਾਨਾਂ ਨੂੰ ਥੱਲੇ ਲਾਉਣ ਲਈ ਤਿਆਰ ਹੋ ਜਾਓ, ਮੈਨੂੰ ਡਰ ਹੈ ਕਿ ਸਾਥੋਂ ਟਾਪੂ 'ਤੇ ਨਹੀਂ ਪਹੁੰਚਿਆ ਜਾਣਾ। ਤੂਫਾਨ ਨੇ ਸਾਨੂੰ ਮੁੜ ਘਿੜ ਕੇ ਪੈਂਗੁਇਨ ਟਾਪੂ ਵੱਲ ਲੈ ਜਾਣਾ ਹੈ। ਅਸੀਂ ਦੋਹਾਂ ਨੇ ਬਾਦਵਾਨ ਥੱਲੇ ਲਾਏ ਹੀ ਸਨ ਕਿ ਇੱਕਦਮ ਤੂਫਾਨ ਦਾ ਇੱਕ ਜ਼ਬਰਦਸਤ ਝੋਂਕਾ ਆਇਆ ਅਤੇ ਬੇੜੀ ਉਲਟਣੋਂ ਵਾਲ ਬਚ ਗਈ, ਪਰ ਉਹ ਕੁਝ ਨਾ ਬੋਲ ਸਕੀ। ਪਰ ਉਹ ਅੱਧੀ ਕੁ ਫੇਰ ਵੀ ਪਾਣੀ ਨਾਲ ਭਰ ਗਈ। ਅਸੀਂ ਉਹ ਪਾਣੀ ਦਬਾ ਦਬ ਬਾਹਰ ਕੱਢ ਦਿੱਤਾ,
ਪਰ ਸਾਨੂੰ ਜਿਸ ਗੱਲ ਦਾ ਡਰ ਸੀ ਉਹੀ ਹੋਈ। ਥੋੜ੍ਹੀ ਆਪ ਮੁਹਾਰੇ ਪਾਣੀ ਵਿੱਚ ਤੂਫਾਨ ਦੇ ਅੱਗੇ ਅੱਗੇ ਗੇਂਦ ਵਾਂਗ ਰਿੜ੍ਹਦੀ ਜਾ ਰਹੀ ਸੀ ਤੇ ਅੱਗ ਦੇ ਫੋਰ ਵਿੱਚ ਪੈਂਗੂਇਨ ਟਾਪੂਆਂ ਕੋਲੋਂ ਦੀ ਲੰਘਦੀ ਹੋਈ ਖੁੱਲ੍ਹੇ ਸਮੁੰਦਰ ਵਿੱਚ ਜਾ ਨਿਕਲੀ। ਹੁਣ ਸਾਨੂੰ ਡਰ ਪੈ ਗਿਆ ਕਿ ਅਸੀਂ ਜਾਂ ਤਾਂ ਬਿਨਾਂ ਥਾਂ ਟਿਕਾਣੇ ਤੋਂ ਬੇੜੀ ਵਿੱਚ ਹੀ ਹੌਲੀ ਹੌਲੀ ਭੁੱਖੇ ਮਰ ਜਾਵਾਂਗੇ ਤੇ ਜਾਂ ਫਿਰ ਸਮੁੰਦਰ ਵਿੱਚ ਮੱਛਾਂ ਕੱਛਾਂ ਦਾ ਸ਼ਿਕਾਰ ਹੋ ਜਾਵਾਂਗੇ। ਅਚਾਨਕ ਹੀ ਜੈਕ ਦੇ ਮੂੰਹੋਂ ਖੁਸ਼ੀ ਦੀ ਚੀਕ ਨਿਕਲ ਗਈ। ਉਹਨੇ ਕੁਝ ਦੂਰ ਇੱਕ ਚਟਾਨ ਵੱਲ ਇਸ਼ਾਰਾ ਕੀਤਾ ਜੋ ਤੂਫਾਨ ਵਿੱਚ ਹਨੇਰੇ ਕਾਰਨ ਸਾਨੂੰ ਬਹੁਤ ਦੂਰੋਂ ਪਹਿਲਾਂ ਨਜ਼ਰ ਨਹੀਂ ਸੀ ਆਈ। ਅਸਲ ਵਿੱਚ ਇਹ ਟਾਪੂ ਨਹੀਂ ਸੀ, ਬਲਕਿ ਇੱਕ ਛੋਟੀ ਜਿਹੀ ਚਟਾਨ ਦੀ ਪਾਣੀ ਵਿੱਚੋਂ ਉੱਭਰੀ ਹੋਈ ਚੋਟੀ ਸੀ। ਇਸ 'ਤੇ ਛੱਲਾਂ ਬੜੀ ਜ਼ੋਰ ਦੀ ਥਪੇੜੇ ਮਾਰ ਰਹੀਆਂ ਸਨ। ਉਸ 'ਤੇ ਕੋਈ ਐਸੀ ਥਾਂ ਨਹੀਂ ਸੀ ਜਿਸ ਦੀ ਆੜ ਵਿੱਚ ਅਸੀਂ ਆਪਣੀ ਬੇੜੀ ਤੂਫਾਨ ਤੋਂ ਬਚਾਉਣ ਲਈ ਬੰਨ੍ਹ ਸਕਦੇ। ਜੈਕ ਨੇ ਇਸ ਨੂੰ ਵੇਖਦਿਆਂ ਹੀ ਕਿਹਾ, ਬਾਦਬਾਨਾਂ ਨੂੰ ਜ਼ਰਾ ਉੱਚਾ ਕਰ ਦਿਓ। ਅਸੀਂ ਇੰਝ ਹੀ ਕੀਤਾ ਤੇ ਪਾਣੀ ਭਾਵੇਂ ਫਿਰ ਵੀ ਥੋੜ੍ਹੀ ਬੇੜੀ ਕੰਢੇ ਗੋਡੇ ਗੋਡੇ ਚੜ੍ਹ ਗਿਆ ਹੋਣਾ ਹੈ, ਪਰ ਜੈਕ ਸਾਨੂੰ ਚਟਾਨ ਦੇ ਪਰਲੇ ਪਾਸੇ ਜਿੱਥੇ ਤੂਫਾਨ ਦਾ ਕੋਈ ਅਸਰ ਨਹੀਂ ਸੀ ਲੈ ਜਾਣ ਵਿੱਚ ਕਾਮਯਾਬ ਹੋ ਗਿਆ। ਅਸੀਂ ਜਾਂਦਿਆਂ ਹੀ ਕੰਢੇ 'ਤੇ ਛਾਲ ਮਾਰੀ ਤੇ ਬੇੜੀ ਨੂੰ ਚਟਾਨ ਨਾਲ ਬੰਨ੍ਹ ਦਿੱਤਾ। ਭਾਵੇਂ ਅਸੀਂ ਬਚ ਗਏ ਸਾਂ, ਪਰ ਉਸ ਚਟਾਨ 'ਤੇ ਇੱਕ ਤੂਫਾਨ ਵਿੱਚ ਕੋਈ ਇੱਕ ਪਲ ਵੀ ਕੱਟਣਾ ਪਸੰਦ ਨਹੀਂ ਸੀ ਕਰ ਸਕਦਾ। ਅਸੀਂ ਆਪਣੀ ਪਾਣੀ ਨਾਲ ਬਿਲਕੁਲ ਭਿੱਜੇ ਹੋਏ ਸਾਂ। ਛੱਲਾਂ ਮਿੰਟ ਪਿੱਛੋਂ ਸਾਡੇ ਸਿਰ ਤੋਂ ਆ ਕੇ ਲੰਘ ਜਾਂਦੀਆਂ ਸਨ। ਥਾਂ ਕੇਵਲ ਆਰ ਪਾਰ 12 ਕੁ ਗਜ ਸੀ ਤੇ ਪੱਥਰ ਦੇ ਖਤਰੇ ਵਿੱਚ ਅਸੀਂ ਇਸ ਥਾਂ ਤੋਂ ਜ਼ਰਾ ਜਿੰਨਾ ਵੀ ਹਿੱਲ ਨਹੀਂ ਸਾਂ ਸਕਦੇ। ਸਾਡੇ ਪਿਛਲੇ ਪਾਸੇ ਚਟਾਨ ਦੇ ਉੱਪਰ ਵੱਲ ਨੂੰ ਸਾਨੂੰ ਇੱਕ ਕੁੰਦਰ ਦਿਸੀ ਜਿਹੜੀ ਅੰਦਰੋਂ ਸੁੱਕੀ ਸੀ। ਅਸੀਂ ਜੈਕ ਦੇ ਕਹਿਣ 'ਤੇ ਉਸ ਅੰਦਰ ਚਲੇ ਗਏ। ਅਸੀਂ ਥੋੜ੍ਹੀ ਬੇੜੀ ਵਿੱਚੋਂ ਖਾਣ ਪੀਣ ਦਾ ਸਮਾਨ ਕੱਢਿਆ, ਕੱਪੜੇ ਸੁਕਾਏ ਤੇ ਬਾਦਬਾਨਾਂ ਨੂੰ ਭੁੰਜੇ ਵਿਛਾ ਕੇ ਉਹਨਾਂ 'ਤੇ ਬੈਠ ਕੇ ਖਾਣਾ ਖਾਧਾ। ਹੁਣ ਰਾਤ ਪੈ ਚੁੱਕੀ ਸੀ, ਚਾਰੋਂ ਪਾਸੇ ਹਨੇਰਾ ਕੁੱਪ ਸੀ। ਅਸੀਂ ਮਨ ਨੂੰ ਤਰਵਾਸ ਦੇਣ ਲਈ ਕਦੀ ਇੱਕ ਦੂਜੇ ਨੂੰ ਟੋਹ ਲੈਂਦੇ ਸਾਂ। ਇਸ ਤੋਂ ਸਾਨੂੰ ਇਹ ਵੀ ਯਕੀਨ ਹੋ ਜਾਂਦਾ ਸੀ ਕਿ ਅਸੀਂ ਸਭ ਹਾਲੀ ਤੱਕ ਕਾਇਮ ਹਾਂ। ਬਦਕਿਸਮਤੀ ਨਾਲ ਥੋੜ੍ਹੇ ਚਿਰ ਪਿੱਛੋਂ ਹਵਾ ਦਾ ਰੁਖ ਬਦਲ ਗਿਆ ਅਤੇ ਪਾਣੀ ਸਾਡੇ ਪੈਰਾਂ ਤੱਕ ਪਹੁੰਚ ਗਿਆ। ਬੇੜੀ ਨੂੰ ਟੁਕੜੇ ਹੋਣ ਤੋਂ ਬਚਾਉਣ ਲਈ ਅਸੀਂ ਉਹਨੂੰ ਵੀ ਅੰਦਰ ਵੱਲ ਖਿੱਚ ਲਿਆ। ਕਦੀ ਬਿਜਲੀ ਦੀ ਲਿਸ਼ਕ ਵਿੱਚ ਸਾਨੂੰ ਆਪਣੀ ਸਥਿਤੀ ਦਾ ਗਿਆਨ ਹੁੰਦਾ ਸੀ, ਪਰ ਫਿਰ ਹਨੇਰਾ ਛਾ ਜਾਂਦਾ ਸੀ। ਬਿਜਲੀ ਦੀ ਗਰਜ ਸਾਡੇ ਕੰਨਾਂ ਦੇ ਪੜਦੇ ਪਾੜ ਰਹੀ ਸੀ ਤੇ ਇੰਝ ਲੱਗਦਾ ਸੀ ਕਿ ਬਿਜਲੀ ਸਾਡੇ ਸਿਰ 'ਤੇ ਪਈ ਕਿ ਪਈ। ਸੱਚਮੁੱਚ ਇਹ ਇੱਕ ਬੜੀ ਭਿਆਨਕ ਰਾਤ ਸੀ। ਇੱਕ ਤਾਂ ਥਾਂ ਖਤਰਨਾਕ ਸੀ, ਦੂਜੇ ਹਨੇਰਾ ਉਹਨੂੰ ਹੋਰ ਵੀ ਭਿਆਨਕ ਬਣਾ ਰਿਹਾ ਸੀ। ਰੱਬ ਕਰਕੇ ਪੌ ਫਟਾਲਾ ਹੋਇਆ ਤੇ ਸਾਡੀ ਜਾਨ ਵਿੱਚ ਜਾਨ ਆਈ। 3 ਦਿਨ ਤੱਕ ਤੂਫਾਨ ਚੱਲਦਾ ਰਿਹਾ ਤੇ ਸਾਨੂੰ ਇਸ ਚਟਾਨ ਦੀ ਕੈਦ ਵਿੱਚ ਰਹਿਣਾ ਪਿਆ। ਚੌਥੇ ਦਿਨ ਦੀ ਸਵੇਰ ਵੇਲੇ ਮਸਾਂ ਤੂਫਾਨ ਰੁਕਿਆ। ਇਹਨਾਂ 3 ਦਿਨਾਂ ਵਿੱਚ ਅਸੀਂ ਕੇਵਲ ਕੁਝ ਮਿੰਟ ਹੀ ਸੌਂ ਸਕੇ ਹੋਵਾਂਗੇ, ਪਰ ਚੌਥੇ ਦਿਨ ਅਸੀਂ ਖਤਰੇ ਤੋਂ ਵਿਹਲੇ ਹੋ ਕੇ ਕੂਕ ਸੁੱਤੇ ਰਹੇ। ਜਦ ਅਸੀਂ ਦੁਬਾਰਾ ਉੱਠੇ ਤਾਂ ਸਮੁੰਦਰ ਵਿੱਚ ਪਾਣੀ ਕਾਫੀ ਥੱਲੇ ਲੱਥ ਚੁੱਕਾ ਸੀ। ਅਸੀਂ ਬੇੜੀ ਨੂੰ ਸਮੁੰਦਰ ਵਿੱਚ ਠੇਲਿਆ ਤੇ ਆਪਣੇ ਟਾਪੂ ਵੱਲ ਚਲੇ ਗਏ ਤੇ ਸਾਰੇ ਦਿਨ ਦੀ ਖੱਜਲ ਖੁਆਰੀ ਪਿੱਛੋਂ ਆਪਣੇ ਟਿਕਾਣੇ 'ਤੇ ਪਹੁੰਚ ਗਏ। ਉੱਥੇ ਪਹੁੰਚ ਕੇ ਤੇ ਸਭ ਕੁਝ ਠੀਕ ਠਾਕ ਵੇਖ ਕੇ ਸਾਡਾ ਚਿੱਤ ਇੱਕ ਵਾਰ ਫੇਰ ਖਿੜ ਗਿਆ। ਜੰਗਲੀਆਂ ਦੀ ਲੜਾਈ। ਇਸ ਘਟਨਾ ਤੋਂ ਕਈ ਮਹੀਨੇ ਬਾਅਦ ਤੱਕ ਅਸੀਂ ਆਪਣੇ ਟਾਪੂ 'ਤੇ ਬੜੇ ਆਰਾਮ ਵਿੱਚ ਤੇ ਮਜ਼ੇ ਵਿੱਚ ਰਹਿੰਦੇ ਰਹੇ। ਅਸੀਂ ਕਦੀ ਸ਼ਿਕਾਰ ਕਰਨ ਲਈ ਜੰਗਲ ਵਿੱਚ ਚਲੇ ਜਾਂਦੇ ਸਾਂ, ਕਦੀ ਵੀ ਪਹਾੜਾਂ ਵਿੱਚ ਸੈਰ ਸਪਾਟੇ ਲਈ ਨਿਕਲ ਜਾਂਦੇ ਸਾਂ। ਭਾਵੇਂ ਪੀਟਰਕਨ ਕਹਿੰਦਾ ਸੀ ਕਿ ਅਸੀਂ ਇਹ ਵੇਖਣ ਲਈ ਪਹਾੜਾਂ 'ਤੇ ਚੜ੍ਹਦੇ ਹਾਂ ਕਿ ਕਿਤੋਂ ਦੂਰ ਕੋਈ ਉਸ ਪਾਸਿਓਂ ਲੰਘ ਰਿਹਾ ਜਹਾਜ਼ ਦਿਸ ਪਵੇ ਜਿਸ ਦੁਆਰਾ ਅਸੀਂ ਆਪਣੇ ਦੇਸ਼ ਵਿੱਚ ਸੁੱਖ ਸਾਂਦ ਪਹੁੰਚ ਸਕੀਏ, ਪਰ ਅੰਦਰੋਂ ਸਾਡੇ ਵਿੱਚੋਂ ਇਤਨੀ ਜਲਦੀ ਵਾਪਸ ਜਾਣ ਦਾ ਚਾਹਵਾਨ ਕੋਈ ਵੀ ਨਹੀਂ ਸੀ। ਪੀਟਰਕਨ 14 ਸਾਲ ਦਾ ਸੀ, ਜੈਕ 18 ਦਾ ਤੇ ਮੈਂ 15 ਸਾਲਾਂ ਦਾ ਸੀ। ਸਾਨੂੰ ਪੂਰਾ ਵਿਸ਼ਵਾਸ ਸੀ ਕਿ ਜੇ ਸਾਡੇ ਜੀਵਨ ਦੇ 1-2 ਸਾਲ ਇੱਥੇ ਜ਼ਾਇਆ ਵੀ ਹੋ ਜਾਣ ਤਾਂ ਕੋਈ ਫਰਕ ਨਹੀਂ ਪਵੇਗਾ। ਮੌਸਮ ਸੁਹਾਵਣਾ ਸੀ, ਰੁੱਖ ਫਲਾਂ ਫੁੱਲਾਂ ਨਾਲ ਲੱਦੇ ਪਏ ਸਨ। ਸੂਰ ਦੇ ਸ਼ਿਕਾਰ ਦਾ ਕੋਈ ਘਾਟਾ ਨਹੀਂ ਸੀ। ਵੇਲੇ ਅਸੀਂ ਨਾਰੀਅਲ ਦੇ ਕੱਪੜੇ ਤੋਂ ਕੱਪੜਾ ਤਿਆਰ ਕਰਦੇ ਸਾਂ ਜਾਂ ਪਾਣੀ ਦੇ ਬਾਗ ਵਿੱਚ ਛਾਲਾਂ ਮਾਰਦੇ ਰਹਿੰਦੇ ਸਾਂ। ਪੀਟਰਕਨ ਵੀ ਥੋੜ੍ਹਾ ਬਹੁਤ ਤਰਨਾ ਸਿੱਖ ਗਿਆ ਸੀ, ਪਰ ਉਹ ਪਾਣੀ ਵਿੱਚ ਚੁੱਭੀ ਮਾਰਨੋਂ ਕੰਨੀ ਕੁਤਰਾਉਂਦਾ ਸੀ। ਫਿਰ ਵੀ ਉਹਦਾ ਹੀਰਿਆਂ ਵਾਲੀ ਕੁੰਦਰ ਨੂੰ ਵੇਖਣ ਦਾ ਬੜਾ ਜੀਅ ਕਰਦਾ ਸੀ, ਜਿੱਥੇ ਚੁੱਭੀ ਮਾਰਨੀ ਸਿੱਖਣ ਤੋਂ ਬਿਨਾਂ ਆਪੜਨਾ ਨਾਮੁਮਕਿਨ ਸੀ। ਇੱਕ ਦਿਨ ਮੈਂ ਤੇ ਜੈਕ ਹਰ ਰੋਜ਼ ਵਾਂਗ ਹੀਰਿਆਂ ਵਾਲੀ ਕੁੰਦਰ ਦੀ ਪਰਲੀ ਚਟਾਨ 'ਤੇ ਬੈਠੇ ਸਾਂ। ਤਿਲਕਣ ਨਾਲ ਪੀਟਰਕਨ ਪਾਣੀ ਵਿੱਚ ਡਿੱਗ ਪਿਆ ਤੇ ਉੱਥੋਂ ਬਾਹਰ ਨਿਕਲ ਕੇ ਆਪਣੇ ਭਿੱਜੇ ਹੋਏ ਕੱਪੜੇ ਸੁਕਾ ਰਿਹਾ ਸੀ। ਅਚਾਨਕ ਸਾਨੂੰ ਦੂਰ ਖਤਿਜ ਦਿਸ਼ਾ ਵੱਲ 2 ਕੁ ਬੇੜੀਆਂ ਸਾਡੇ ਟਾਪੂ ਵੱਲ ਆਉਂਦੀਆਂ ਦਿਸੀਆਂ। ਇਹ ਵੇਖ ਕੇ ਜੈਕ ਦੇ ਚਿਹਰੇ 'ਤੇ ਘਬਰਾਹਟ ਦੇ ਨਿਸ਼ਾਨ ਨਜ਼ਰ ਆਉਣ ਲੱਗ ਪਏ। ਉਹ ਕਹਿਣ ਲੱਗਾ, ਮੈਨੂੰ ਇੰਝ ਲੱਗਦਾ ਹੈ ਕਿ ਇੱਥੋਂ ਦੇ ਜੰਗਲੀ ਲੋਕਾਂ ਨੂੰ ਸਾਡੇ ਬਾਰੇ ਸੂਹ ਲੱਗ ਗਈ ਹੈ। ਉਹ ਬੇੜੀਆਂ ਵਿੱਚ ਚੜ੍ਹ ਕੇ ਸਾਨੂੰ ਫੜਨ ਆਏ ਲੱਗਦੇ ਨੇ ਤੇ ਜੇ ਸੱਚਮੁੱਚ ਉਹ ਸਾਡੇ ਟਾਪੂ ਵੱਲ ਆਉਂਦੇ ਹੋਏ ਤਾਂ ਸਾਨੂੰ ਲੁਕ ਜਾਣਾ ਚਾਹੀਦਾ ਹੈ, ਨਹੀਂ ਤਾਂ ਮਾਰੇ ਜਾਵਾਂਗੇ। ਜੈਕ ਦੀ ਗੱਲ ਸੁਣ ਕੇ ਅਸੀਂ ਵੀ ਬੜੇ ਘਬਰਾ ਗਏ ਤੇ ਬਿਨਾਂ ਸੋਚੇ ਸਮਝੇ ਉਹਦੇ ਮਗਰ ਲੰਮੇ ਕਦਮ ਮਾਰਦੇ ਹੋਏ ਜੰਗਲ ਵੱਲ ਤੁਰ ਪਏ। ਵੇਖੋ ਸਾਡੇ ਕੋਲੋਂ ਕਿੱਡੀ ਭੁੱਲ ਹੋਈ ਏ ਕਿ ਅਸੀਂ ਅੱਜ ਆਪਣੇ ਨਾਲ ਇੱਕ ਵੀ ਸ਼ਸਤਰ ਨਹੀਂ ਲਿਆਏ।
ਮੈਂ ਇੱਕ ਝਾੜੀ ਪਿੱਛੇ ਲੁਕਦੇ ਹੋਏ ਕਿਹਾ। ਜੈਕ ਕਹਿਣ ਲੱਗਾ, ਤੂੰ ਫਿਕਰ ਨਾ ਕਰ, ਇੱਥੋਂ ਹੁਣੇ ਬਥੇਰੇ ਡੰਡੇ ਮਿਲ ਜਾਣੇ ਨੇ। ਇਹ ਕਹਿ ਕੇ ਉਹਨੇ ਮੋਟੇ-ਮੋਟੇ 4-5 ਡੰਡੇ ਫੜੇ। ਇਹ ਡੰਡੇ ਪੀਟਰਕਿਨ ਵੇਲੇ ਹੋਰ ਕੋਈ ਕੰਮ ਨਾ ਹੋਣ ਕਰਕੇ ਬਣਾਉਂਦਾ ਰਹਿੰਦਾ ਸੀ ਤੇ ਇਹਨਾਂ ਬਾਰੇ ਜੈਕ ਨੂੰ ਪਤਾ ਸੀ। ਅਸੀਂ ਤਿੰਨਾਂ ਨੇ ਇੱਕ ਡੰਡਾ ਪਕੜਿਆ ਤੇ ਇੱਕ ਚਟਾਨ ਪਿੱਛੋਂ ਲੁਕਵੀਂ ਥਾਂ ਤੋਂ ਬੇੜੀਆਂ ਨੂੰ ਕੰਢੇ ਵੱਲ ਆਉਂਦਿਆਂ ਵੇਖਣ ਲੱਗ ਪਏ। ਅਸੀਂ ਵੇਖਿਆ ਕਿ ਦੂਜੀ ਬੇੜੀ ਪਹਿਲੀ ਬੇੜੀ ਦੇ ਮਗਰ ਲੱਗੀ ਹੋਈ ਸੀ। ਪਹਿਲੀ ਬੇੜੀ ਵਿੱਚ 40 ਕੁ ਔਰਤਾਂ ਤੇ ਬੱਚੇ ਲੱਦੇ ਹੋਏ ਸਨ। ਜੋ ਬੇੜੀ ਪਿੱਛਾ ਕਰ ਰਹੀ ਸੀ ਉਸ ਵਿੱਚ ਕੇਵਲ ਆਦਮੀ ਹੀ ਆਦਮੀ ਸਨ ਤੇ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈਸ ਸਨ ਤੇ ਵਾਹੂ ਦਾ ਹੀ ਚੱਪੂ ਮਾਰ ਰਹੇ ਸਨ ਜੋ ਪਹਿਲੀ ਬੇੜੀ ਵਾਲਿਆਂ ਦੇ ਕੰਢੇ ਤੇ ਆਪਣਨ ਤੋਂ ਪਹਿਲਾਂ ਹੀ ਉਹਨੂੰ ਆ ਦਬੋਚਣ। ਪਹਿਲੀ ਬੇੜੀ ਵਾਲੇ ਆਪਣੀ ਬੇੜੀ ਉਸ ਚਟਾਨ ਵੱਲ ਲਿਆ ਰਹੇ ਸਨ ਜਿਸ ਪਿੱਛੇ ਅਸੀਂ ਲੁਕੇ ਹੋਏ ਸਨ। ਬੇੜੀ ਵਾਲਿਆਂ ਲਈ ਉਹਦੀਆਂ ਅੱਖਾਂ ਤੇ ਕਾਲੇ ਚਿਹਰਿਆਂ ਵਿੱਚ ਕੋਲਿਆਂ ਵਾਂਗ ਭਖ ਰਹੀਆਂ ਸਨ ਤੇ ਉਹ ਪੂਰਾ ਤਾਨ ਲਾ ਕੇ ਚੱਪੂ ਮਾਰ ਰਹੇ ਸਨ। ਉਹਨਾਂ ਦੀ ਬੇੜੀ ਜ਼ੋਰ ਨਾਲ ਕੰਢੇ ਵਿੱਚ ਆ ਕੇ ਵੱਜੀ ਤੇ ਬੇੜੀ ਵਾਲੇ ਉਸ ਵਿੱਚੋਂ ਛਾਲਾਂ ਮਾਰ ਕੇ ਕੰਢੇ ਤੇ ਪਹੁੰਚ ਗਏ। ਤਿੰਨਾਂ ਵਿੱਚੋਂ 2 ਇਸਤਰੀਆਂ ਜਿਨ੍ਹਾਂ ਦੇ ਕੁੱਛੜ ਬੱਚੇ ਸਨ ਜੰਗਲ ਵੱਲ ਨੱਸ ਗਈਆਂ। ਆਦਮੀ ਕੰਢੇ ਤੇ ਨੇਜ਼ੇ, ਬਰਛੀਆਂ, ਡਾਂਗਾਂ ਦੇ ਪੱਥਰ ਹੱਥ ਵਿੱਚ ਪਕੜ ਕੇ ਖੜੋ ਗਏ ਤਾਂ ਜੋ ਆਪਣਾ ਪਿੱਛਾ ਕਰਨ ਵਾਲਿਆਂ ਨੂੰ ਕੰਢੇ ਤੇ ਉਤਰਨ ਨਾ ਦੇਣ। ਦੂਜੀ ਬੇੜੀ ਵਾਲੇ ਵੀ ਝੱਬਦੇ ਹੀ ਕੰਢੇ ਲਾਗੇ ਪਹੁੰਚ ਗਏ ਤੇ ਪਹਿਲੀ ਬੇੜੀ ਵਾਲਿਆਂ ਨੇ ਉਹਦੇ ਤੇ ਮੀਂਹ ਵਾਂਗ ਪੱਥਰ ਵਰ੍ਹਾਏ, ਪਰ ਉਹਨੇ ਪੱਥਰਾਂ ਦੀ ਕੋਈ ਪਰਵਾਹ ਨਾ ਕੀਤੀ ਤੇ ਨਾਰੇ ਮਾਰਦੇ ਕੰਢੇ ਤੇ ਕੁੱਦ ਪਏ ਤੇ ਉਹਨਾਂ ਆਪਣੇ ਵੈਰੀਆਂ ਦੇ ਕੰਢੇ ਅੰਦਰ ਵੱਲ ਧੱਕ ਦਿੱਤਾ। ਇੱਥੇ ਇੱਕ ਜ਼ਬਰਦਸਤ ਲੜਾਈ ਹੋਈ। ਬਹੁਤਿਆਂ ਦੇ ਹੱਥ ਵਿੱਚ ਡਾਂਗਾਂ ਸਨ ਜਿਨ੍ਹਾਂ ਨਾਲ ਖੂਬ ਇੱਕ ਦੂਜੇ ਦਾ ਸਿਰ ਪਾੜਦੇ ਰਹੇ। ਉਹ ਸਰੀਰ ਵਿੱਚੋਂ ਵੀ ਲਗਭਗ ਨੰਗੇ ਸਨ ਤੇ ਬਿਲਕੁਲ ਸ਼ੈਤਾਨ ਦਾ ਰੂਪ ਲੱਗ ਰਹੇ ਸਨ। ਇਤਨਾ ਖੂਨ ਖਰਾਬਾ ਹੁੰਦਾ ਤੇ ਸਾਰਾ ਕਾਲਾ ਤੂਤ ਸਰਦਾਰ ਸੀ। ਇਹ ਉਹਦੇ ਪੀਲੇ ਸਿਰ ਦੇ ਕੰਢਿਆਂ ਵਾਂਗ ਵਾਲ ਸਨ। ਸਿਰ ਤੋਂ ਪੈਰਾਂ ਤੱਕ ਉਹਦਾ ਸਰੀਰ ਰੰਗਿਆ ਹੋਇਆ ਸੀ। ਉਹ ਬਿਲਕੁਲ ਜਿੰਨ ਦਾ ਰੂਪ ਲੱਗਦਾ ਸੀ। ਉਹਨੇ ਆਉਂਦਿਆਂ ਹੀ 4 ਆਦਮੀਆਂ ਦੇ ਸਿਰ ਫੇਹ ਦਿੱਤੇ। ਅਚਾਨਕ ਪੀਲੇ ਵਾਲਾਂ ਵਾਲੇ ਸਰਦਾਰ ਨੂੰ ਜਿੰਨੇ ਕੱਦ ਕਾਟਦੇ ਇੱਕ ਵੈਰੀ ਨੇ ਘੇਰ ਲਿਆ। ਉਹ ਦੋਵੇਂ ਇੱਕ ਪਲ ਲਈ ਇੱਕ ਦੂਜੇ ਵੱਲ ਟਿਕ ਲਾ ਕੇ ਵੇਖਦੇ ਰਹੇ। ਫਿਰ ਹਮਲਾ ਕਰਨ ਤੋਂ ਪਹਿਲਾਂ ਕਈ ਪੈਂਤਰੇ ਬਦਲਦੇ ਰਹੇ। ਆਖਰ ਪੀਲੇ ਵਾਲਾਂ ਵਾਲੇ ਸਰਦਾਰ ਨੇ ਆਪਣੀ ਡਾਂਗ ਉੱਪਰ ਵੱਲ ਚੁੱਕ ਕੇ ਆਪਣੇ ਵੈਰੀ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਪਿੱਛੋਂ ਅਚਾਨਕ ਪਿੱਛੋਂ ਪੱਥਰ ਉਹਦੇ ਵਿਰੋਧੀ ਦੇ ਸਿਰ ਵਿੱਚ ਵੱਜਣ ਨਾਲ ਉਹ ਉੱਥੇ ਹੀ ਚਿੱਤ ਹੋ ਗਿਆ। ਉਹਦੇ ਡਿੱਗਣ ਨਾਲ ਲੜਾਈ ਦਾ ਰੁਖ ਬਦਲ ਗਿਆ। ਪਹਿਲੀ ਬੇੜੀ ਵਾਲਿਆਂ ਦੇ ਹੌਸਲੇ ਟਹਿ ਗਏ ਤੇ ਉਹਨਾਂ ਭੱਜ ਕੇ ਝਾੜੀਆਂ ਪਿੱਛੇ ਲੁਕਣ ਦੀ ਕੋਸ਼ਿਸ਼ ਕੀਤੀ, ਪਰ ਪਹਿਲੀ ਬੇੜੀ ਵਾਲਿਆਂ ਨੇ ਵੇਖਦੇ ਹੀ ਉਹਨਾਂ ਵਿੱਚੋਂ ਕਈ ਮਾਰ ਮੁਕਾਏ ਤੇ 15 ਨੂੰ ਜਿਉਂਦਿਆਂ ਹੀ ਪਕੜ ਕੇ ਰੱਸੀਆਂ ਨਾਲ ਬੰਨ੍ਹ ਦਿੱਤਾ ਤੇ ਉਹਨੂੰ ਘਸੀਟ ਕੇ ਝਾੜੀਆਂ ਦੇ ਪਿੱਛੇ ਛੁੱਟ ਦਿੱਤਾ। ਫਿਰ ਆਪ ਕੰਢੇ ਤੇ ਜਿੱਥੇ ਲੜਾਈ ਹੋਈ ਸੀ ਆਪਣੇ ਬਾਕੀ ਸਾਥੀਆਂ ਨਾਲ ਆ ਰਲੇ ਜੋ ਉੱਥੇ ਆਪਣੇ ਜ਼ਖਮ ਧੋ ਰਹੇ ਸਨ। ਹਮਲਾ ਕਰਨ ਵਾਲਿਆਂ ਵਿੱਚੋਂ ਕੇਵਲ 28 ਜਣੇ ਹੀ ਬਚੇ। ਉਹਨਾਂ ਵਿੱਚੋਂ 3 ਨੂੰ ਝਾੜੀਆਂ ਵਿੱਚ ਲੁਕੇ ਹੋਏ ਬੱਚੇ ਤੇ ਇਸਤਰੀਆਂ ਨੂੰ ਲੱਭਣ ਲਈ ਭੇਜਿਆ ਗਿਆ। ਹਾਰਿਆਂ ਵਿੱਚੋਂ ਕੇਵਲ 15 ਹੀ ਬਚੇ। ਇਹਨਾਂ ਦੀਆਂ ਮੁਸ਼ਕਾਂ ਬੰਨ੍ਹ ਦਿੱਤੀਆਂ ਗਈਆਂ। ਸਾਨੂੰ ਡਰ ਸੀ ਕਿ ਤਾਜ਼ੇ ਪਾਣੀ ਦੀ ਪਾਲ ਵਿੱਚ ਹਮਲਾ ਕਰਨ ਵਾਲੇ ਕਿਤੇ ਚਟਾਨ ਤੇ ਚੜ੍ਹ ਕੇ ਸਾਡੀ ਲੁਕਵੀਂ ਥਾਂ ਹੀ ਨਾ ਦੱਸ ਦੇਣ। ਅਜਿਹੀ ਹਾਲਤ ਵਿੱਚ ਅਸੀਂ ਇਹੀ ਚੰਗਾ ਸਮਝਿਆ ਕਿ ਅਸੀਂ ਆਪਣੀ ਥਾਂ ਤੋਂ ਨਾ ਹਿੱਲੀਏ। ਜਿੱਤਣ ਵਾਲਿਆਂ ਵਿੱਚੋਂ 1-2 ਨੇ ਵਿੱਚੋਂ ਇੱਕ ਲਾਗੇ ਲਿਆਂਦਾ ਤੇ ਵੱਡੇ ਸਾਰੇ ਸੋਟੇ ਨਾਲ ਉਹਦਾ ਸਿਰ ਫੇਹ ਦਿੱਤਾ ਤੇ ਉਹਦੀ ਲਾਸ਼ ਨੂੰ ਕੱਟ ਵੱਢ ਕੇ ਅੱਗ ਤੇ ਭੁੰਨ ਕੇ ਖੂਬ ਮਜ਼ੇ ਨਾਲ ਖਾਧਾ। ਇਹ ਸਭ ਕੁਝ ਵੇਖ ਕੇ ਮੈਨੂੰ ਕੰਬਣੀ ਛਿੜ ਪਈ ਤੇ ਮੈਂ ਆਪਣੀ ਡਾਂਗ ਲੈ ਕੇ ਇਹਨਾਂ ਦੈਂਤਾਂ ਨੂੰ ਇਸ ਨਿਰਦਇਤਾ ਦਾ ਸਵਾਦ ਚਖਾਉਣ ਲਈ ਉੱਠਿਆ ਹੀ ਸਾਂ ਕਿ ਜੈਕ ਨੇ ਮੇਰੀ ਬਾਂਹ ਫੜ ਕੇ ਮੈਨੂੰ ਫੇਰ ਬਿਠਾ ਦਿੱਤਾ। ਅਚਾਨਕ ਜੰਗਲ ਵਿੱਚੋਂ ਇੱਕ ਚੀਕ ਸੁਣਾਈ ਦਿੱਤੀ। ਕੁਝ ਪਲਾਂ ਪਿੱਛੋਂ 2 ਆਦਮੀ, 3 ਇਸਤਰੀਆਂ ਤੇ ਉਹਨਾਂ ਦੇ ਦੁੱਧ ਪੀਂਦੇ ਬੱਚਿਆਂ ਨੂੰ ਧੂੰਦੇ ਹੋਏ ਉੱਥੇ ਆ ਪਹੁੰਚੇ। ਇਹ ਦੋਹਾਂ ਇਸਤਰੀਆਂ ਵਿੱਚੋਂ ਇੱਕ ਜਵਾਨ ਸੀ। ਉਹਦੇ ਚਿਹਰੇ ਤੇ ਬੜੀ ਨੇਕ ਲੱਗਦੀ ਸੀ। ਉਹਦਾ ਨੱਕ ਵੀ ਆਪਣੀ ਨਸਲ ਦੇ ਲੋਕਾਂ ਵਾਂਗ ਚੌੜਾ ਤੇ ਬੁੱਲ ਮੋਟੇ ਸਨ। ਉਹ ਰੰਗ ਦੀ ਕੁਝ ਸਾਫ਼ ਸੀ। ਹਮਲਾਵਰਾਂ ਦਾ ਸਰਦਾਰ ਉਹਨਾਂ ਵੱਲ ਵਧਿਆ ਤੇ ਉਹਨੇ ਵੱਡੀ ਉਮਰ ਦੀ ਇਸਤਰੀ ਦੇ ਬੱਚੇ ਨੂੰ ਉਹਦੇ ਹੱਥੋਂ ਬੜੀ ਬੇਰਹਿਮੀ ਨਾਲ ਖੋਹ ਕੇ ਸਮੁੰਦਰ ਵਿੱਚ ਵਗਾਹ ਮਾਰਿਆ। ਉਹ ਇਸਤਰੀ ਚੀਕ ਮਾਰ ਕੇ ਕਿਤੇ ਬੇਹੋਸ਼ ਹੋ ਕੇ ਡਿੱਗ ਪਈ। ਸਮੁੰਦਰ ਦੀਆਂ ਲਹਿਰਾਂ ਨੇ ਬੱਚੇ ਨੂੰ ਮੁੜ ਉਛਾਲ ਕੇ ਕੰਢੇ ਤੇ ਸੁੱਟ ਦਿੱਤਾ। ਜਵਾਨ ਲੜਕੀ ਸਰਦਾਰ ਸਾਹਮਣੇ ਲਿਆਂਦੀ ਗਈ ਤੇ ਉਹਨੇ ਉਸ ਨਾਲ ਕੁਝ ਗੱਲਬਾਤ ਕੀਤੀ ਜੋ ਦੂਰ ਹੋਣ ਕਰਕੇ ਸਾਨੂੰ ਸੁਣਾਈ ਨਾ ਦਿੱਤੀ, ਪਰ ਸਰਦਾਰ ਦੇ ਅੱਗ ਵੱਲ ਇਸ਼ਾਰਾ ਕਰਨ ਤੇ ਅਸੀਂ ਸਮਝਿਆ ਕਿ ਉਸ ਨੂੰ ਜਿਉਂਦਿਆਂ ਹੀ ਅੱਗ ਵਿੱਚ ਸੁੱਟਣ ਦੀ ਧਮਕੀ ਦੇ ਰਿਹਾ ਹੈ। ਇਹ ਵੇਖ ਕੇ ਜੈਕ ਨੇ ਕਿਹਾ, ਪੀਟਰਕਿਨ ਕੀ ਚਾਕੂ ਤੇਰੇ ਕੋਲ ਏ? ਇਸ ਤੇ ਜੈਕ ਨੇ ਕਿਹਾ, ਫਿਰ ਸੁਣੋ, ਮੈਂ ਜਿਵੇਂ ਕਹਿੰਦਾ ਹਾਂ ਉਹ ਦੋਵੇਂ ਉਸੇ ਤਰ੍ਹਾਂ ਹੀ ਕਰੀ ਜਾਇਓ। ਝਾੜੀਆਂ ਦੇ ਓਲੇ ਪਾਲੇ ਭੱਜ ਕੇ ਸਭ ਕੈਦੀਆਂ ਦੀਆਂ ਮੁਸ਼ਕਾਂ ਖੋਲ ਦਿਓ, ਜਲਦੀ ਕਰੋ। ਇਹ ਕਹਿ ਕੇ ਜੈਕ ਇੱਕਦਮ ਉੱਠਿਆ ਤੇ ਵੱਡਾ ਸਾਰਾ ਸੋਟਾ ਹੱਥ ਵਿੱਚ ਪਕੜ ਕੇ ਗੁੱਸੇ ਵਿੱਚ ਬੜੇ ਜ਼ੋਰ ਦੀ ਗਰਜਿਆ ਤੇ 15 ਫੁੱਟ ਉੱਚੀ ਚਟਾਨ ਤੋਂ ਥੱਲੇ ਛਾਲ ਮਾਰ ਕੇ ਜੰਗਲੀਆਂ ਤੇ ਜਾ ਪਿਆ ਤੇ ਪੈਂਦਿਆਂ ਹੀ ਇੱਕ ਨੂੰ ਚਿੱਤ ਕਰ ਦਿੱਤਾ। ਸਭ ਜੰਗਲੀ ਉਸ ਨੂੰ ਅਚਾਨਕ ਕਿਤੋਂ ਗੈਬ ਵਿੱਚੋਂ ਨਿਕਲਿਆ ਜਿਨਪੁੱਤ ਸਮਝ ਕੇ ਇੱਕ ਪਲ ਲਈ ਤਾਂ ਠਠੰਬਰ ਗਏ। ਇਤਨੇ ਨੂੰ ਜੈਕ ਸਰਦਾਰ ਵੱਲ ਲਪਕਿਆ, ਪਰ ਸਰਦਾਰ ਬਿਜਲੀ ਦੀ ਤੇਜ਼ੀ ਨਾਲ ਇੱਕ ਬੰਨੇ ਹੋ ਗਿਆ ਤੇ ਜੈਕ ਦਾ ਵਾਰ ਖਾਲੀ ਗਿਆ।
ਫਿਰ ਸਰਦਾਰ ਨੇ ਆਪਣੇ ਸੋਟੇ ਨਾਲ ਜੈਕ 'ਤੇ ਵਾਰ ਕੀਤਾ। ਜੈਕ ਨੇ ਵੀ ਫੁਰਤੀ ਨਾਲ ਇਹ ਵਾਰ ਬਚਾ ਲਿਆ। ਇਸ ਤਰ੍ਹਾਂ ਦੋਹਾਂ ਨੇ ਇੱਕ ਦੂਜੇ 'ਤੇ ਡਾਂਗਾਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਸਰਦਾਰ ਦੇ ਸਾਥੀਆਂ ਨੂੰ ਪੱਕਾ ਵਿਸ਼ਵਾਸ ਸੀ ਕਿ ਇਸ ਲੜਾਈ ਵਿੱਚ ਸਰਦਾਰ ਜ਼ਰੂਰ ਕਾਮਯਾਬ ਹੋਵੇਗਾ। ਇਸ ਲਈ ਉਹ ਇਸ ਲੜਾਈ ਨੂੰ ਦੂਰੋਂ ਖੜੇ ਖੜੇ ਹੀ ਵੇਖਦੇ ਰਹੇ। ਸਰਦਾਰ ਬੜਾ ਤਕੜਾ ਸੀ, ਪਰ ਉਹਦਾ ਸਰੀਰ ਮੋਟਾ ਹੋਣ ਕਾਰਨ ਉਹ ਜਲਦੀ ਹੀ ਹੱਫ ਗਿਆ। ਹੁਣ ਉਹਦੇ ਬਾਕੀ ਸਾਥੀ ਵੀ ਉਸ ਦੀ ਮਦਦ ਲਈ ਅਗਾਂਹ ਵਧੇ। ਜੈਕ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਹਨੇ ਆਪਣੀ ਕਿਸਮਤ ਦਾ ਫੈਸਲਾ ਇੱਕੋ ਤੇ ਆਖਰੀ ਮੌਕੇ 'ਤੇ ਨਿਰਭਰ ਸਮਝ ਕੇ ਇਤਨੇ ਜ਼ੋਰ ਦੀ ਤੇ ਇਤਨੀ ਫੁਰਤੀ ਨਾਲ ਸਰਦਾਰ ਦੇ ਸਿਰ 'ਤੇ ਵਾਰ ਕੀਤਾ ਕਿ ਉਹ ਭੁਆਂਟਣੀਆਂ ਖਾਂਦਾ ਹੋਇਆ ਥੱਲੇ ਜਾ ਪਿਆ। ਜੈਕ ਨੇ ਵਾਰ ਇਤਨੀ ਜ਼ੋਰ ਨਾਲ ਕੀਤਾ ਕਿ ਉਹ ਆਪ ਵੀ ਨਾ ਸੰਭਲ ਸਕਿਆ ਤੇ ਸਰਦਾਰ ਦੇ ਡਿੱਗਣ ਤੋਂ ਪਹਿਲਾਂ ਹੀ ਥੱਲੇ ਜਾ ਪਿਆ ਤੇ ਉਸ 'ਤੇ ਸਰਦਾਰ ਮੁੱਧਾ ਹੋ ਕੇ ਡਿੱਗਾ। ਸਰਦਾਰ ਦੇ ਸਾਥੀ ਆਪਣੇ ਡੰਡੇ ਲੈ ਕੇ ਜੈਕ ਵੱਲ ਵਧੇ, ਪਰ ਉਹ ਉਹਨਾਂ ਦੇ ਸਰਦਾਰ ਥੱਲੇ ਦੱਬਿਆ ਹੋਇਆ ਸੀ, ਇਸ ਲਈ ਉਹ ਉਸ 'ਤੇ ਵਾਰ ਨਾ ਕਰ ਸਕੇ। ਸਰਦਾਰ ਦੇ ਸਾਥੀ ਸਰਦਾਰ ਦੀ ਸਹਿਕਤੀ ਲੋਥ ਨੂੰ ਇੱਕ ਪਾਸੇ ਖਿੱਚਣ ਵਿੱਚ ਰੁੱਝ ਗਏ। ਇਤਨੇ ਨੂੰ ਕੈਦੀ ਜਿਨ੍ਹਾਂ ਦੀਆਂ ਮੁਸ਼ਕਾਂ ਸੀ ਖੋਲ੍ਹੀਆਂ ਸਨ, ਪਿਛਲੇ ਪਾਸਿਓਂ ਸਰਦਾਰ ਦੇ ਸਾਥੀਆਂ 'ਤੇ ਟੁੱਟ ਕੇ ਪਏ ਤੇ 7 ਜਣਿਆਂ ਨੂੰ ਉੱਥੇ ਹੀ ਪਾਰ ਬੁਲਾ ਦਿੱਤਾ। ਬਾਕੀਆਂ ਵਿੱਚੋਂ 2 ਨੂੰ ਅਸੀਂ ਮਾਰ ਮੁਕਾਇਆ। ਅਸੀਂ ਇਤਨਾ ਕੁਝ ਨਾ ਕਰ ਸਕਦੇ ਜੇ ਵੈਰੀ ਸਰਦਾਰ ਦੀ ਲੋਥ ਨੂੰ ਇੱਕ ਬੰਨੇ ਕਰਨ ਵਿੱਚ ਨਾ ਰੁੱਝੇ ਹੁੰਦੇ, ਕਿਉਂਕਿ ਸਾਡੀ ਗਿਣਤੀ ਉਹਨਾਂ ਕੋਲੋਂ ਥੋੜ੍ਹੀ ਸੀ। ਉਹ ਅਜੇ ਵੀ ਗਿਣਤੀ ਵਿੱਚ ਸਾਥੋਂ 3 ਵੱਧ ਸਨ, ਪਰ ਆਪਣੇ ਸਰਦਾਰ ਦੀ ਮੌਤ ਕਾਰਨ ਉਹਨਾਂ ਦੇ ਹੌਸਲੇ ਟੁੱਟ ਚੁੱਕੇ ਸਨ। ਜੈਕ ਵੀ ਸਰਦਾਰ ਦੀ ਲੋਥ ਥੱਲਿਓਂ ਨਿਕਲਦਿਆਂ ਹੀ ਵਹਿਸ਼ੀਆਂ ਵਾਂਗ ਉਹਨਾਂ 'ਤੇ ਟੁੱਟ ਕੇ ਜਾ ਪਿਆ ਤੇ ਪੈਂਦਿਆਂ ਹੀ 3 ਹੋਰ ਜੰਗਲੀਆਂ ਨੂੰ ਪਾਰ ਬੁਲਾ ਦਿੱਤਾ। ਹੁਣ ਸਾਡੀ ਗਿਣਤੀ ਬਰਾਬਰ ਹੋ ਗਈ ਸੀ। ਇਤਨੇ ਨੂੰ ਪੀਟਰਕਿਨ ਤੇ ਮੈਂ ਵੀ ਉਹਨਾਂ ਦੀ ਮਦਦ ਲਈ ਅੱਪੜ ਗਏ ਸਾਂ ਤੇ 10 ਮਿੰਟਾਂ ਦੇ ਅੰਦਰ ਅੰਦਰ ਹੀ ਬਾਕੀ ਜਣੇ ਜਾਂ ਤਾਂ ਮਾਰੇ ਗਏ ਜਾਂ ਕੈਦੀ ਬਣਾ ਲਏ ਗਏ। ਇਸ ਪਿੱਛੋਂ ਜੰਗਲੀ ਜਿਨ੍ਹਾਂ ਨੂੰ ਅਸੀਂ ਛੁਡਵਾਇਆ ਸੀ ਸਾਡੇ ਗਿਰਦ ਇਕੱਠੇ ਹੋ ਗਏ ਤੇ ਹੈਰਾਨ ਹੋ ਕੇ ਸਾਡੇ 'ਤੇ ਸਵਾਲ ਕਰਦੇ ਰਹੇ, ਜਿਨ੍ਹਾਂ ਦਾ ਉੱਤਰ ਅਸੀਂ ਇੱਕ ਦੂਜੇ ਦੀ ਬੋਲੀ ਨਾ ਸਮਝਣ ਕਰਕੇ ਦੇ ਸਕੇ। ਇਸ ਮਾਮਲੇ ਨੂੰ ਖਤਮ ਕਰਨ ਲਈ ਜੈਕ ਨੇ ਉਹਨਾਂ ਦੇ ਸਰਦਾਰ ਨਾਲ ਹੱਥ ਮਿਲਾਇਆ। ਇਹ ਵੇਖ ਕੇ ਉਹਦੇ ਸਭ ਸਾਥੀ ਖੁਸ਼ ਹੋ ਗਏ। ਫਿਰ ਜੈਕ ਜਵਾਨ ਲੜਕੀ ਪਾਸ ਗਿਆ ਜੋ ਡੋਰ ਪਡੋਰੀ ਹੋ ਕੇ ਇਹ ਸਭ ਤਮਾਸ਼ਾ ਵੇਖ ਰਹੀ ਸੀ ਤੇ ਉਹਨੂੰ ਉੱਥੇ ਲੈ ਆਇਆ ਜਿੱਥੇ ਅਸੀਂ ਸਭ ਜਾਣੇ ਖੜੇ ਸਾਂ। ਫਿਰ ਉਹਨੂੰ ਉਸ ਬੱਚੇ ਵੱਲੋਂ ਯਾਦ ਆ ਗਿਆ ਜਿਸ ਨੂੰ ਜੰਗਲੀਆਂ ਨੇ ਸਮੁੰਦਰ ਵਿੱਚ ਸੁੱਟਿਆ ਸੀ। ਉਹ ਭੱਜ ਕੇ ਉਹਦੀ ਵੱਲ ਗਿਆ। ਬੱਚਾ ਅਜੇ ਜ਼ਿੰਦਾ ਸੀ, ਪਰ ਉਹਦੀ ਮਾਂ ਹਾਲੀ ਵੀ ਬੇਹੋਸ਼ ਪਈ ਸੀ। ਜੈਕ ਕਹਿਣ ਲੱਗਾ, ਮੈਂ ਹੁਣੇ ਇਹਨੂੰ ਹੋਸ਼ ਵਿੱਚ ਲਿਆਂਦਾ ਹਾਂ। ਉਹਨੇ ਬੱਚੇ ਨੂੰ ਮਾਂ ਦੀ ਛਾਤੀ ਨਾਲ ਲਟਾਇਆ ਤੇ ਉਹਦੀ ਨਿੱਘੀ ਗੱਲ ਉਹਦੇ ਮੂੰਹ 'ਤੇ ਲਾਈ। ਇਸ ਦਾ ਬਿਜਲੀ ਦੀ ਨਿਆਈ ਅਸਰ ਹੋਇਆ। ਇਸ ਇਸਤਰੀ ਨੇ ਅੱਖਾਂ ਖੋਲ੍ਹੀਆਂ ਤੇ ਆਪਣੇ ਬੱਚੇ ਨੂੰ 9 ਵਾਰ ਵੇਖ ਕੇ ਉਹ ਖੁਸ਼ੀ ਨਾਲ ਉੱਠੀ ਤੇ ਉਹਨੂੰ ਪਿਆਰ ਨਾਲ ਚੁੰਮਣ ਚੱਟਣ ਲੱਗ ਪਈ। ਫਿਰ ਜੈਕ ਨੇ ਸਾਨੂੰ ਦੋਹਾਂ ਨੂੰ ਕਿਹਾ, ਤੁਸੀਂ ਇਹਨਾਂ ਇਸਤਰੀਆਂ ਤੇ ਜੰਗਲੀਆਂ ਨੂੰ ਨਾਲ ਹੀ ਆਪਣੇ ਟਿਕਾਣੇ 'ਤੇ ਲੈ ਚਲੋ ਤੇ ਇਹਨਾਂ ਨੂੰ ਕੁਝ ਖਾਣ ਪੀਣ ਨੂੰ ਦਿਓ। ਅਸੀਂ ਇੰਝ ਹੀ ਕੀਤਾ। ਅਸੀਂ ਟਿਕਾਣੇ 'ਤੇ ਪਹੁੰਚ ਕੇ ਉਹਨਾਂ ਸਾਹਮਣੇ ਨਾਰੀਅਲ, ਸੂਰ ਦਾ ਮਾਸ, ਟੀਲਾਂ ਤੇ ਹੋਰ ਫਲ ਰੱਖ ਦਿੱਤੇ। ਉਹ ਖਾ ਪੀ ਕੇ ਬੜੇ ਖੁਸ਼ ਹੋਏ। ਇਸ ਪਿੱਛੋਂ ਸਭ ਜਣਿਆਂ ਨੂੰ ਥਕਾਵਟ ਕਾਰਨ ਨੀਂਦ ਆ ਗਈ। ਸਾਨੂੰ ਇਤਨੀ ਥਕਾਵਟ ਸੀ ਕਿ ਅਗਲੇ ਦਿਨ ਦੀ ਦੁਪਹਿਰ ਤੋਂ ਪਹਿਲਾਂ ਸਾਡੀ ਅੱਖ ਨਾ ਖੁੱਲ੍ਹੀ। ਉੱਠ ਕੇ ਫਿਰ ਅਸੀਂ ਨਾਸ਼ਤਾ ਤਿਆਰ ਕੀਤਾ। ਬਹੁਤ ਚਿਰ ਸੋਚਣ ਪਿੱਛੋਂ ਸਾਨੂੰ ਉਹਨਾਂ ਜੰਗਲੀਆਂ ਦੇ ਨਾਂ ਜਾਣਨ ਦਾ ਇੱਕ ਢੰਗ ਲੱਭਿਆ। ਜੈਕ ਨੇ ਆਪਣੀ ਛਾਤੀ ਵੱਲ ਉਂਗਲ ਕਰਕੇ ਉੱਚੀ ਸਾਰੀ ਕਿਹਾ, ਜੈਕ। ਫਿਰ ਉਹਨੇ ਫਿਰ ਵਾਰੀ-ਵਾਰੀ ਮੇਰੇ ਅਤੇ ਪੀਟਰਕਨ ਵੱਲ ਉਂਗਲ ਕਰਕੇ ਉੱਚੀ ਸਾਰੀ ਮੇਰਾ ਨਾਂ ਲਿਆ। ਫਿਰ ਉਹ ਸਰਦਾਰ ਦੀ ਛਾਤੀ 'ਤੇ ਉਂਗਲ ਰੱਖ ਕੇ ਉਹਦੀ ਵੱਲ ਟਿਕਟਿਕੀ ਲਾ ਕੇ ਵੇਖਣ ਲੱਗ ਪਿਆ। ਇਸ ਨਾਲ ਸਰਦਾਰ ਨੂੰ ਇੱਕਦਮ ਸਮਝ ਆ ਗਈ ਕਿ ਜੈਕ ਉਹਦਾ ਨਾਂ ਪੁੱਛ ਰਿਹਾ ਹੈ। ਉਹਨੇ ਉੱਚੀ-ਉੱਚੀ ਕਿਹਾ, ਤਰਾਰੋ। ਫਿਰ ਉਹਨੇ ਜਵਾਨ ਇਸਤਰੀ ਵੱਲ ਉਂਗਲ ਕੀਤੀ ਤੇ ਸਰਦਾਰ ਨੇ ਕਿਹਾ, ਅਵਾਤੀਆ। ਇਸ ਪਿੱਛੋਂ ਜੈਕ ਸਾਨੂੰ ਸਭ ਨੂੰ ਪਿਛਲੇ 10 ਦਿਨ ਵਾਲੀ ਲੜਾਈ ਦੇ ਸਥਾਨ 'ਤੇ ਲੈ ਗਿਆ ਤੇ ਸਭ ਨੇ ਰਲ ਮਿਲ ਕੇ ਲਾਛਾਂ ਨੂੰ ਦਬਾ ਦਿੱਤਾ। ਫਿਰ ਅਸੀਂ ਕੈਦੀਆਂ ਨੂੰ ਚੁੱਕ ਕੇ ਬੇੜੀ ਵਿੱਚ ਵਾਰੀ-ਵਾਰੀ ਲੈ ਗਏ ਤੇ ਉੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਰੱਖ ਦਿੱਤੀਆਂ। ਜੰਗਲੀਆਂ ਤੇ ਉਹਨਾਂ ਨਾਲ ਦੀਆਂ ਇਸਤਰੀਆਂ ਨੂੰ ਵੀ ਉਸ ਵਿੱਚ ਬਿਠਾ ਦਿੱਤਾ। ਤਰਾਰੋ ਨੇ ਬੇੜੀ ਵਿੱਚ ਚੜ੍ਹਨ ਤੋਂ ਪਹਿਲਾਂ ਸਾਡੇ ਤਿੰਨਾਂ ਦੇ ਨੱਕਾਂ ਨਾਲ ਆਪਣਾ ਨੱਕ ਰਗੜਿਆ। ਵਿਦਾਇਗੀ ਦੀ ਇਸ ਰਸਮ ਵਿੱਚ ਅਸੀਂ ਸਭ ਦੇ ਨੱਕਾਂ ਨਾਲ ਆਪਣੇ ਨੱਕ ਰਗੜੇ। ਸਭ ਤੋਂ ਪਿੱਛੋਂ ਅਵਾਤੀਆ ਜੈਕ ਕੋਲ ਆਈ ਤੇ ਉਹਨੇ ਆਪਣਾ ਚੌੜਾ ਨੱਕ ਜੈਕ ਦੇ ਨੱਕ ਨਾਲ ਤੇ ਫਿਰ ਸਾਡੇ ਦੋਹਾਂ ਨਾਲ ਲਾਇਆ। ਇਸ ਪਿੱਛੋਂ ਸਭ ਜਣੇ ਬੜੀ ਬੇੜੀ ਵਿੱਚ ਚੜ੍ਹ ਕੇ ਉੱਥੋਂ ਚਲੇ ਗਏ। ਵਾਪਸੀ ਇੱਕ ਦਿਨ ਮੈਂ ਤੇ ਜੈਕ ਪਾਣੀ ਦੇ ਬਾਗ ਵਿੱਚ ਖੂਬ ਨਹਾ ਧੋ ਰਹੇ ਸਾਂ। ਪੀਟਰਕਨ ਉੱਪਰ ਚਟਾਨ 'ਤੇ ਬੈਠਾ ਸਾਡੇ ਕਰਤੱਵ ਵੇਖ ਰਿਹਾ ਸੀ। ਅਚਾਨਕ ਪੀਟਰਕਨ ਬੋਲ ਉੱਠਿਆ, ਉਹ ਵੇਖੋ ਦੂਰ ਇੱਕ ਜਹਾਜ਼। ਅਸੀਂ ਦਬਾ-ਦਬ ਪਾਣੀ ਵਿੱਚੋਂ ਬਾਹਰ ਨਿਕਲੇ। ਜਹਾਜ਼ ਦੇ ਖਿਆਲ ਨਾਲ ਹੀ ਸਾਨੂੰ ਆਪਣਾ ਪਿਆਰਾ ਦੇਸ਼ ਇੰਗਲੈਂਡ ਯਾਦ ਆ ਗਿਆ ਤੇ ਸਾਡੇ ਮਨ ਵਿੱਚ ਉੱਥੇ ਮੁੜਨ ਦੀ ਤਾਂਘ ਜਾਗ ਉੱਠੀ। ਅਸੀਂ ਚਟਾਨ 'ਤੇ ਚੜ੍ਹ ਕੇ ਵੇਖਿਆ ਕਿ ਜਹਾਜ਼ ਸਿੱਧਾ ਸਾਡੇ ਟਾਪੂ ਵੱਲ ਆ ਰਿਹਾ ਹੈ। ਅਸੀਂ ਦੂਰੋਂ ਹੀ ਆਪਣੇ ਰੁਮਾਲ ਹਿਲਾਉਣੇ ਸ਼ੁਰੂ ਕੀਤੇ, ਜਿਸ 'ਤੇ ਜਹਾਜ਼ ਦੇ ਕਪਤਾਨ ਨੇ ਇੱਕ ਬੇੜੀ ਰਾਹੀਂ ਕੁਝ ਆਦਮੀ ਸਾਡੇ ਵੱਲ ਭੇਜੇ। ਅਸੀਂ ਅਗਲੇ ਦਿਨ ਟਾਪੂ ਦੀਆਂ ਸਭ ਥਾਵਾਂ ਜਿਨ੍ਹਾਂ ਨਾਲ ਸਾਡਾ ਉੱਥੇ ਸੰਬੰਧ ਰਿਹਾ ਸੀ ਵਾਰੋ-ਵਾਰੀ ਜਾ ਕੇ ਵੇਖੀਆਂ। ਫਿਰ ਆਪਣੇ ਟਿਕਾਣੇ 'ਤੇ ਆ ਕੇ ਆਪਣੀਆਂ ਚੀਜ਼ਾਂ ਬੇੜੀ ਵਿੱਚ ਲੱਦੀਆਂ ਤੇ ਇੱਕ ਲੋਹੇ ਦੀ ਚਾਦਰ 'ਤੇ
ਆਪਣੇ ਨਾਂ ਉੱਕਰ ਕੇ ਉਹਨੂੰ ਆਪਣੇ ਟਿਕਾਣੇ 'ਤੇ ਛੱਡ ਕੇ ਬਾਹਰ ਕੱਢ ਦਿੱਤਾ। ਫਿਰ ਅਸੀਂ ਬੇੜੀ ਦੁਆਰਾ ਜਹਾਜ਼ ਵਿੱਚ ਚੜ੍ਹ ਗਏ। ਹਵਾ ਬੜੀ ਤੇਜ਼ ਚੱਲ ਰਹੀ ਸੀ, ਇਸ ਲਈ ਜਹਾਜ਼ ਛੇਤੀ ਹੀ ਖੁੱਲ੍ਹੇ ਸਮੁੰਦਰ ਵਿੱਚ ਪਹੁੰਚ ਗਿਆ। ਅਸੀਂ ਉਤਨੀ ਦੇਰ ਤੱਕ ਆਪਣੇ ਰਹਿਣ ਵਾਲੇ ਟਾਪੂ ਵੱਲ ਵੇਖਦੇ ਰਹੇ ਜਦ ਤੱਕ ਕਿ ਸ਼ਾਮ ਦੇ ਹਨੇਰੇ ਵਿੱਚ ਸਾਡੀਆਂ ਅੱਖੀਆਂ ਸਾਹਮਣਿਓਂ ਅਲੋਪ ਨਾ ਹੋ ਗਿਆ। ਅੱਜ ਤੁਸੀਂ ਮੇਰੇ ਨਾਲ RM ਬੈਲੇਂਟਾਈਨ ਦੇ ਨਾਵਲ ਕੋਰਲ ਆਈਲੈਂਡ ਦਾ ਪੰਜਾਬੀ ਅਨੁਵਾਦ ਅਨੋਖਾ ਟਾਪੂ ਪੜ੍ਹਿਆ ਅਤੇ ਸੁਣਿਆ ਹੈ। ਇਸ ਨਾਵਲ ਵਿੱਚ ਈਸਾਈ ਮਤ ਦਾ ਸਮਾਜਿਕ ਪ੍ਰਭਾਵ, ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ 19ਵੀਂ ਸਦੀ ਦੇ ਰਜਵਾੜਾ ਸ਼ਾਹੀ ਦੀ ਗੱਲਬਾਤ ਅਤੇ ਅਗਵਾਈ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਗਈ ਹੈ। ਸ਼ੁਭ ਇਛਾਵਾਂ। ਧੰਨਵਾਦ। ਹਰਜੀਤ ਬਮਰਾ।